ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫਿਰ ਇੱਕ ਨਵੇਂ ਐਪੀਸੋਡ ਦੇ ਨਾਲ ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 15 ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅਤੇ ਅੱਜ ਦਾ ਐਪੀਸੋਡ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਜਿਹੜਾ ਐਪੀਸੋਡ ਨੰਬਰ 14 ਅਸੀਂ ਖ਼ਤਮ ਕੀਤਾ ਸੀ। ਯਾਨੀ ਕਿ ਐਪੀਸੋਡ ਨੰਬਰ 14 ਦੇ ਵਿੱਚ ਅਸੀਂ ਦੱਸਿਆ ਸੀ ਕਿ ਬਲੱਡ ਪ੍ਰੈਸ਼ਰ, ਹਾਰਟ ਅਟੈਕ ਨਾਲ ਸੰਬੰਧਿਤ, ਯਾਨੀ ਜਿੰਨਾ ਵੀ ਮਟੀਰੀਅਲ ਬਲੱਡ ਪ੍ਰੈਸ਼ਰ, ਕਿਉਂਕਿ ਅੱਗੇ ਚੱਲ ਕੇ ਇਹ ਵੀ ਹਾਰਟ ਅਟੈਕ ਦਾ ਕਾਰਨ ਬਣਦਾ। ਬਲੱਡ ਪ੍ਰੈਸ਼ਰ ਦੇ ਜਿਹੜੇ ਹੁਣ ਤੱਕ ਦੇ ਅਸੀਂ ਕਾਰਨ ਸਮਝੇ ਨੇ, ਉਹਦਾ ਫਿਰ ਅੱਗੇ ਚੱਲ ਕੇ ਹੱਲ ਕਿਵੇਂ ਨਿਕਲੇਗਾ, ਕਿਉਂਕਿ ਅਸੀਂ ਕਾਰਨ ਦੱਸਤੇ, ਕਿਹੜੇ ਕਿਹੜੇ ਉਹਦੇ ਵਿੱਚ ਦੀਆਂ ਬਰੀਕੀਆਂ ਦੱਸਤੀਆਂ, ਅੰਦਰ ਨਾੜਾਂ ਦੇ ਵਿੱਚ ਕੀ ਹੁੰਦਾ ਉਹ ਦੱਸਤਾ। ਅਤੇ ਹੁਣ ਆਵਾਂਗੇ ਆਪਾਂ ਹੱਲ ਵਾਲੇ ਪਾਸੇ ਕਿ ਕੀ ਉਹ ਕੋਈ ਅਜਿਹਾ ਹੱਲ ਹੈ ਜਿਹੜਾ ਕਿ ਅਸੀਂ ਡਾਕਟਰ ਕੋਲ ਨਾ ਜਾ ਕੇ ਘਰੇ ਬੈਠ ਕੇ ਹੀ ਅਸੀਂ ਉਸ ਚੀਜ਼ ਦਾ ਹੱਲ ਕੱਢ ਸਕੀਏ, ਕਿਉਂਕਿ ਅਸੀਂ ਜਿਹੜੀ ਉਹ ਟ੍ਰੇਨਿੰਗ ਦੇ ਰਹੇ ਹਾਂ ਆਪਣਾ ਡਾਕਟਰ ਆਪ ਬਣੋ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਡਾਕਟਰ ਸਾਹਿਬ, ਆਪਾਂ ਨੇ ਐਪੀਸੋਡ ਨੰਬਰ 14 ਦੇ ਵਿੱਚ ਗੱਲ ਕੀਤੀ ਸੀ ਕਿ ਬਲੱਡ ਪ੍ਰੈਸ਼ਰ ਜਿਹੜਾ ਉਹ ਬਿਮਾਰੀ ਕੀ ਹੁੰਦੀ ਹੈ, ਕਿੱਦਾਂ ਹੁੰਦੀ ਹੈ। ਬਲੱਡ ਵੈਸਲ ਡਿਜ਼ੀਜ਼ ਤੁਸੀਂ ਬੇਸਿਕਲੀ ਸਮਝਾਇਆ ਸੀਗਾ ਕਿ ਅੰਦਰ ਕਿਸ ਕਿਸ ਤਰੀਕੇ ਨਾਲ ਬਦਲਾਅ ਆਉਂਦੇ ਨੇ ਅਤੇ ਕਿੱਥੇ ਆ ਕੇ ਖਰਾਬੀ ਆ ਜਾਂਦੀ ਹੈ, ਜਿੱਥੇ ਕਿ ਅੰਦਰ ਬਲੋਕੇਜ ਬਣ ਜਾਂਦੀ ਹੈ। ਅਤੇ ਹੁਣ ਆਪਾਂ ਆਈਏ ਹੱਲ ਵਾਲੇ ਪਾਸੇ। ਕੀ ਕੋਈ ਅਜਿਹਾ ਹੱਲ ਹੈ ਜਿਹੜਾ ਕਿ ਆਪਾਂ ਡਾਕਟਰ ਕੋਲ ਨਾ ਜਾਣਾ ਪਵੇ? ਕੀ ਕੋਈ ਅਜਿਹਾ ਹੱਲ ਹੈ ਕਿ ਜਿਹਦੇ 'ਚ ਸਾਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਜਾਏ ਕਿ ਸਾਡੇ ਅੰਦਰ ਬਲੱਡ ਪ੍ਰੈਸ਼ਰ ਜਿਹੜਾ ਉਹ ਗੜਬੜ ਹੋਣ ਲੱਗ ਗਿਆ? ਕਿਉਂਕਿ ਆਪਾਂ ਨੇ ਹੁਣ ਤੱਕ ਇਹ ਗੱਲ ਕੀਤੀ ਹੈ ਕਿ ਕਿਹੜੇ ਤਰੀਕੇ ਨਾਲ ਗੜਬੜ ਹੁੰਦਾ। ਹੁਣ ਆਪਾਂ ਇਹ ਵੀ ਦੱਸਣਾ ਹੈ ਕਿ ਜਦੋਂ ਬਲੱਡ ਪ੍ਰੈਸ਼ਰ ਫਲਕਚੁਏਟ ਹੁੰਦਾ ਤਾਂ ਫਿਰ ਉਹਦੇ ਸਿੰਪਟਮ ਕੀ ਨਿਕਲ ਕੇ ਬਾਹਰ ਆਉਂਦੇ ਨੇ। ਕਿਉਂਕਿ ਜਦ ਤੱਕ ਆਪਾਂ ਨੂੰ ਸਿੰਪਟਮ ਯਾਨੀ ਕਿ ਉਹਦੇ ਲੱਛਣ ਨਹੀਂ ਪਤਾ ਹੋਣਗੇ, ਉਦੋਂ ਤੱਕ ਆਪਾਂ ਉਹਦੇ ਇਲਾਜ ਵੱਲ ਨਹੀਂ ਭੱਜ ਸਕਦੇ। ਪਤਾ ਕਿਵੇਂ ਲੱਗੇਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਉਹ ਵੱਧ ਗਿਆ ਜਾਂ ਘਟ ਗਿਆ? ਦੇਖੋ, ਬਲੱਡ ਪ੍ਰੈਸ਼ਰ ਦੀ ਗੱਲ ਆਪਾਂ ਕਰਦੇ ਹੋਏ ਆਪਾਂ ਜੀ ਗੱਲ ਕੀਤੀ ਸੀ ਕਿ ਜਿਹੜਾ ਉਹਦਾ ਜੜ੍ਹ ਹੈ ਉਹਦੀ ਬਲੱਡ ਪ੍ਰੈਸ਼ਰ ਦੀ, ਉਹ ਹੈਗੀ ਆ ਖੂਨ ਦੀਆਂ ਨਾੜਾਂ ਦੇ ਅੰਦਰਲੀ ਝਿੱਲੀ ਦਾ ਕਿਸੇ ਨਾ ਕਿਸੇ ਢੰਗ ਨਾਲ ਖਰਾਬ ਹੋਣਾ, ਜਾਂ ਉਹਦੇ ਅੰਦਰ ਇਨਫਲੇਮੇਸ਼ਨ ਹੋਣਾ, ਜਾਂ ਉਹਦੇ ਅੰਦਰ ਕੋਈ ਰਗੜ ਲੱਗਣਾ, ਉਹਨੂੰ ਇੰਜਰੀ। ਇਹ ਜਿਹੜਾ ਪ੍ਰਕਿਰਿਆ ਹੈ ਇਹਨੂੰ ਆਪਾਂ ਇਸ ਇੰਜਰੀ ਨੂੰ ਜਾਂ ਇਸ ਜਿਹਨੂੰ ਕਹਿੰਦੇ ਨੁਕਸਾਨ ਨੂੰ ਰੋਕ ਨਹੀਂ ਸਕਦੇ। 100% ਨਹੀਂ ਰੋਕ ਸਕਦੇ। ਕਾਫੀ ਹੱਦ ਤੱਕ ਆਪਾਂ ਰੋਕ ਸਕਦੇ ਹਾਂ ਕਿ ਅਸੀਂ ਇਹੋ ਜਿਹੇ ਭੋਜਨ ਖਾਈਏ, ਇਹੋ ਜਿਹਾ ਸਾਡਾ ਲਾਈਫ ਸਟਾਈਲ ਹੋਵੇ ਕਿ ਸਾਡੀਆਂ ਖੂਨ ਦੀਆਂ ਨਾੜਾਂ ਨੂੰ ਅੰਦਰੋਂ ਖਰਾਬ ਕਰਨ ਵਾਲੇ ਤੱਤ, ਚਾਹੇ ਉਹ ਹਵਾ 'ਚ ਨੇ ਕੈਮੀਕਲ ਦੀ ਸ਼ਕਲ 'ਚ, ਚਾਹੇ ਉਹ ਪਾਣੀ 'ਚ ਨੇ ਕੈਮੀਕਲ ਦੀ ਸ਼ਕਲ 'ਚ, ਜਾਂ ਉਹ ਸਾਡੇ ਮਿੱਟੀ ਤੋਂ ਹੁੰਦੇ ਹੋਏ, ਪਾਣੀ 'ਚੋਂ ਹੁੰਦੇ ਹੋਏ, ਹਵਾ ਤੋਂ ਹੁੰਦੇ ਹੋਏ ਭੋਜਨ 'ਚ ਆ ਜਾਂਦੇ ਆ, ਕਿਉਂਕਿ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਇਹ ਸਾਡੀ ਭੋਜਨ ਲੜੀ ਜਿਹੜੀ ਹੈ ਪੂਰੇ ਮਨੁੱਖਤਾ ਦੀ ਨਹੀਂ, ਪੂਰੇ ਜੀਵ ਜੰਤੂਆਂ ਦੀ ਇੱਕੋ ਹੀ ਹੈ। ਉਹਨੂੰ ਅਸੀਂ ਭੋਜਨ ਲੜੀ ਕਹਿੰਦੇ ਹਾਂ। ਭੋਜਨ ਲੜੀ ਦਾ ਮਤਲਬ ਹੁੰਦਾ ਹੈ ਕਿ ਭੋਜਨ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਥੱਲੇ ਨੇ ਸੂਖਸ਼ਮ ਜੀਵ ਜਿਹੜੇ ਮਿੱਟੀ 'ਚ ਨੇ, ਸਭ ਤੋਂ ਪਹਿਲਾਂ ਉਹ ਕੰਮ ਕਰਦੇ ਆ ਭੋਜਨ ਲੜੀ ਨੂੰ ਕ੍ਰੀਏਟ ਕਰਨ ਵਾਸਤੇ, ਭੋਜਨ ਲੜੀ ਨੂੰ ਸ਼ੁਰੂ ਕਰਨ ਵਾਸਤੇ। ਯਾਨੀ ਕਿ ਉਹਦਾ ਸ਼ੁਰੂਆਤ, ਚਿੰਗਾਰੀ ਜਿਹੜੀ ਹੈ ਉਹ ਜਿਹੜੀ ਭੋਜਨ ਲੜੀ ਤੋਂ ਸੂਖਸ਼ਮ ਜੀਵਾਂ ਤੋਂ ਸ਼ੁਰੂ ਹੁੰਦੀ ਹੈ। ਅਤੇ ਫਿਰ ਉਸ ਤੋਂ ਬਾਅਦ ਗ੍ਰੀਨ ਪੌਦੇ, ਕਿਉਂਕਿ ਕੁਦਰਤ ਨੇ ਜਿਹੜਾ ਭੋਜਨ ਪੈਦਾ ਕਰਨ ਦੀ ਜਿਹੜੀ ਸਮਸ਼ਮਤਾ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਉਹ ਗ੍ਰੀਨ ਨੂੰ ਦਿੱਤੀ ਹੈ, ਹਰੇ ਨੂੰ। ਅਤੇ ਹਰੇ ਪੌਦੇ, ਹਰੀ ਕਾਈ ਤੋਂ ਲੈ ਕੇ ਵੱਡੇ ਦਰਖਤਾਂ ਤੱਕ ਜਿਹੜੇ ਹਰੇ ਪੌਦੇ ਨੇ, ਉਹਨਾਂ ਦੇ ਅੰਦਰ ਸਮਰੱਥਾ ਹੈ ਕਿ ਉਹ ਮਿੱਟੀ, ਪਾਣੀ, ਹਵਾ ਅਤੇ ਸੂਰਜ ਦੀ ਰੌਸ਼ਨੀ ਨੂੰ ਮਿਲਾ ਕੇ ਭੋਜਨ ਬਣਾਉਂਦੇ ਆ। ਉਹਨਾਂ ਦਾ ਇੱਕ ਕੁਦਰਤ ਦੇ ਅੰਦਰ ਆਪਣਾ ਬਣਾਉਣ ਦਾ ਤਰੀਕਾ। ਇਹ ਸਾਰੇ ਕਿਸੇ 'ਚ ਜਦ ਤੱਕ ਇਹ ਸਾਰੇ ਸਿਹਤਮੰਦ ਨਹੀਂ ਹੈ, ਤਦ ਤੱਕ ਆਪਾਂ ਆਸ ਨਹੀਂ ਕਰ ਸਕਦੇ ਕਿ ਉਹ ਅਸੀਂ ਉਹਨਾਂ ਜਿਹੜੇ ਫੈਕਟਰ ਨੇ, ਉਹ ਕਾਰਨ ਨੇ ਦਮੂਰ ਬਿਲਕੁਲ 100% ਮਾਈਨਸ ਕਰ ਲਾਂਗੇ, ਜਾਂ ਵੀ ਘਟਾ ਵੀ ਲਵਾਂਗੇ। ਕਿ ਜੇ ਸਾਡੀ ਹਵਾ ਬਹੁਤ ਗੰਦੀ ਹੈ ਤਾਂ ਤੁਸੀਂ ਬਹੁਤ ਵਾਰੀ ਅਖਬਾਰਾਂ 'ਚ ਪੜ੍ਹੀਆਂ ਹੋਣੀਆਂ ਰਿਪੋਰਟਾਂ ਕਿ ਦਿੱਲੀ ਦੀ ਹਵਾ ਇੰਨੀ ਗੰਦੀ ਹੈ ਕਿ ਉਹ ਇਕੱਲੀ ਹਾਰਟ ਅਟੈਕ ਕਰਨ ਲਈ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਕਰਨ ਲਈ ਅਤੇ ਹੋਰ ਬਿਮਾਰੀਆਂ ਕਰਨ ਲਈ ਕਾਫੀ ਹੈ। ਇੱਥੋਂ ਤੱਕ ਰਿਪੋਰਟਾਂ ਆਈਆਂ ਨੇ ਕਿ ਹਵਾ ਇਕੱਲੀ ਜਿਹੜੀ ਹੈ ਉਹ 36 ਸਿਗਰਟਾਂ ਪੀਣ ਦੇ ਬਰਾਬਰ ਹੈ। ਦਿੱਲੀ ਦੀ ਜਿਹੜੀ ਦਿੱਲੀ ਦੀ ਹਵਾ 'ਚ ਬੰਦਾ ਸਾਹ ਲੈ ਰਿਹਾ, ਉਹ ਆਪਣੇ ਆਪ ਨੂੰ 100 ਬੋਸਟ ਕਰੀ ਜਾਵੇ ਕਿ ਮੈਂ ਤਾਂ ਨੌਨ ਸਮੋਕਰ ਹਾਂ, ਲੇਕਿਨ ਉਹਦੇ ਫੇਫੜੇ ਜਿਹੜੇ ਖਰਾਬ ਹੋਣੇ ਉਹ 36 ਸਿਗਰਟਾਂ ਪੀਣ ਦੇ ਬਰਾਬਰ ਹੋਣੇ ਆ ਰੋਜ਼ ਦੀਆਂ।
ਤੋ ਇਹ ਜਿਹੜਾ ਵਰਤਾਰਾ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕੁਦਰਤ ਦੇ ਬੱਚੇ ਹਾਂ, ਕੁਦਰਤ ਦੀ ਇੱਕ ਦਾ ਹਿੱਸਾ ਹਾਂ। ਅਸੀਂ ਆਪਣੇ ਆਲੇ ਦੁਆਲੇ ਬਸੀ ਕੁਦਰਤ ਦੇ ਕੁਦਰਤੀ ਸੰਤੁਲਨ ਦੇ, ਜਿਹਨੂੰ ਇਕੋਲੋਜੀ ਕਹਿੰਦੇ ਹਾਂ ਅਸੀਂ ਅੰਗਰੇਜ਼ੀ 'ਚ। ਇਕੋਲੋਜੀ ਲਫ਼ਜ਼ ਹੈ, ਇਕੋਲੋਜੀ ਲਫ਼ਜ਼ ਦਾ ਬਹੁਤਾ ਪੈਰਲਲ ਪੰਜਾਬੀ 'ਚ ਲੱਭਿਆ ਨਹੀਂ ਮੈਨੂੰ, ਮੈਂ ਬੜੀ ਕੋਸ਼ਿਸ਼ ਕੀਤੀ ਹੈ। ਇਕੋਲੋਜੀ ਦਾ ਮਤਲਬ ਹੁੰਦਾ ਹੈ ਕਿ ਸਾਰਾ ਇੰਟਰੈਕਸ਼ਨ, ਹਵਾ ਪਾਣੀ ਮਿੱਟੀ, ਫਿਰ ਸੂਖਸ਼ਮ ਜੀਵ ਤੋਂ ਪੇੜ ਪੌਦੇ ਤੋਂ ਹੋਰ ਜੀਵ ਜੰਤੂਆਂ ਨਾਲ ਮਨੁੱਖਾਂ ਦੇ ਅੰਦਰ ਸਮਾਜ ਦਾ, ਇਹ ਸਾਰੇ ਦਾ ਕਿਤੇ ਨਾ ਕਿਤੇ ਇੱਕ ਇਕਾਈ ਦੇ ਤੌਰ ਤੇ ਕੰਮ ਕਰਨਾ। ਗੁਰਬਾਣੀ 'ਚ ਵੀ ਕਿਹਾ ਗਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦ। ਏਕ ਨੂਰ ਯਾਨੀ ਇੱਕੋ ਨੂਰ ਤੋਂ ਸਾਰਾ ਕੁਝ ਆ ਰਿਹਾ। ਹਾਂ, ਉਹ ਬਿਲਕੁਲ ਨੂਰ ਇੱਕੋ ਹੀ ਹੈ। ਬਾਕੀ ਉਹਦੀਆਂ ਪਾਸੇ ਜਿਹੜੇ ਬਾਹਰੀ ਰੂਪ ਅਲੱਗ ਨੇ। ਤਾਂ ਉਹ ਅਗਰ ਉਹ ਸਾਰਾ ਕੁਝ ਆਪਾਂ ਜਿਹੜਾ ਮੂਲ ਹੈ ਜੇ ਉਹ ਖਰਾਬ ਹੋ ਜਾਂਦਾ ਹੈ, ਜੇ ਹਵਾ ਪਾਣੀ ਮਿੱਟੀ ਸੂਖਸ਼ਮ ਜੀਵਾਂ ਦੇ ਖਿਲਾਫ ਹੈ, ਸੂਖਸ਼ਮ ਜੀਵਾਂ ਦੀ ਪ੍ਰਫੁੱਲਤਾ ਦੇ, ਉਹਦੇ ਵਧਣ ਫੁੱਲਣ ਦੇ ਖਿਲਾਫ ਹੈ, ਤਾਂ ਉਹ ਸਾਡੀ ਸਿਹਤ 'ਤੇ ਇੰਪੈਕਟ ਕਰੇਗੀ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਅਗਰ ਜ਼ਹਿਰ ਨੇ, ਚਾਹੇ ਉਹ ਹਵਾ 'ਚੋਂ ਆ ਰਹੇ, ਚਾਹੇ ਪਾਣੀ 'ਚੋਂ ਆ ਰਹੇ, ਚਾਹੇ ਭੋਜਨ 'ਚੋਂ ਆ ਰਹੇ, ਅਗਰ ਜ਼ਿਆਦਾ ਨੇ ਤਾਂ ਸਾਡੇ ਸਰੀਰ ਦੇ ਅੰਦਰ ਵੀ ਉਹੀ ਵਰਤਾਰਾ ਹੋਏਗਾ ਕਿ ਉਹ ਜਿਹੜੀ ਸਾਡੀ ਸਿਹਤ ਹੈ ਉਹ ਅੱਛੀ ਨਹੀਂ ਰਹਿ ਸਕਦੀ। ਤਾਂ ਇਸ ਕਰਕੇ ਇਹਨਾਂ ਨੂੰ ਜੋੜ ਕੇ ਦੇਖਣਾ ਬਹੁਤ ਜ਼ਰੂਰੀ ਹੈ। ਸੋ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਆਪਾਂ ਭੋਜਨ ਦੀ ਗੱਲ ਜ਼ਿਆਦਾ ਕਰਦੇ ਹਾਂ, ਪਰ ਭੋਜਨ ਦੀ ਗੱਲ ਆਪਾਂ ਇਸ ਕਰਕੇ ਜ਼ਿਆਦਾ ਕਰਦੇ ਹਾਂ ਕਿਉਂਕਿ ਭੋਜਨ ਅਜੇ ਆਪਣੇ ਹੱਥ 'ਚ ਹੈਗਾ। ਹਵਾ ਤੇ ਪਾਣੀ ਦਾ ਮਸਲਾ ਸਾਡੇ ਹੱਥ 'ਚੋਂ ਨਿਕਲ ਚੁੱਕਿਆ, ਜਾਂ ਹੈ ਕੁਦਰਤੀ ਉਹਦਾ ਦਾ ਸੁਭਾਅ ਇੱਦਾਂ ਦਾ ਹੈ ਕਿ ਹਵਾ ਨੂੰ ਕੋਈ ਵਿਅਕਤੀ ਨਹੀਂ ਆਪਣੇ ਆਪ ਕੁਝ ਬਹੁਤਾ ਕੁਝ ਕਰ ਸਕਦਾ, ਉਹ ਸਮਾਜ ਨੂੰ ਐਜ਼ ਏ ਹੋਲ ਕੁਝ ਕਰਨਾ ਹੁੰਦਾ। ਇੱਕ ਵੱਡੇ ਜਥੇਬੰਦੀ ਦੇ ਤੌਰ 'ਤੇ ਸਮਾਜ ਨੂੰ ਕੰਮ ਕਰਨਾ ਪੈਂਦਾ, ਤਾਂ ਹਵਾ ਸਾਫ਼ ਸੁਥਰੀ ਰਹਿੰਦੀ ਹੈ ਜਾਂ ਪਾਣੀ ਸਾਫ਼ ਸੁਥਰਾ ਰਹਿੰਦਾ। ਅਤੇ ਭੋਜਨ ਦੀ ਆਪਾਂ ਗੱਲ ਇਸ ਕਰਕੇ ਇੱਕ ਨੰਬਰ 'ਤੇ ਲਿਆਉਂਦੇ ਹਾਂ ਕਿ ਉਹ ਅਜੇ ਆਪਣੇ ਕੰਟਰੋਲ 'ਚ ਹੈ। ਵਿਅਕਤੀ ਵੀ ਚਾਹੇ, ਪਰਿਵਾਰ ਵੀ ਚਾਹੇ, ਪਿੰਡ ਵੀ ਚਾਹੇ, ਤਾਂ ਉਹ ਭੋਜਨ ਦੇ ਮਾਮਲੇ 'ਚ ਕਾਫੀ ਕੁਝ ਕਰ ਸਕਦਾ। ਸੋ ਉਸ ਤੋਂ ਇਹ ਪ੍ਰਭਾਵ ਨਹੀਂ ਲੈਣਾ ਚਾਹੀਦਾ ਕਿ ਹਵਾ ਅਤੇ ਪਾਣੀ ਦਾ ਜਿਹੜਾ ਅਸਰ ਘੱਟ ਹੈ। ਤੋ ਇਸ ਕਰਕੇ ਜਿਹੜੀ ਇਹ ਮਸਲਾ ਹੈ ਕਿ ਜਿਹੜੀਆਂ ਖੂਨ ਦੀਆਂ ਨਾੜਾਂ ਦੀ ਅੰਦਰਲੀ ਝਿੱਲੀ ਹੈ, ਉਹਨੂੰ ਖਰਾਬ ਕਰਨ ਵਾਲੇ ਜਿਹੜੇ ਤੱਤ ਨੇ, ਉਹ ਹਵਾ ਪਾਣੀ ਮਿੱਟੀ ਤੋਂ ਅਤੇ ਭੋਜਨ ਲੜੀ ਤੋਂ ਆਉਂਦੇ ਨੇ। ਸੋ ਉੱਧਰ ਧਿਆਨ ਦੇਣਾ ਬਹੁਤ ਬੇਹੱਦ ਜ਼ਰੂਰੀ ਹੈ। ਉਹਦੇ ਵਾਸਤੇ ਜਿਹੜੀ ਜੈਵਿਕ ਖੇਤੀ ਕਰਨੀ, ਬਿਨਾਂ ਜ਼ਹਿਰਾਂ ਦੇ ਖੇਤੀ ਕਰਨੀ, ਉਹ ਬਹੁਤ ਜ਼ਰੂਰੀ ਹੈ। ਬਿਨਾਂ ਜ਼ਹਿਰਾਂ ਦੇ ਜਿਹੜੀ ਐਨੀਮਲ ਫਾਰਮਿੰਗ ਕਰਦੇ ਹਾਂ ਆਪਾਂ, ਚਾਹੇ ਉਹ ਪੋਲਟਰੀ ਹੈ, ਚਾਹੇ ਉਹ ਫਿਸ਼ਰੀ ਹੈ, ਚਾਹੇ ਉਹ ਜਿਹੜਾ ਹੈ ਬੀ ਫਾਰਮਿੰਗ ਹੈ, ਜਾਂ ਕੋਈ ਮੀਟ ਇੰਡਸਟਰੀ ਹੈ, ਜਾਂ ਐਗ ਇੰਡਸਟਰੀ ਹੈ, ਇਹ ਸਾਰੀਆਂ ਦੀ ਸਾਰੀਆਂ ਕਿਤੇ ਨਾ ਕਿਤੇ ਕੈਮੀਕਲ ਫਰੀ ਹੋਣੀਆਂ ਚਾਹੀਦੀਆਂ ਨੇ। ਇਹ ਕੁਦਰਤੀ ਭੋਜਨ 'ਤੇ ਪਲਣੇ ਚਾਹੀਦੇ ਆ, ਤਾਂ ਜਾ ਕੇ ਸਾਨੂੰ ਜਿਹੜਾ ਵਧੀਆ ਭੋਜਨ ਮਿਲ ਸਕਦਾ ਹੈ, ਜਿਹੜਾ ਕਿ ਸਾਡੇ ਲਈ ਜਿਹੜਾ ਖੂਨ ਦੀਆਂ ਨਾੜਾਂ ਦਾ ਅੰਦਰਲਾ ਝਿੱਲੀ ਹੈ ਉਹਨੂੰ ਸਾਫ਼ ਸੁਥਰਾ ਰੱਖ ਸਕੇ। ਤਾਂ ਉਹਦੇ ਲਈ ਇਹ ਗੱਲਾਂ ਨੂੰ ਯਾਦ ਰੱਖਣਾ ਮੈਂ ਸਮਝਦਾ ਕਿ ਬੇਹੱਦ ਜ਼ਰੂਰੀ ਹੈ। ਉਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਸਮਾਜ ਨੇ ਇਹਨਾਂ ਸਮੱਸਿਆਵਾਂ ਨੂੰ ਕਲੈਕਟਿਵਲੀ ਐਜ਼ ਏ ਹੋਲ ਹੱਲ ਕਰਨਾ। ਅੱਗੇ ਆ ਜੀ ਆਪਾਂ ਉਹਨਾਂ ਗੱਲਾਂ 'ਤੇ ਜਿਹੜੀਆਂ ਸਾਡੇ ਹੱਥ 'ਚ ਨੇ, ਹੁਣ ਕਿੱਥੇ ਆਪਾਂ ਇੰਟਰਵੀਨ ਕਰ ਸਕਦੇ ਹਾਂ। ਆਪਾਂ ਇਸ ਕਰਕੇ ਕਰਦੇ ਹਾਂ ਕਿਉਂਕਿ ਆਪਾਂ ਕਹੀਏ ਜੀ ਹੁਣ ਹਵਾ ਸਾਫ਼ ਹੋਵੇ ਤਾਂ ਹੀ ਆਪਾਂ ਸਿਹਤਮੰਦ ਰਹਾਂਗੇ, ਪਾਣੀ ਸਾਫ਼ ਹੋਵੇ ਤਾਂ ਹੀ ਰਵਾਂਗੇ, ਤਾਂ ਉਹ ਫਿਰ ਜਿਹੜੀ ਇਹਦਾ ਮਤਲਬ ਫੌਰੀ ਕੁਛ ਨਾ ਕਰੋ, ਤਾਂ ਫੌਰੀ ਵੀ ਤਾਂ ਆਪਾਂ ਕੁਛ ਕਰਨਾ ਹੈ। ਸੋ ਆਪਾਂ ਉਹ ਗੱਲਾਂ ਵੀ ਕਰੀਏ ਜਿਹਨੂੰ ਆਪਾਂ ਕਰ ਸਕਦੇ ਹਾਂ ਫੌਰੀ। ਫਿਰ ਆਪਾਂ ਇਹ ਸੋਚੀਏ ਹੁਣ ਆਪਾਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਾਂ ਅਗਲੇ ਸਾਲ ਜਾਂ 2 ਸਾਲਾਂ 4 ਸਾਲਾਂ 'ਚ ਕੀ ਕਰ ਸਕਦੇ ਹਾਂ। ਫਿਰ ਆਪਾਂ ਸੋਚੀਏਗਾ ਲੰਬੇ ਸਮੇਂ 'ਚ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਸ 'ਚ ਉਹਨਾਂ ਦਾ ਸੁਮੇਲ ਜਿਹੜਾ ਹੈ, ਸੁੰਦਰ ਸੁਮੇਲ ਬਣਾਉਣਾ ਬਹੁਤ ਜ਼ਰੂਰੀ ਹੈ। ਤਾਂ ਆਪਾਂ ਆਉਂਦੇ ਹਾਂ ਕਿ ਆਪਾਂ ਹੁਣ ਜਿਹੜੀ ਵਿਅਕਤੀਗਤ ਰੂਪ 'ਚ ਜਿਹੜੀ ਗੱਲਾਂ ਕਰ ਸਕਦੇ ਹਾਂ, ਜਾਂ ਪਰਿਵਾਰ ਦੇ ਲੈਵਲ 'ਤੇ ਕਰ ਸਕਦੇ ਹਾਂ, ਜਾਂ ਛੋਟੀ ਇਕਾਈ ਪਿੰਡ ਦੇ ਲੈਵਲ 'ਤੇ ਕੀ ਕਰਨੀਆਂ ਚਾਹੀਦੀਆਂ ਨੇ। ਮੈਂ ਇਹ ਦਰਸ਼ਕਾਂ ਨੂੰ ਆਪਾਂ ਇਹ ਜਾਣਨਾ ਜ਼ਰੂਰੀ ਹੋਏਗਾ ਇਸ ਵੇਲੇ ਉਸ ਤੋਂ ਪਹਿਲਾਂ ਕਿ ਜਦੋਂ ਬੰਦੇ ਦਾ ਬਲੱਡ ਪ੍ਰੈਸ਼ਰ ਫਲਕਚੂਏਟ ਕਰਦਾ ਹੈ ਤਾਂ ਉਹਦੇ 'ਚ ਅੰਦਰ ਬਦਲਾਅ ਕੀ ਆਉਂਦੇ ਨੇ, ਲੱਛਣ ਕੀ ਬਾਹਰ ਨਿਕਲ ਕੇ? ਦੇਖੋ, ਜਦੋਂ ਵੀ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਬਲੱਡ ਪ੍ਰੈਸ਼ਰ ਵਧਣਾ ਸਿਰਫ ਇੱਕ ਅਲਾਮਤ ਹੈ। ਬਲੱਡ ਪ੍ਰੈਸ਼ਰ ਬਿਮਾਰੀ ਨਹੀਂ ਹੈ, ਬਲੱਡ ਪ੍ਰੈਸ਼ਰ ਕਿਸੇ ਬਿਮਾਰੀ ਦੀ ਅਲਾਮਤ ਹੈ। ਪਹਿਲੀ ਗੱਲ ਤਾਂ ਇਹ ਸਮਝਣਾ ਬੇਹੱਦ ਜ਼ਰੂਰੀ ਹੈ। ਆਪਾਂ ਬਲੱਡ ਪ੍ਰੈਸ਼ਰ ਨੂੰ ਕਾਰਨ ਨਹੀਂ ਕਹਿ ਸਕਦੇ। ਬਲੱਡ ਪ੍ਰੈਸ਼ਰ ਵੀ ਉਸੇ ਦੀ ਅਲਾਮਤ ਹੈ ਜੇ ਅੰਦਰ ਖੂਨ ਦੀ ਝਿੱਲੀ, ਜਿਹੜੀ ਖੂਨ ਦੀਆਂ ਨਾੜਾਂ ਦੀ ਝਿੱਲੀ, ਅਗਰ ਉਹਦੇ 'ਚ ਰਗੜ ਲੱਗ ਰਹੀ ਹੈ, ਅਗਰ ਉਹਦੇ 'ਚ ਇਨਫਲੇਮੇਸ਼ਨ ਹੋ ਰਹੀ ਹੈ, ਅਗਰ ਉਹਦੇ ਅੰਦਰ ਬਲੋਕੇਜ ਆ ਰਹੀ ਹੈ, ਉਹ ਕੁਦਰਤ ਨੂੰ ਉਹਨਾਂ ਰਗੜਾਂ ਨੂੰ, ਉਹਨਾਂ ਇੰਜਰੀਜ਼ ਨੂੰ ਹੀਲ ਕਰਨ ਵਾਸਤੇ ਆਪਾਂ ਦੇਖਦੇ ਹਾਂ ਨਾ ਕਿ ਆਪਣੀ ਚਮੜੀ 'ਤੇ ਮੰਨ ਲਓ ਕਿ ਕਸੜ ਲੱਗ ਗਈ, ਤਾਂ ਕੀ ਕਰਦੀ ਕੁਦਰਤ ਮੋਟੀ ਸਾਰੀ ਛਿਲਕਾ ਜਮਾ ਕੇ ਫਿਰ ਉਹਨੂੰ ਠੀਕ ਕਰਦੀ ਹੈ। ਇੱਦਾਂ ਹੀ ਖੂਨ ਦੀਆਂ ਨਾੜਾਂ ਦੇ ਅੰਦਰ ਹੁੰਦਾ ਕਿ ਜਦੋਂ ਵੀ ਉਹਦੇ ਅੰਦਰ ਕੋਈ ਸੱਟ ਇੰਜਰੀ ਆਏਗੀ ਤਾਂ ਕੁਦਰਤ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਲੰਬੇ ਸਮੇਂ 'ਚ ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਉਹ ਖੂਨ ਦੀ ਨਾੜੀ ਉੱਥੋਂ ਫਟ ਜਾਏਗੀ ਤਾਂ ਖੂਨ ਬਾਹਰ ਨਿਕਲੇਗਾ ਤਾਂ ਉਸ ਜੀਵ ਦੀ ਜਿਹੜੀ ਸਰਵਾਈਵਲ ਹੈ ਉਹ ਖਤਰੇ 'ਚ ਪੈ ਜਾਏਗੀ, ਉਹਦਾ ਜਿਉਣਾ ਖਤਰੇ 'ਚ ਪੈ ਜਾਏਗਾ। ਸੋ ਕੁਦਰਤ ਜਿਹੜੀ ਹੁੰਦੀ ਹੈ, ਕੁਦਰਤ ਦੀ ਸਾਰੀ ਕੰਮ ਕਰਨ ਦੀ ਵਿਧੀ ਕੀ ਹੈ? ਪ੍ਰੋ ਸਰਵਾਈਵਲ। ਇਹ ਆਪਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਕੁਦਰਤ ਜਿਹੜੀ ਵਿਧੀ ਕੰਮ ਕਰਨ ਦੀ ਹੈ ਉਹ ਕੀ ਹੈ? ਪ੍ਰੋ ਸਰਵਾਈਵਲ। ਯਾਨੀ ਕੁਦਰਤ ਇਹ ਚਾਹੁੰਦੀ ਹੈ ਕਿ ਉਸ ਜੀਵ ਨੂੰ ਜਿੰਨੇ ਸਮੇਂ ਲਈ ਮੈਂ ਬਣਾਇਆ ਹੈ
ਉਹ ਜੀਵ ਉਹਨਾਂ ਸਮਾਂ ਜੀਵੇ। ਕੁਦਰਤ ਤੁਹਾਨੂੰ ਬਿਮਾਰੀਆਂ ਲਾ ਕੇ ਮਾਰਨਾ ਨਹੀਂ ਚਾਹੁੰਦੀ। ਕੁਦਰਤ ਤੁਹਾਨੂੰ ਬਿਮਾਰੀਆਂ ਰਾਹੀਂ ਵੀ ਤੁਹਾਡੇ ਸਰਵਾਈਵਲ ਨੂੰ ਇੰਸ਼ੋਰ ਕਰਦੀ ਹੈ ਕਿ ਛੋਟੀਆਂ ਮੋਟੀਆਂ ਬਿਮਾਰੀਆਂ ਲਾ ਕੇ ਵੀ ਅਗਰ ਇਹ ਵਿਅਕਤੀ ਪੂਰਾ ਜੀਵਨ ਜਿਉ ਸਕਦਾ ਤਾਂ ਬਿਮਾਰੀਆਂ ਨਾਲ ਵੀ ਇਹਨੂੰ ਠੀਕ ਕਰੋ, ਜਾਂ ਫਿਰ ਉਹਨੂੰ ਐਜੂਕੇਟ ਕਰਦੀ ਹੈ ਵੀ ਆਹ ਨਾ ਕਰ। ਹਾਂ ਬਿਲਕੁਲ। ਸੋ ਇਸ ਕਰਕੇ ਉਹ ਪ੍ਰੀਵੈਂਸ਼ਨ ਹੋ ਗਈ, ਪਰਹੇਜ਼ ਹੋ ਗਿਆ। ਯਾਨੀ ਕਿ ਬਿਮਾਰੀ ਲੱਗਣ ਤੋਂ ਪਹਿਲਾਂ ਤੁਸੀਂ ਕੀ ਕਰ ਸਕਦੇ ਹੋ ਤੁਹਾਨੂੰ ਬਿਮਾਰੀ ਲੱਗੇ ਹੀ ਨਾ। ਫਿਰ ਛੋਟੀ ਮੋਟੀ ਬਿਮਾਰੀ ਪ੍ਰਤੀ ਤੁਸੀਂ ਕੀ ਨਜ਼ਰੀਆ ਅਪਣਾਓਗੇ। ਛੋਟੀ ਮੋਟੀ ਬਿਮਾਰੀ ਨੂੰ ਤੁਸੀਂ ਜੇ ਤਾਂ ਬਹੁਤ ਵੱਡਾ ਹਊਆ ਬਣਾ ਕੇ ਪੇਸ਼ ਕਰੋਗੇ, ਜਿਵੇਂ ਪਿਛਲੇ ਸਮੇਂ 'ਚ ਕੀਤਾ ਗਿਆ, ਤਾਂ ਤੁਸੀਂ ਇੱਕ ਬਹੁਤ ਗਲਤ ਕਿਸਮ ਦੇ ਇਲਾਜ ਕਰੋਗੇ। ਅਤੇ ਜੇ ਤੁਸੀਂ ਇਹ ਸੋਚੋਗੇ ਵੀ ਇਹ ਛੋਟੀ ਮੋਟੀ ਬਿਮਾਰੀ ਹੈ ਤਾਂ ਸਾਡੇ ਲਈ ਇੱਕ ਵਰਦਾਨ ਹੈ। ਹੁਣ ਜਿਹੜਾ ਜ਼ੁਕਾਮ ਲੱਗਣਾ ਆਪਾਂ ਬਹੁਤ ਵਾਰੀ ਗੱਲ 'ਚ ਕਰ ਚੁੱਕੇ ਹਾਂ ਕਿ ਵਰਦਾਨ ਹੈ ਸਾਡੇ ਲਈ, ਸਾਡੇ ਫੇਫੜਿਆਂ ਨੂੰ ਬਚਾਉਣ ਵਾਸਤੇ। ਉਸ ਵਰਦਾਨ ਨੂੰ ਅਸੀਂ ਜੇ ਐਵੇਂ ਸ਼ਰਾਬ ਬਣਾਈ ਜਾਵਾਂਗੇ ਧੱਕੇ ਨਾਲ, ਅਤੇ ਉਹਦੇ ਨਾਲ ਸਟਰੋਂਗ ਦਵਾਈਆਂ ਵਰਤਾਂਗੇ, ਸਟੀਰੋਇਡ, ਐਂਟੀਬਾਇਓਟਿਕ, ਆਕਸੀਜਨ, ਉਹ ਤਾਂ ਉਹ ਫਿਰ ਉਲਟਾ ਗੱਲ ਨਿਕਲ ਕੇ ਸਾਹਮਣੇ ਆ ਗਈ ਕਿ ਇਲਾਜ ਤਾਂ ਉਲਟਾ ਬਿਮਾਰੀ ਤੋਂ ਵੀ ਜ਼ਿਆਦਾ ਖਤਰਨਾਕ ਹੋ ਜਾਂਦੇ ਆ। ਤਾਂ ਉਹ ਗਲਤੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਬਿਮਾਰੀ 'ਚ। ਅਤੇ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ, ਬੀਪੀ ਅਗਰ ਵੱਧ ਗਿਆ ਹੈ ਤਾਂ ਤੁਹਾਨੂੰ ਕੁਦਰਤ ਜਿਹੜੀ ਹੈ ਉਹ ਇਸ਼ਾਰਾ ਕਰ ਰਹੀ ਹੈ ਕਿ ਤੂੰ ਬੱਚੇ ਠੀਕ ਹੋ, ਤੇਰੀਆਂ ਖੂਨ ਦੀਆਂ ਨਾੜਾਂ ਠੀਕ ਨਹੀਂ ਹੈਗੀਆਂ। ਤਾਂ ਉੱਧਰ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ। ਤਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਉਹਦਾ ਕੀ ਅਸਰ ਕੀ ਹੋਏਗਾ, ਕੀ ਸਿੰਪਟਮ ਕੀ ਨਿਕਲੇਗਾ, ਉਹਦੇ ਦੇਖੋ ਬੀਪੀ ਦਾ ਅਸਰ ਹਰ ਅੰਗ 'ਤੇ ਹੋਣਾ, ਕਿਉਂਕਿ ਬਲੱਡ ਵੈਸਲ ਜਿਹੜੀਆਂ ਨੇ ਉਹ ਹਰ ਅੰਗ ਨੂੰ ਚਾਹੀਦੀਆਂ ਨੇ। ਇਕੱਲੇ ਸੈੱਲ ਨੂੰ ਖੂਨ ਦੀ ਨਾੜੀ ਉਹਦੀ ਸਰਵਾਈਵਲ ਲਈ ਜ਼ਰੂਰੀ ਹੈ। ਉਹ ਖੂਨ ਦੀਆਂ ਨਾੜਾਂ 'ਚ ਜਿਹੜਾ ਖੂਨ ਹੈ ਉਹ ਵਗਦਾ ਹੀ ਰਹਿਣਾ ਚਾਹੀਦਾ, ਕਿਉਂਕਿ ਫਲੋ, ਬਹਾਓ ਉਹ ਜੀਵਨ ਹੈ। ਖੂਨ ਦਾ ਬਹਾਓ ਜੀਵਨ ਹੈ। ਜਿਵੇਂ ਪਾਣੀ ਦਾ ਬਹਾਓ ਬਾਹਰ ਜੀਵਨ ਹੈ, ਪਾਣੀ ਦਾ ਵਰਤਾਰਾ ਬਾਹਰ ਜੀਵਨ ਹੈ, ਸਾਡੇ ਅੰਦਰ ਉਹ ਪਾਣੀ ਦਾ ਜਿਹੜਾ ਪੈਰਲਲ ਹੈ ਉਹ ਖੂਨ ਹੈ। ਕਿ ਖੂਨ ਜਿਹੜਾ ਹੈ ਉਹ ਸਾਡੇ ਹਰ ਸੈੱਲ ਨੂੰ ਜਾ ਕੇ ਖੁਰਾਕ ਦਿੰਦਾ, ਨਰਿਸ਼ਮੈਂਟ ਦਿੰਦਾ, ਨਿਊਟ੍ਰੀਸ਼ਨ ਦਿੰਦਾ, ਨਿਊਟ੍ਰੀਐਂਟਸ ਦਿੰਦਾ, ਔਰ ਉੱਥੋਂ ਵੇਸਟ ਪ੍ਰੋਡਕਟ ਲੈ ਕੇ ਵਾਪਸ ਆਉਂਦਾ। ਸੋ ਖੂਨ ਦਾ ਕੰਮ ਕੀ ਹੈ? ਦੋ ਕੰਮ ਨੇ। ਜੋ ਸੈੱਲਾਂ ਨੂੰ ਚਾਹੀਦਾ ਉਹ ਲੈ ਕੇ ਜਾਣਾ, ਅਤੇ ਜੋ ਉੱਥੇ ਵੇਸਟ ਬਣ ਗਿਆ, ਕਿਉਂਕਿ ਜੀਵਨ ਦਾ ਇੱਕ ਰੂਲ ਹੈ, ਜੀਵਨ ਦਾ ਇੱਕ ਨਿਯਮ ਹੈ ਕਿ ਜਦੋਂ ਜੀਵਨ ਚੱਲਦਾ ਤਾਂ ਉਹਦੇ ਅੰਦਰ ਵੇਸਟ ਪ੍ਰੋਡਕਟਸ ਕ੍ਰੀਏਟ ਹੁੰਦੇ ਆ। ਕਿਤੇ ਵੀ ਕੋਈ ਜੀਵਨ ਚੱਲੇਗਾ, ਚਾਹੇ ਇੱਕ ਸੈੱਲ, ਕੁਦਰਤ ਨੇ ਇੱਕ ਸੈੱਲ ਦਾ ਪ੍ਰੋਟੋਜ਼ੋਆ ਬਣਾਇਆ, ਤਾਂ ਇੱਕ ਸੈੱਲ ਦੇ ਪ੍ਰੋਟੋਜ਼ੋਆ 'ਚ ਵੀ ਇੱਕ ਸਿਸਟਮ ਪਾਇਆ ਕਿ ਉਹਦੇ ਅੰਦਰ ਜਿਹੜਾ ਵੇਸਟ ਕ੍ਰੀਏਟ ਹੋ ਰਿਹਾ ਉਹਨੂੰ ਬਾਹਰ ਕਿਵੇਂ ਕੱਢਣਾ। ਉਹ ਸਿੰਗਲ ਸੈੱਲ ਆਰਗੇਨਿਜ਼ਮ ਹੈ। ਪ੍ਰੋਟੋਜ਼ੋਆ ਦੀ ਸਟੱਡੀ ਬੜੀ ਕਮਾਲ ਦੀ ਹੈ ਕਿ ਪ੍ਰੋਟੋਜ਼ੋਆ ਕਿਵੇਂ ਫੂਡ ਲੈਂਦਾ ਅਤੇ ਕਿਵੇਂ ਵੇਸਟ ਬਾਹਰ ਕੱਢਦਾ। ਉਹੀ ਸਾਡੇ ਅੰਦਰ ਇਕੱਲੇ ਸੈੱਲ ਦੀ ਲੋੜ ਹੈ ਕਿ ਸਾਡੇ ਸੈੱਲ ਨੂੰ ਕੁਛ ਚੀਜ਼ਾਂ ਦੀ ਜ਼ਰੂਰਤ ਹੈ ਕੰਮ ਕਰਨ ਲਈ, ਅਤੇ ਫਿਰ ਕੁਝ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਉਹਦਾ ਵੇਸਟ ਪ੍ਰੋਡਕਟ ਬਣਨਾ, ਉਹ ਵਾਪਸ ਜਾਣਾ ਹੈ ਮਿੱਟੀ ਜਿੱਥੋਂ ਉਹ ਆਇਆ। ਹਵਾ ਨੇ ਹਵਾ 'ਚ ਜਾਣਾ, ਹਵਾ ਵਾਲਿਆਂ ਨੇ ਹਵਾ 'ਚ ਜਾਣਾ, ਪਾਣੀ ਵਾਲਿਆਂ ਨੇ ਪਾਣੀ 'ਚ ਜਾਣਾ, ਮਿੱਟੀ ਵਾਲਿਆਂ ਨੇ ਮਿੱਟੀ ਜਾਣਾ, ਜਾਂਦੇ ਰਹਿੰਦੇ ਲਗਾਤਾਰ। ਸੋ ਹਵਾ, ਪਾਣੀ, ਮਿੱਟੀ ਦੇ ਜਿਹੜਾ ਅੰਸ਼ ਹੈ ਉਹ ਸਾਡੇ ਅੰਦਰ ਜਾ ਕੇ ਸਾਡੇ ਸਰੀਰਾਂ ਨੂੰ ਨਰਿਸ਼ ਕਰਦਾ। ਫਿਰ ਉਹਦੇ ਅੰਦਰ ਜਿਹੜਾ ਵੇਸਟ ਪ੍ਰੋਡਕਟ ਬਣ ਜਾਂਦਾ ਉਹਨੇ ਵਾਪਸ ਹਵਾ, ਪਾਣੀ, ਮਿੱਟੀ 'ਚ ਆ ਜਾਣਾ ਹੁੰਦਾ। ਤਾਂ ਇਹ ਕੰਮ ਕਿਹਦੇ ਰਾਹੀਂ ਹੁੰਦਾ? ਖੂਨ ਰਾਹੀਂ ਹੁੰਦਾ। ਅਤੇ ਖੂਨ ਕਿੱਥੇ ਵਗ ਰਿਹਾ? ਨਾੜਾਂ 'ਚ ਵਗ ਰਿਹਾ। ਅਤੇ ਨਾੜਾਂ ਦੀ ਸਿਹਤ ਇਸ ਕਰਕੇ ਸਾਡੇ ਸਰਵਾਈਵਲ ਲਈ ਬੇਹੱਦ ਜ਼ਰੂਰੀ ਹੈ। ਜਦੋਂ ਹੀ ਉਹ ਨਾੜਾਂ ਦੀ ਸਿਹਤ ਖਰਾਬ ਹੋਏਗੀ ਤਾਂ ਉਹਦੇ ਭਾਂਤ ਦੀਆਂ ਜਿਹੜੇ ਅਲਾਮਤਾਂ ਹੋਣਗੀਆਂ, ਜਿਹਦੇ ਬਲੱਡ ਪ੍ਰੈਸ਼ਰ ਦਾ ਵਧਣਾ ਸਿਰਫ ਉਹਦਾ ਇੱਕ ਮੈਜ਼ਰੇਬਲ ਇੰਡੀਕੇਟਰ ਹੈ। ਉਹ ਮਾਪਦੰਡ ਹੈ ਜਿਹਨੂੰ ਅਸੀਂ ਮਿਣ ਸਕਦੇ ਹਾਂ। ਖੂਨ ਦੀਆਂ ਨਾੜਾਂ ਦੇ ਅੰਦਰ ਜਾ ਕੇ ਅਸੀਂ ਅੰਦਰ ਕੁਛ ਕੇ ਤਾਂ ਨਹੀਂ ਦੇਖ ਸਕਦੇ ਨਾ ਕਿ ਗੁਰਦਿਆਂ ਨੂੰ ਕਿੰਨਾ ਨੁਕਸਾਨ ਹੋ ਰਿਹਾ, ਕਿੰਨਾ ਖੂਨ ਪਹੁੰਚ ਰਿਹਾ, ਕਿੰਨਾ ਨਹੀਂ ਪਹੁੰਚ ਰਿਹਾ, ਬ੍ਰੇਨ ਨੂੰ ਕਿੰਨਾ, ਹਾਰਟ ਨੂੰ ਕਿੰਨਾ। ਇਕੱਲੇ ਨੂੰ ਦੇਖਣਾ ਅਜੇ ਸਾਇੰਸ ਦੇ ਵੱਸਦਾ ਨਹੀਂ ਰਿਹਾ। ਕੁਛ ਸਾਇੰਸ ਨੇ ਤਰੱਕੀ ਕਰ ਲਈ ਹੈ ਇਹ ਵੀ ਦੇਖਣ ਵਾਸਤੇ, ਇੰਨੀ ਵੀ ਨਹੀਂ ਕਰ ਰਹੀ। ਹੁਣ ਗਾਮਾ ਕੈਮਰਾਜ਼ ਵਗੈਰਾ ਆ ਗਏ ਜਿਹੜੇ ਕਿ ਜਾ ਕੇ ਦੇਖ ਲੈਂਦੇ ਆ ਕਿ ਉਹਦੀ ਫੰਕਸ਼ਨਿੰਗ ਕਿੰਨੀ ਚੱਲ ਰਹੀ ਹੈ। ਲੇਕਿਨ ਬੀਪੀ ਬਹੁਤ ਸੌਖਾ ਕੰਮ ਹੈ, ਹਰ ਬੰਦਾ ਦੇਖ ਸਕਦਾ ਹੈ ਕਿ ਬੀਪੀ ਵੱਧ ਗਿਆ। ਇਹਦਾ ਮਤਲਬ ਬੀਪੀ ਵਧੇ ਦਾ ਮਤਲਬ ਸਿੱਧਾ ਜਦੋਂ ਤੁਹਾਡਾ ਬੀਪੀ ਵੱਧ ਗਿਆ ਤਾਂ ਤੁਸੀਂ ਇਹ ਸੋਚੋ ਕਿ ਤੁਹਾਡੀਆਂ ਖੂਨ ਦੀਆਂ ਨਾੜਾਂ ਦੀ ਅੰਦਰਲੀ ਸਿਹਤ ਜਿਹੜੀ ਅੰਦਰਲੀਆਂ ਝਿੱਲੀ ਦੀ ਸਿਹਤ ਜਿਹੜੀ ਹੈ ਉਹ ਖਰਾਬ ਹੋ ਗਈ। ਤਾਂ ਜਦੋਂ ਬੀਪੀ ਵਧੇ ਤਾਂ ਸਾਡਾ ਧਿਆਨ ਕਿੱਥੇ ਜਾਣਾ ਚਾਹੀਦਾ? ਆਪਣੀ ਖੂਨ ਦੀਆਂ ਨਾੜਾਂ ਦੀ ਅੰਦਰਲੀ ਝਿੱਲੀ 'ਤੇ। ਉਹਨੂੰ ਕੌਣ ਖਰਾਬ ਕਰ ਰਿਹਾ ਅਤੇ ਫਿਰ ਉਹਨੂੰ ਸਿਹਤਮੰਦ ਵਾਪਸ ਕਿਵੇਂ ਕਰਨਾ? ਜੇ ਉਹ ਖਰਾਬ ਹੋ ਗਈਆਂ ਨੇ, ਬੀਪੀ ਵੱਧ ਗਿਆ, ਅਤੇ ਫਿਰ ਉਹਨੂੰ ਹੁਣ ਠੀਕ ਕਿਵੇਂ ਕਰਨਾ? ਸੋ ਇਹ ਕੇਂਦਰ, ਸਾਡੇ ਧਿਆਨ ਦਾ ਕੇਂਦਰ ਕੀ ਹੈ ਕਿ ਮੇਰੇ ਖੂਨ ਦੀਆਂ ਨਾੜਾਂ ਦੀ ਅੰਦਰਲੀ ਝਿੱਲੀ ਪਹਿਲਾਂ ਤਾਂ ਖਰਾਬ ਹੀ ਨਾ ਹੋਵੇ, ਉਹ ਸਿਹਤਮੰਦ ਰਹੇ। ਕਿਉਂਕਿ ਸਿਹਤਮੰਦ ਰਹੇਗੀ ਤਾਂ ਉਹਦੇ ਅੰਦਰ ਪਰਮਾਤਮਾ ਨੇ ਇੰਨੀ ਜ਼ਿਆਦਾ ਸ਼ਕਤੀ ਪਾਈ ਹੈ ਸਾਫ਼ ਕਰਨ ਦੀ ਆਪਣੇ ਆਪ ਨੂੰ ਕਿ ਉਹ ਆਪਣੇ ਆਪ ਨੂੰ ਸਾਫ਼ ਰੱਖ ਲੈਂਦੀ। ਪਹਿਲੀ ਗੱਲ, ਜਿੱਥੇ ਖੂਨ ਦੀ ਨਾੜੀ ਕੋਈ ਬਲੌਕ ਹੋ ਵੀ ਗਈ ਕੁਲਵੰਤ ਜੀ, ਉਹਦੇ ਅੰਦਰ ਕੁਦਰਤ ਨੇ ਇੰਨੀ ਸ਼ਕਤੀ ਹੈ ਕਿ ਉਹ ਨਵੀਂ ਨਾੜ ਨਾਲ ਦੀ ਨਾਲ ਕ੍ਰੀਏਟ ਕਰ ਲੈਂਦੀ ਹੈ, ਨਵੀਂ ਨਾੜ ਕ੍ਰੀਏਟ ਕਰ ਲੈਂਦੀ। ਬਿਲਕੁਲ ਇੱਕ ਇਹ ਨਹੀਂ ਵੀ ਬਲੱਡ ਵੈਸਲ ਜਿੰਨੀਆਂ ਬਣ ਗਈਆਂ ਨੇ ਬਚਪਨ 'ਚ ਬਣ ਗਈਆਂ ਉਨੀਆਂ ਬਣੀਆਂ ਰਹਿਣਗੀਆਂ, ਜਾਂ ਜਵਾਨ ਹੁਣ ਤੱਕ ਜਿੰਨੀਆਂ ਬਣ ਗਈਆਂ ਉਨੀਆਂ ਰਹਿਣੀਆਂ ਨੇ, ਇਹ ਨਹੀਂ ਹੈ। ਨਵੀਆਂ ਨਾੜਾਂ ਕ੍ਰੀਏਟ ਕਰ ਲੈਂਦੀ ਹੈ ਕੁਦਰਤ ਦੇ ਅੰਦਰ, ਇੱਕ ਸ਼ਕਤੀ ਹੈ। ਹਾਂ, ਉਹਨੂੰ ਐਂਜੀਓਜੈਨੇਸਿਸ ਕਹਿੰਦੇ ਆ। ਐਂਜੀਓਜੈਨੇਸਿਸ
ਐਂਜੀਓਜੈਨੇਸਿਸ ਦਾ ਮਤਲਬ ਹੁੰਦਾ ਕਿ ਮਰਨ ਤੱਕ ਸਰੀਰ ਦੇ ਵਿੱਚ ਸ਼ਕਤੀ ਹੈ ਕਿ ਜੇ ਕੋਈ ਨਾੜ ਬਲੌਕ ਹੋ ਗਈ ਹੈ, ਉਸ ਥਾਂ ਤੇ ਨਹੀਂ ਪਹੁੰਚ ਰਹੀ, ਤਾਂ ਕੁਦਰਤ ਨੇ ਨਵੀਂ ਨਾੜ ਕ੍ਰੀਏਟ ਕਰ ਲੈਣੀ ਹੈ। ਰਾਦਰ ਬਲੌਕ ਹੋਣ ਤੋਂ ਪੂਰਾ ਬਲੌਕ ਹੋਣ ਤੋਂ ਪਹਿਲਾਂ ਹੀ ਜੇ ਉੱਥੇ ਮਤਲਬ 40-50% ਨਾੜਾਂ ਉੱਥੋਂ ਦੀਆਂ ਬਲੌਕ ਹੋ ਰਹੀਆਂ ਨੇ, ਤਾਂ ਕੁਦਰਤ ਨਾਲ ਦੀ ਨਾਲ ਉਹਦਾ ਬਾਈਪਾਸ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਡਾਕਟਰ ਦਾ ਬਾਈਪਾਸ ਨਕਲੀ ਬਣਾਉਂਦੇ ਆ ਨਾ, ਉੱਥੋਂ ਨਾੜਾਂ ਲੈ ਕੇ ਕੁਦਰਤ ਆਪਣੇ ਆਪ ਬਾਈਪਾਸ ਬਣਾ ਲੈਂਦੀ ਹੈ। ਸੋ ਹਰ ਅੰਗ ਦੇ ਵਿੱਚ ਉਹ ਬਾਈਪਾਸ ਬਣਾਉਣ ਦੀ ਉਹਦੇ ਅੰਦਰ ਸਮਰੱਥਾ ਹੈ। ਸੋ ਉਹ ਜਿਹੜੀ ਐਂਜੀਓਜੈਨੇਸਿਸ ਹੈ, ਉਹ ਐਂਜੀਓਜੈਨੇਸਿਸ ਵਾਲੇ ਫੂਡਸ ਕਿਹੜੇ ਨੇ, ਜਾਂ ਐਂਜੀਓਜੈਨੇਸਿਸ ਵਾਲਾ ਲਾਈਫ ਸਟਾਈਲ ਕਿਹੜਾ ਉਹ ਸਾਰਾ ਕੁਛ। ਸੋ ਇਹ ਬੜਾ ਕਮਾਲ ਦਾ ਵਰਤਾਰਾ ਜਿਹੜਾ ਕਿ ਬਹੁਤ ਹੀ ਧਿਆਨਪੂਰਵਕ ਸਮਝਣਾ ਚਾਹੀਦਾ ਤੇ ਬੀਪੀ ਨੂੰ ਲੈਣਾ ਚਾਹੀਦਾ। ਬੀਪੀ ਚੈੱਕ ਕਰਨਾ ਬਹੁਤ ਵਧੀਆ ਗੱਲ ਹੈ ਕਿ ਬੀਪੀ ਚੈੱਕ ਕਰਦੇ ਰਹੀਏ ਆਪਾਂ, ਤਾਂ ਆਪਾਂ ਨੂੰ ਇੱਕ ਇਸ਼ਾਰਾ ਮਿਲ ਜਾਂਦਾ ਕਿ ਭਾਈ ਗੜਬੜ ਹੈ। ਜਿਸ ਤਰ੍ਹਾਂ ਬੀਪੀ ਵੱਧ ਰਿਹਾ ਤਾਂ ਗੜਬੜ ਹੈ, ਤਾਂ ਉਹਦੇ ਹਰ ਅੰਗ ਦੇ ਅੱਡ ਸਾਈਨ ਹੋਣਗੇ। ਜੇ ਬੀਪੀ ਤੁਹਾਡਾ ਵੱਧਦਾ ਰਿਹਾ ਤਾਂ ਇਹਦਾ ਮਤਲਬ ਤੁਹਾਡੀਆਂ ਨਾੜਾਂ ਅੰਦਰੋਂ ਜਿਹੜੀਆਂ ਨੇ ਉਹ ਡੈਮੇਜ ਹੋ ਰਹੀਆਂ ਨੇ, ਅਤੇ ਉਹਦਾ ਲਿਊਮਨ ਜਿਹੜਾ ਉਹ ਘਟ ਰਿਹਾ, ਪੀੜਾ ਹੋ ਰਿਹਾ। ਹੁਣ ਜੇ ਬ੍ਰੇਨ 'ਚ ਜਾਏਗਾ, ਬ੍ਰੇਨ 'ਚ ਕੀ ਹੋਏਗਾ ਕਿ ਤੁਹਾਡੀ ਜਿਹੜੀ ਹੈ ਯਾਦ ਸ਼ਕਤੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਏਗੀ। ਹਾਂ, ਡਿਪਰੈਸ਼ਨ ਟਾਈਪ ਸਿੰਪਟਮ ਆਉਣਗੇ, ਜਾਂ ਥੋੜ੍ਹਾ ਮਾਈਂਡ ਅਲਰਟਨੈਸ ਨਹੀਂ ਰਹੇਗੀ ਉਨੀ। ਮਾਈਗ੍ਰੇਨ ਦੇ ਕੀ ਰੀਜ਼ਨ ਡਿਫਰੈਂਟ ਹੋ ਸਕਦੇ ਆ, ਲੇਕਿਨ ਅਲਰਟਨੈਸ ਨਹੀਂ ਰਹੇਗੀ। ਹਾਂ, ਅੱਖਾਂ ਦੇ ਵਿੱਚ ਅੱਖਾਂ ਦੀਆਂ ਨਾੜਾਂ ਅਗਰ ਕਮਜ਼ੋਰ ਹੋਣਗੀਆਂ ਤਾਂ ਅੱਖਾਂ ਦੀ ਨਿਗਾਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਏਗੀ। ਗੁਰਦੇ ਦੇ ਅੰਦਰ ਅਗਰ ਨਾੜਾਂ ਕਮਜ਼ੋਰ ਹੋਣਗੀਆਂ ਤਾਂ ਗੁਰਦੇ ਦੇ ਅੰਦਰ ਵੀ ਕਮਜ਼ੋਰੀ ਹੋਣੀ, ਉਹਦਾ ਫੰਕਸ਼ਨਿੰਗ ਡਿਸਟਰਬ ਹੋਣ ਲੱਗ ਜਾਏ। ਹਾਰਟ ਸਭ ਤੋਂ ਪਹਿਲਾਂ ਮਾਰਚ ਆ ਜਾਂਦਾ, ਹਾਰਟ ਅਟੈਕ ਵੀ ਇਹੀ ਹੈ। ਹਾਰਟ ਅਟੈਕ ਤਾਂ ਇਹੀ ਹੈ ਕਿ ਹਾਰਟ ਨੂੰ ਖੂਨ ਦੇਣ ਵਾਲੇ, ਹਾਰਟ ਦੇ ਮਸਲ ਨੂੰ ਖੂਨ ਦੇਣ ਵਾਲੀਆਂ ਜਿਹੜੀਆਂ ਨਾੜਾਂ ਨੇ ਉਹ ਅੰਦਰੋਂ ਪੀੜੀਆਂ ਹੋ ਗਈਆਂ। ਉਹਦਾ ਮਤਲਬ ਜਦੋਂ ਕੋਈ ਪਰਟੀਕੁਲਰ ਏਰੀਆ ਦੀ ਨਾੜ ਬਲੌਕ ਹੋ ਜਾਂਦੀ ਤਾਂ ਉਹਨੂੰ ਅਸੀਂ ਹਾਰਟ ਅਟੈਕ ਹੋ ਗਿਆ। ਬਲੱਡ ਪ੍ਰੈਸ਼ਰ ਦਾ ਸਭ ਦੰਦ ਕਿਉਂ ਨਹੀਂ ਪਿਆ? ਦੰਦਾਂ ਨੂੰ ਤਾਂ ਅੰਦਰੋਂ ਬਲੱਡ ਸਪਲਾਈ ਚਾਹੀਦੀ ਹੈ। ਦੰਦ ਬਾਹਰ ਦੇਖਣ ਨੂੰ ਜਿੰਨੇ ਕੁ ਦੰਦ ਬਾਹਰ ਦਿਖ ਰਹੇ ਆ, ਇਸ ਤੋਂ 6 ਗੁਣਾ ਦੰਦ ਅੰਦਰ ਹੈ। ਅੰਦਰ ਜਾ ਕੇ ਪੂਰੇ ਅੰਦਰ ਸਾਡੀਆਂ ਖੂਨ ਦੀਆਂ ਨਾੜਾਂ ਨਾਲ ਕਨੈਕਟਡ ਨੇ ਉਹ, ਅਤੇ ਦੰਦ ਵੀ ਨਵਾਂ ਬਣਦਾ ਰਹਿੰਦਾ। ਦੰਦ ਉਹੀ ਥੋੜ੍ਹਾ ਰਹਿੰਦੇ ਆ। ਬੱਚੇ ਦੇ ਦੰਦ ਤਾਂ ਇੱਕ ਵਾਰੀ ਟੁੱਟਦੇ ਹੀ ਨਹੀਂ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ 5 ਸਾਲ ਦੇ ਜਾ ਕੇ ਬੱਚੇ ਦੇ ਦੰਦ ਟੁੱਟਦੇ ਆ ਇੱਕ ਵਾਰੀ, ਦੁਧੀਆ ਦੰਦ। ਲੇਕਿਨ ਉਸ ਤੋਂ ਬਾਅਦ ਵੀ ਦੰਦ ਜਿਹੜੇ ਨੇ ਉਹ ਉੱਪਰੋਂ ਘਸਦੇ ਰਹਿੰਦੇ ਆ, ਥੱਲੇ ਨਵੇਂ ਬਣਦੇ ਰਹਿੰਦੇ ਆ। ਉਹ ਥੱਲੇ ਨਵੇਂ ਕਿਹਦੇ ਸਿਰ 'ਤੇ ਬਣਦੇ ਆ? ਉਹ ਖੂਨ ਦੀਆਂ ਨਾੜਾਂ ਦੇ ਸਿਰ 'ਤੇ। ਅਤੇ ਜੇ ਆਪਾਂ ਜੇ ਦੰਦਾਂ ਦੀ ਬਲੱਡ ਸਪਲਾਈ ਤੁਸੀਂ ਠੀਕ ਰੱਖੋਗੇ ਤਾਂ ਤੁਹਾਡੇ ਦੰਦ ਵੀ ਠੀਕ ਰਹਿਣਗੇ। ਮੰਨ ਲਓ ਤੁਸੀਂ ਦੰਦਾਂ ਦੀ ਤੁਹਾਡੀ ਬਲੱਡ ਸਪਲਾਈ ਠੀਕ ਨਹੀਂ ਰਹੂਗੀ ਤਾਂ ਦੰਦ ਭੁਰਨੇ ਸ਼ੁਰੂ ਹੋ ਜਾਣਗੇ, ਗਿਰਨੇ ਸ਼ੁਰੂ ਹੋ ਜਾਣਗੇ, ਜਾਂ ਉਹਨੂੰ ਕੀੜਾ ਲੱਗਣਾ ਸ਼ੁਰੂ ਹੋ ਜਾਏਗਾ। ਜੇ ਤੁਸੀਂ ਦੰਦਾਂ ਦੀ ਹੈਲਥ ਵਧੀਆ ਤਾਂ ਉਹ ਤੁਹਾਡਾ ਲੰਬਾ ਸਮਾਂ ਸਾਥ ਦੇਣਗੇ। ਅਤੇ ਹੁਣ ਤਾਂ ਇਹ ਵੀ ਕਹਿਣ ਲੱਗੇ ਵੀ ਦੰਦਾਂ ਦੀ ਹੈਲਥ ਲਈ ਵੀ ਜਿਹੜੇ ਮੂੰਹ ਦੇ ਮਸਲਸ ਨੇ, ਤੁਹਾਡੇ ਜਵਾੜੇ ਦੇ ਮਸਲਸ ਨੇ, ਉਹਨਾਂ ਨੂੰ ਸਟਰੋਂਗ ਕਰੋ, ਕਿਉਂਕਿ ਜਵਾੜੇ ਦੇ ਮਸਲ ਸਟਰੋਂਗ ਹੋਣਗੇ, ਉੱਥੋਂ ਦੀ ਹੱਡੀ ਸਟਰੋਂਗ ਹੋਊਗੀ ਤਾਂ ਉਹਦੀ ਬਲੱਡ ਸਪਲਾਈ ਵਧੀਆ ਰਹੇਗੀ। ਜੇ ਬਲੱਡ ਸਪਲਾਈ ਵਧੀਆ ਰਹੇਗੀ ਤਾਂ ਉਹ ਦੰਦ ਤੁਹਾਡੇ ਲੰਬਾ ਸਮਾਂ ਸਾਥ ਦੇਣਗੇ। ਸੋ ਹਰ ਅੰਗ 'ਤੇ ਆਪਾਂ ਕੋਈ ਅੰਗ ਇਹੋ ਜਿਹਾ ਜੇ ਤੁਹਾਡੇ ਪੱਠਿਆਂ ਦੀ ਲੱਤਾਂ ਦੀ ਨਾੜਾਂ ਦੀ ਭੀੜੀਆਂ ਹੋਣ ਲੱਗ ਗਈਆਂ, ਤੁਹਾਡਾ ਥਕਾਵਟ ਹੋਣ ਲੱਗ ਜਾਏਗੀ, ਲੱਤਾਂ ਦੁਖਣ ਲੱਗ ਜਾਣਗੀਆਂ। ਨੇ ਵੈਰੀਕੋਸ ਵੇਨਸ ਡਿਫਰੈਂਟ ਚੀਜ਼ ਹੋ ਗਈ। ਵੈਰੀਕੋਸ ਤਾਂ ਵੇਨਸ ਦੀ ਹੋ ਗਈ ਨਾ ਇਕੱਲੀ, ਜਿੱਥੇ ਵੇਨਸ ਦੇ ਵੈਲਵ ਖਰਾਬ ਜਾਂਦੇ ਆ ਉਹ ਵੈਰੀਕੋਸ ਵੇਨਸ ਨੇ। ਉਹਦੇ ਵੈਲਵ, ਕਿਉਂਕਿ ਜਦੋਂ ਐਂਟੀ ਗ੍ਰੈਵਿਟੀ ਬਲੱਡ ਆਉਣਾ ਹੁੰਦਾ ਤਾਂ ਉਹਦੇ ਅੰਦਰ ਵੈਲਵ ਲੱਗੇ ਹੁੰਦੇ ਆ, ਯਾਨੀ ਕਿ ਬਲੱਡ ਉੱਪਰ ਨੂੰ ਤਾਂ ਫਲੋ ਕਰ ਸਕਦਾ, ਥੱਲੇ ਨੂੰ ਵਾਪਸ ਨਹੀਂ ਜਾ ਸਕਦਾ। ਲੇਕਿਨ ਉਹ ਕਿਉਂਕਿ ਨਾੜਾਂ ਇੰਨੀਆਂ ਨਰਮ ਹੁੰਦੀਆਂ ਨੇ ਕਿ ਉਹਨਾਂ ਦੇ ਵੈਲਵ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਕਈ ਵਾਰੀ, ਤਾਂ ਉਹ ਜਦੋਂ ਵੈਲਵ ਖਰਾਬ ਹੋ ਜਾਂਦੇ ਆ ਤਾਂ ਉਹ ਫਿਰ ਵੈਰੀਕੋਸ ਵੇਨਸ ਬਣ ਜਾਂਦਾ। ਇਸ ਤਰ੍ਹਾਂ ਮਤਲਬ ਇਰੈਕਟਾਈਲ ਡਿਸਫੰਕਸ਼ਨ ਹੈ, ਜਿਹੜਾ ਸਭ ਤੋਂ ਸੈਂਸਿਟਿਵ ਮੇਲ ਆਰਗਨ ਦਾ ਬਹੁਤ ਸੈਂਸਿਟਿਵ ਪਾਰਟ ਹੈ ਇਰੈਕਟਾਈਲ ਡਿਸਫੰਕਸ਼ਨ। ਉਹਦੇ 'ਚ ਵੀ ਇਹੀ ਹੁੰਦਾ ਕਿ ਤੁਹਾਡੇ ਅੰਗ ਦੀਆਂ, ਤੁਹਾਡੇ ਪੈਨਸ ਦੀਆਂ ਜਿਹੜੀਆਂ ਨਾੜਾਂ ਨੇ ਉਹਦੇ ਅੰਦਰ ਖੂਨ ਪੂਰਾ ਨਹੀਂ ਜਾ ਰਿਹਾ, ਕਿਉਂਕਿ ਉਹ ਖੂਨ ਦਾ ਖੇਲ ਹੈ ਸਾਰਾ। ਜਿਹੜੀ ਪੈਨਸ ਦੀ ਇਰੈਕਸ਼ਨ ਹੈ, ਜਿਹੜੀ ਸੈਕਸੁਅਲ ਮੇਲ ਦੀ, ਉਹ ਸਾਰਾ ਖੂਨ ਦਾ ਖੇਲ ਹੈ। ਕਿ ਤੁਹਾਡੀਆਂ ਅਗਰ ਤੁਹਾਡੇ ਪੈਨਸ 'ਚ ਖੂਨ ਅਗਰ ਰਸ਼ ਨਹੀਂ ਕਰਦਾ ਉਸ ਵੇਲੇ, ਤਾਂ ਉਹ ਰਸ਼ਿੰਗ ਆਫ ਖੂਨ ਦੇ ਸਿਰ 'ਤੇ ਸਾਰਾ ਸੈਕਸ ਹੁੰਦਾ। ਤਾਂ ਉਹ ਜੋ ਰਸ਼ਿੰਗ ਨਹੀਂ ਕਰੇਗਾ, ਤਾਂ ਰਸ਼ਿੰਗ ਨਾ ਕਰਨ ਦੇ ਕਾਰਨ ਕੀ ਨੇ? ਤੁਸੀਂ ਦੇਖੋਗੇ ਕਿ 40 ਤੋਂ ਉੱਪਰ ਜਾ ਕੇ ਬੰਦੇ ਦਾ ਸੈਕਸ ਵੀਕ ਹੋ ਜਾਂਦਾ। ਉਹ ਇਸੇ ਕਰਕੇ ਹੋ ਜਾਂਦਾ ਕਿ ਅਸੀਂ ਧਿਆਨ ਨਹੀਂ ਕਰਦੇ, ਅਤੇ ਉਹ ਜਿਹੜੀ ਗੱਲ ਜਗ੍ਹਾ 70 ਸਾਲ 'ਚ ਹੋਣੀ ਚਾਹੀਦੀ ਸੀ ਉਹ 40 ਸਾਲ 'ਤੇ ਹੋ ਜਾਂਦੀ ਹੈ। ਹੌਲੀ ਹੌਲੀ ਹਰ ਸੈਕਸ ਹਾਰਮੋਨਸ ਨਾਲ ਵੀ ਜੁੜਿਆ ਹੋਇਆ, ਹਾਰਮੋਨਸ ਵੀ ਉਹਦਾ ਇੱਕ ਫੈਕਟਰ ਨੇ, ਲੇਕਿਨ ਬਲੱਡ ਸਪਲਾਈ ਜਿਹੜੀ ਪੈਨਸ ਦੀ ਬਲੱਡ ਸਪਲਾਈ ਉਹਦੇ ਨਾਲ ਵੀ ਜੁੜਿਆ ਹੋਇਆ। ਸੋ ਇਸ ਕਰਕੇ ਜਿਹੜੀ ਚੀਜ਼ ਬਲੱਡ ਪ੍ਰੈਸ਼ਰ ਦੀ ਸ਼ਕਲ 'ਚ ਬਾਹਰ ਦਿਖ ਰਹੀ ਹੈ, ਉਸ ਮਸ਼ੀਨ 'ਚ ਆ ਰਹੀ ਹੈ, ਉਹ ਅੰਦਰ ਹਰ ਅੰਗ ਨੂੰ ਅਫੈਕਟ ਕਰ ਰਹੀ ਹੈ। ਸੇਕ ਵੀ ਨਿਕਲਣ ਲੱਗ ਜਾਂਦਾ, ਸਿਰ ਵੀ ਦੁਖਣ ਲੱਗ ਜਾਂਦਾ, ਇਸ ਤਰ੍ਹਾਂ ਦੀ ਉਹਨਾਂ ਚੀਜ਼ਾਂ ਦੇ ਹੋਰ ਕਾਰਨ ਵੀ ਹੋ ਸਕਦੇ ਆ। ਉਹ ਇਕੱਲੇ ਆਪਾਂ ਸੇਕ ਵਾਲੀ ਗੱਲ ਨੂੰ ਇਕੱਲਾ ਬਲੱਡ ਜਾਂ ਬੀਪੀ ਦਾ ਇੱਕ ਸਿੰਪਟਮ ਹੋ ਸਕਦਾ ਬਿਲਕੁਲ। ਜੇ ਬੀਪੀ ਜ਼ਿਆਦਾ ਹੈ, ਤੁਹਾਡਾ ਬੀਪੀ ਵੱਧ ਰਿਹਾ, ਤਾਂ ਬੀਪੀ ਵਧਣ ਦਾ ਦੂਜਾ ਵੀ ਹੁੰਦਾ ਨਾ ਕਿ ਬੀਪੀ ਜਦੋਂ ਵੱਧਦਾ ਤਾਂ ਜਿਹੜੀਆਂ ਖੂਨ ਦੀਆਂ ਨਾੜਾਂ ਨੇ ਉਹਦੇ ਅੰਦਰ ਹਾਰਡਨੈਸ ਜਦੋਂ ਆਉਂਦੀ ਹੈ, ਤਾਂ ਉਹ ਹਾਰਡਨੈਸ ਕਿਤੇ ਨਾ ਕਿਤੇ ਤੁਹਾਡੇ ਨਰਵਸ ਦੇ ਉੱਪਰ ਪ੍ਰੈਸ ਵੀ ਤਾਂ ਕਰਦੀ ਹੈ ਨਾ ਆਸੇ ਪਾਸੇ। ਸੋ ਉਹਦਾ ਜਿਹੜਾ ਇਫੈਕਟ ਉਹ ਆਉਣਾ ਸ਼ੁਰੂ ਹੋ ਜਾਂਦਾ।
ਕਿ ਤੁਹਾਡਾ ਜਿਹੜਾ ਕੁਛ ਨਾ ਕੁਛ ਜਿਹੜੀ ਫੀਲਿੰਗ ਹੈ ਤੁਹਾਨੂੰ ਹੈਵੀ ਹੈਡਡਨੈਸ ਦੀ, ਟਾਈਟਨੈਸ ਦੀ, ਸਿਰ ਦੁਖਦਾ ਹੈ, ਇੱਦਾਂ ਦੀਆਂ ਅਲਾਮਤਾਂ ਜਿਹੜੀਆਂ ਨੇ, ਜਾਂ ਕਲਾਊਡੀਨੈਸ ਹੈ। ਕਲਾਊਡੀਨੈਸ ਮਤਲਬ ਕਿ ਤੁਹਾਨੂੰ ਧੁੰਦਲਾ ਦਿਖਣਾ ਨਹੀਂ, ਧੁੰਦਲਾ ਸੋਚਣ 'ਚ ਜਿਹੜੀ ਹੈ ਤੁਹਾਨੂੰ ਐਂ ਲੱਗੂ ਜਿਵੇਂ ਤੁਸੀਂ ਸੁਪਨੇ 'ਚ ਫਿਰ ਰਹੇ ਹੋ, ਤੁਸੀਂ ਰਿਐਲਿਟੀ ਦੇ ਟੱਚ ਨਹੀਂ ਹੋ। ਤੁਸੀਂ ਬੰਦੇ ਨਾਲ ਗੱਲ ਕਰ ਰਹੇ ਹੋ, ਬੰਦਾ ਉਹ ਐਂ ਗੱਲ ਕਰ ਰਿਹਾ ਵੀ ਜਿਵੇਂ ਕਿਤੇ ਮਤਲਬ ਗੁਆਚਿਆ ਜਾਂਦਾ। ਇਹੋ ਜਿਹੀਆਂ ਅਲਾਮਤਾਂ ਵੀ ਹੁੰਦੀਆਂ ਨੇ। ਅਤੇ ਉਸ ਤੋਂ ਸਵੀਰ ਅਲਾਮਤਾਂ ਬਹੁਤ ਹੋ ਜਾਂਦੀਆਂ ਨੇ, ਫਿਰ ਬਲੀਡਿੰਗ ਹੋ ਜਾਂਦੀ ਹੈ, ਬਹੁਤ ਹੈਵੀ ਬਹੁਤ BP ਬਹੁਤ ਜ਼ਿਆਦਾ ਰਾਈਜ਼ ਕਰ ਜਾਵੇ ਤਾਂ ਜਿਹੜਾ ਕੁਛ ਵੀਕ ਪੁਆਇੰਟਸ ਨੇ, ਜਿਵੇਂ ਨੱਕ 'ਚੋਂ ਬਲੀਡਿੰਗ ਹੋ ਜਾਂਦੀ ਹੈ। ਨੱਕ ਇੱਕ ਬੜਾ ਉਹ ਪੁਆਇੰਟ ਹੈ ਜਿੱਥੇ ਨੱਕ ਦੀਆਂ ਛੋਟੇ ਛੋਟੇ ਬਲੱਡ ਵੈਸਲਸ ਬਹੁਤ ਉੱਪਰ ਹੀ ਪਈਆਂ ਹੁੰਦੀਆਂ ਨੇ। ਉਹ ਅਸੀਂ ਬਹੁਤੀ ਵਾਰੀ ਹਵਾ ਕਰਕੇ ਉਹ ਜਦੋਂ ਸੁੱਕੀ ਹਵਾ ਹੁੰਦੀ, ਖੁਸ਼ਕ ਹਵਾ ਹੁੰਦੀ, ਤਾਂ ਅਸੀਂ ਕਿਤੇ ਉਂਗਲ ਨਾਲ ਛਿੱਲਿਆ ਗਿਆ ਉਹ ਪਾਰਟ, ਉੱਥੋਂ ਜੇ BP ਜ਼ਿਆਦਾ ਤਾਂ ਬਲੀਡਿੰਗ ਸ਼ੁਰੂ ਹੋ ਜਾਏਗੀ। ਸੋ ਇਸ ਤਰ੍ਹਾਂ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਇਵਨ ਬ੍ਰੇਨ 'ਚ ਬਲੀਡ ਕਰ ਸਕਦਾ ਬੰਦਾ। ਬ੍ਰੇਨ ਦੀ ਬਲੱਡ ਵੈਸਲ ਕੋ ਨਿੱਕੀਆਂ ਖੂਨ ਦੀਆਂ ਨਾੜਾਂ ਨੇ, ਜਦੋਂ ਖੂਨ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਜਾਂਦਾ ਤਾਂ ਉਹ ਕਈ ਵਾਰੀ ਨਾੜ ਫਟ ਜਾਂਦੀ ਹੈ ਉੱਥੋਂ, ਕਿਉਂਕਿ ਪਹਿਲਾਂ ਨਾੜ ਵੀਕ ਵੀ ਹੈ, ਫਿਰ ਪ੍ਰੈਸ਼ਰ ਵੀ ਵੱਧ ਗਿਆ। ਹੁਣ ਪ੍ਰੈਸ਼ਰ ਤਾਂ ਕੁਦਰਤ ਨੇ ਵਧਾਇਆ ਇਸ ਕਰਕੇ ਕਿ ਉਸ ਥਾਂ 'ਤੇ ਖੂਨ ਪਹੁੰਚ ਨਹੀਂ ਸੀ ਰਿਹਾ, ਲੇਕਿਨ ਉਹ ਪ੍ਰੈਸ਼ਰ ਨੇ ਕੀ ਕੀਤਾ, ਉੱਦਾਂ ਹੀ ਹੈ ਜਿੱਦਾਂ ਮੰਨ ਲਓ ਕਿਸੇ ਖਾਲੇ 'ਚ ਪਾਣੀ ਬਹੁਤ ਤੇਜ਼ੀ ਨਾਲ ਆ ਜਾਵੇ ਅਤੇ ਉਹਦੀ ਕਿਨਾਰੀ ਜਿਹੜੀ ਉਹ ਕਮਜ਼ੋਰ ਹੋਵੇ ਤਾਂ ਟੁੱਟ ਜਾਏਗਾ, ਉਹ ਤਾਂ ਬਲੀਡਿੰਗ ਹੋ ਜਾਂਦੀ ਹੈ। ਬ੍ਰੇਨ 'ਚ ਬਲੀਡਿੰਗ ਹੋ ਗਈ ਤਾਂ ਪੈਰਾਲਿਸਿਸ ਹੋ ਜਾਏਗਾ। ਕਿਸੇ ਹੋਰ ਥਾਂ 'ਤੇ ਵੀ ਬਲੀਡਿੰਗ ਵੀ ਹੋ ਸਕਦੀ ਹੈ, ਇੰਟਰਨਲ ਆਰਗਨ 'ਚ ਵੀ ਬਲੀਡਿੰਗ ਹੋ ਸਕਦੀ ਹੈ। ਤਾਂ ਉੱਥੋਂ ਇਹ ਸਾਰੀਆਂ ਅਲਾਮਤਾਂ ਕਿਤੇ ਨਾ ਕਿਤੇ ਜਿਹੜੀਆਂ ਨੇ BP ਦੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਲੋਕਾਂ ਦੇ ਮੈਂ ਦੇਖਿਆ ਹੈਗਾ ਕਿ ਨਾੜਾਂ ਜਿਹੜੀਆਂ ਨੇ ਉੱਪਰ ਦੇਖਣ ਨੂੰ ਫੁੱਲੀਆਂ ਹੁੰਦੀਆਂ ਨੇ, ਕਾਫੀ ਫੁੱਲ ਜਾਂਦੀਆਂ ਨਾੜਾਂ ਦੇ, ਬਹੁਤ ਸਾਰੇ ਦੇਖਿਆ ਫੁੱਲੀਆਂ ਹੁੰਦੀਆਂ ਨੇ ਬੋਡੀ ਦੇ ਅੰਦਰ, ਨਾੜਾਂ ਫੁੱਲੀਆਂ, ਉਹ ਵੀ ਕਿਤੇ ਬਲੋਕੇਜ ਦੀ ਨਿਸ਼ਾਨੀ ਹੁੰਦੀ ਹੈ? ਬਲੋਕੇਜ ਉਸ ਸੈਂਸ 'ਚ ਨਹੀਂ ਹੈ, ਉਹ ਫੁੱਲੀਆਂ ਨਹੀਂ ਹੋਣਗੀਆਂ। ਉਹ ਜੇ ਆਪਾਂ ਜਿਹੜੀ ਆਪਾਂ ਬਲੋਕੇਜ ਦੀ ਗੱਲ ਕਰ ਰਹੇ ਹਾਂ, ਬਲੋਕੇਜ ਆਰਟਰੀ 'ਚ ਹੁੰਦੀ ਹੈ, ਯਾਨੀ ਕਿ ਜਿਹੜਾ ਖੂਨ ਲੈ ਕੇ ਜਾ ਰਹੀਆਂ ਨੇ। ਵੇਨ 'ਚ ਆਮ ਤੌਰ 'ਤੇ ਬਲੋਕੇਜ ਨਹੀਂ ਹੁੰਦੀ, ਵੇਨਸ ਤੱਕ ਪ੍ਰੈਸ਼ਰ ਪਹੁੰਚਦਾ ਹੀ ਨਹੀਂ ਹੈ। ਵੇਨ ਤੇ ਜਿਹੜੀਆਂ ਆਰਟਰੀਜ਼, ਦੋਨਾਂ 'ਚ ਫਰਕ ਵੀ ਥੋੜ੍ਹਾ ਸਮਝਾ ਦਿਓ। ਆਰਟਰੀਜ਼ ਉਹ ਨੇ ਜਿਹੜੀਆਂ ਖੂਨ ਲੈ ਕੇ ਜਾ ਰਹੀਆਂ ਨੇ ਸੈੱਲਾਂ ਤੱਕ, ਵੇਨਸ ਉਹ ਨੇ ਜਿਹੜੀਆਂ ਖੂਨ ਵਾਪਸ ਲਿਆ ਰਹੀਆਂ ਨੇ। ਉਹ ਨੀਲਾ ਹੁੰਦਾ ਖੂਨ, ਨੀਲੀ ਤੁਹਾਡੇ ਹੱਥ ਨਹੀਂ ਦਿਖਦੀਆਂ, ਨੀਲੀਆਂ ਨਾੜਾਂ ਦਿਖਦੀਆਂ, ਇਹ ਵੇਨਸ ਨੇ, ਇਹ ਆਰਟਰੀਜ਼ ਇਹ ਵਾਪਸ ਲੈ ਕੇ ਜਾ ਰਹੀਆਂ। ਗੰਦਾ ਖੂਨ ਹੈ ਨਾ, ਤਾਂ ਹੀ ਨੀਲਾ ਖੂਨ ਹੈ ਇਹ, ਨਹੀਂ ਤਾਂ ਖੂਨ ਲਾਲ ਹੁੰਦਾ। ਜਿਹੜਾ ਤੁਹਾਡੇ ਰੈਡਨੈਸ ਹੈ ਉਹ ਆਰਟਰੀਜ਼ ਕਰਕੇ ਹੈ। ਅਤੇ ਜਦੋਂ ਉਸ ਤੋਂ ਜਦੋਂ ਵਾਪਸ ਖੂਨ ਤੁਰਦਾ ਤਾਂ ਉਹਦਾ ਮਤਲਬ ਉੱਥੇ ਉਹਦੇ ਅੰਦਰ ਜਿਹੜਾ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਕਰਕੇ, ਆਕਸੀਜਨ ਘੱਟ ਹੋਣ ਕਰਕੇ ਉਹ ਨੀਲਾ ਹੋ ਜਾਂਦਾ ਖੂਨ। ਖੂਨ ਲੈ ਕੇ ਜਾਣ ਵਾਲੀਆਂ ਨਾੜਾਂ ਵੱਖਰੀਆਂ ਨੇ ਅਤੇ ਵਾਪਸ ਲੈ ਆਉਣ ਵਾਲੀਆਂ ਵੱਖਰੀਆਂ ਨੇ। ਪੂਰਾ ਨੈਟਵਰਕ ਹੀ ਵੱਖਰਾ ਹੈ। ਲੈ ਕੇ ਜਾਣ ਵਾਲੀਆਂ ਨਾੜਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਆਰਟਰੀਜ਼, ਫਿਰ ਆਰਟਰੀਓਲਸ ਮੀਨ ਛੋਟੀਆਂ ਆਰਟਰੀਜ਼, ਫਿਰ ਅੱਗੇ ਕੈਪਿਲਰੀਜ਼ ਉਹ ਜਿਹੜੀਆਂ ਉਹਦੇ ਆਲੇ ਦੁਆਲੇ ਸੈੱਲਾਂ ਦੇ ਆਲੇ ਦੁਆਲੇ ਪੂਰਾ ਜਾਲ ਬਣ ਜਾਂਦਾ। ਹਰ ਸੈੱਲ ਦੇ ਆਲੇ ਦੁਆਲੇ ਕੈਪਿਲਰੀਜ਼ ਦਾ ਇੱਕ ਜਾਲ ਹੁੰਦਾ। ਕੈਪਿਲਰੀ ਉਹ ਜਿਹੜੀ ਮਾਈਕਰੋਸਕੋਪਿਕ ਹੈ, ਨੰਗੀ ਅੱਖ ਨਾਲ ਨਹੀਂ ਦਿਖਦੀ, ਉਹਦੇ ਅੰਦਰ ਖੂਨ ਜਾ ਰਿਹਾ, ਲੇਕਿਨ ਇੰਨੀ ਮਾਈਕਰੋਸਕੋਪਿਕ ਹੈ ਤੁਸੀਂ ਦੇਖ ਨਹੀਂ ਸਕਦੇ ਉਹਨੂੰ। ਫਿਰ ਕੈਪਿਲਰੀਜ਼ ਫਿਰ ਇਕੱਠੀਆਂ ਹੋ ਜਾਂਦੀਆਂ ਨੇ, ਫਿਰ ਉਹ ਵਿਨਿਊਲਸ ਬਣ ਜਾਂਦੀਆਂ ਨੇ, ਛੋਟੀਆਂ ਵਾਪਸ ਲਿਆਉਣ ਵਾਲੀਆਂ। ਜਿਵੇਂ ਆਰਟਰੀਓਲਸ ਨੇ, ਵਿਨਿਊਲਸ ਹੋ ਗਈਆਂ, ਵੀਨਸ ਤੋਂ ਜਿਵੇਂ ਇਹਦੇ ਆਰਟਰੀਜ਼ ਨੇ, ਉੱਧਰ ਵੇਨਸ ਹੋ ਗਈਆਂ, ਤਾਂ ਇੱਦਾਂ ਹੀ ਵਾਪਸ ਜਾ ਕੇ ਫਿਰ ਖੂਨ ਨੂੰ ਵਾਪਸ ਜਾਂਦਾ ਹੈ। ਉਹਦੇ 'ਚ ਵੀ ਖੂਨ ਹੈ ਜਿਹਦੇ 'ਚ ਮਾਈਕਰੋਸਕੋਪ ਨਾਲ ਦੇਖਣਾ ਪੈਂਦਾ। ਬਿਲਕੁਲ ਖੂਨ ਉਹਦੇ ਵਿੱਚੋਂ ਨਿਕਲਣਾ ਪੈਂਦਾ ਉਹਨੂੰ। ਉੱਥੇ ਮਾਈਕਰੋਸਕੋਪ ਇੱਕ ਚੀਜ਼ ਹੈ, ਸੈੱਲ, ਉਹਨੂੰ ਦੇਣ ਵਾਲੀ ਖੂਨ ਦੀ ਨਾੜ ਵੀ ਮਾਈਕਰੋਸਕੋਪਿਕ ਹੈ, ਉਹ ਨੰਗੀ ਅੱਖ ਨਾਲ ਨਹੀਂ ਦਿਖਦੀ ਹੈ। ਕੁਦਰਤ ਨੇ ਕਮਾਲ ਕੀਤੀ ਹੋਈ। ਰਚਨਾ ਤਾਂ ਬਹੁਤ ਕਮਾਲ ਹੈ। ਸਰੀਰ ਦੀ ਰਚਨਾ ਐਸੀ ਹੈ ਕਿ ਮਤਲਬ ਬੰਦਾ ਆਸ਼ਸ਼ ਕਰ ਉੱਠੇ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਜਿਹੜੇ ਲੋਕ ਵਿਗਿਆਨ ਪੜ੍ਹ ਕੇ ਜਾਂ ਬਾਇਓਲੋਜੀ ਪੜ੍ਹ ਕੇ ਕੁਦਰਤ ਦੀ ਜਿਹੜੀ ਇਸ ਗ੍ਰੇਟਨੈਸ ਨੂੰ ਐਪਰੀਸ਼ੀਏਟ ਨਹੀਂ ਕਰਦੇ। ਹਾਂ ਬਿਲਕੁਲ, ਜਿਹੜੀ ਕ੍ਰੀਏਟਰ ਸਾਇੰਸ ਜਿਹੜੀ ਹੈ, ਸਾਇੰਸ ਕੀ ਹੈ? ਸਾਇੰਸ ਨੇ ਉਸ ਕ੍ਰੀਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਿੰਨੇ ਕਾਮਯਾਬ ਹੋਏ ਆ? ਵੱਡੇ ਸਾਰੀਆਂ ਅਚੀਵਮੈਂਟ ਦੇ ਬਾਵਜੂਦ ਵੀ ਅੱਜ ਤੱਕ ਸਾਇੰਸ ਨੂੰ ਵੱਧ ਤੋਂ ਵੱਧ 1 ਜਾਂ 2% ਸਮਝ ਆਇਆ ਕੁਦਰਤ ਦਾ। ਬਾਕੀ ਜਿਹੜੇ 98-99% ਹੈ ਉਹ ਅੱਜ ਵੀ ਕੁਦਰਤ ਦਾ ਸੀਕਰਟ ਸਾਨੂੰ ਸਮਝ ਨਹੀਂ ਆਇਆ। ਤਾਂ ਉਹ ਕੁਦਰਤ ਕਿੱਦਾਂ ਕੰਮ ਕਰਦੀ ਹੈ, ਕਿੱਦਾਂ ਵਰਕ ਕਰਦੀ ਹੈ, ਕਿੱਦਾਂ ਕਿਆ ਉਹਦੇ ਅੰਦਰ ਹਜ਼ਾਰਾਂ ਕਿਸਮ ਦੇ ਕੈਮੀਕਲ ਪ੍ਰੋਡਿਊਸ ਕਰਦੀ ਹੈ ਇੱਕ ਅਚੀਵਮੈਂਟ ਕਰਨ ਲਈ। ਉਹਦੇ ਅੰਦਰ ਬਿਜਲੀ ਪੈਦਾ ਹੁੰਦੀ ਹੈ, ਇਲੈਕਟ੍ਰੀਕਲ ਇੰਪਲਸਿਸ ਨੇ ਉਹਦੇ ਅੰਦਰ। ਫਿਰ ਅੱਗੇ ਇਲੈਕਟ੍ਰੋਨਸ ਨੇ ਜਿਹੜੇ ਕਿ ਆਪਣੀ ਕਿਸਮ ਨਾਲ ਕੰਮ ਕਰਦੇ ਆ। ਤਾਂ ਉਹ ਜਿਹੜੀ ਸਾਰਾ ਕੁਛ ਕੁਦਰਤ ਦਾ ਵਰਤਾਰਾ ਹੈ, ਬੜਾ ਕਮਾਲ ਦਾ। ਅਤੇ ਉਹ ਜਿਹੜੀ ਕੁਦਰਤ ਦੀ ਵਰਕਿੰਗ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੇਕਿਨ ਉਸ ਜਿਹੜੀ ਹੈ ਹੰਬਲਨੈਸ ਨਾਲ ਅਤੇ ਉਸ ਜਿਹੜੀ ਮਤਲਬ ਕਹਿੰਦੇ ਆ ਇੱਕ ਗ੍ਰੇਟਫੁਲਨੈਸ, ਥੈਂਕਫੁਲਨੈਸ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜਾ ਕੋਈ ਵਿਗਿਆਨੀ ਅਗਰ 4 ਗੱਲਾਂ ਪੜ੍ਹ ਕੇ ਇਹ ਕਹੇ ਕਿ ਮੈਂ ਕੁਦਰਤ ਤੋਂ ਉੱਪਰ ਹਾਂ ਅਤੇ ਕੁਦਰਤ ਨੂੰ ਜਿੱਤ ਲਊਂਗਾ, ਜਾਂ ਐਂਟੀ ਨੇਚਰ ਸਾਰਾ ਜਿੰਨੀ ਸਾਇੰਸ ਡਿਵੈਲਪ ਹੁੰਦੀ ਹੈ ਉਹ ਇੱਦਾਂ ਹੀ ਘਮੰਡ 'ਚ ਹੁੰਦੀ ਹੈ ਨਾ।
ਜਿਨੀ ਐਂਟੀ ਨੇਚਰ ਸਾਇੰਸ ਡਿਵੈਲਪ ਹੋਈ ਹੈ, ਫਾਰ ਐਗਜ਼ਾਮਪਲ ਕੈਮੀਕਲ, ਖੇਤੀ 'ਚ ਕੈਮੀਕਲ ਪਾਉਣ ਦਾ ਵਰਤਾਰਾ ਹੈ, ਦਵਾਈਆਂ ਨੂੰ ਧੜਾਧੜ ਕੈਮੀਕਲ ਦੇਣ ਦਾ ਵਰਤਾਰਾ ਹੈ, ਉਲਟਾ ਨੁਕਸ ਜੈਵਿਕ, ਹਾਂ ਸਾਰਾ ਜਿਹੜਾ ਐਂਟੀ ਨੇਚਰ ਕੰਮ ਹੈ ਇਹ ਹੰਕਾਰ 'ਚੋਂ ਨਿਕਲਦਾ ਕੁਦਰਤ ਨੂੰ ਕੰਟਰੋਲ ਕਰਨ ਲਈ। ਅਤੇ ਕੁਦਰਤ ਨੂੰ ਕੰਟਰੋਲ ਨਹੀਂ ਕਰਨਾ ਹੁੰਦਾ ਮਨੁੱਖ ਨੇ ਕੁਦਰਤ ਦੇ ਬੱਚੇ ਰਹਿ ਬਣ ਕੇ, ਕੁਦਰਤ ਦੇ ਜਿਹੜੇ ਨਿਯਮਾਂ ਦੇ ਅਧੀਨ ਰਹਿ ਕੇ, ਕੁਦਰਤ ਦੇ ਨਿਯਮ ਸੁਪਰੀਮ ਨੇ, ਸੁਪਰ ਨੇ, ਬਹੁਤ ਪਾਵਰਫੁਲ ਨੇ, ਉਹ ਬਹੁਤ ਪਾਵਰਫੁਲ ਨੇ। ਅਤੇ ਇਸ ਕਰਕੇ ਉਹਨਾਂ ਦੇ ਅਧੀਨ ਰਹਿ ਕੇ ਕੰਮ ਜਿਹੜਾ ਕਰਨਾ ਅਤੇ ਉਹਨੂੰ ਵੱਧ ਤੋਂ ਵੱਧ ਕੁਦਰਤ ਨੂੰ ਆਪਣੇ ਸਾਂਝੇ ਹਿੱਤਾਂ ਲਈ ਵਰਤਣਾ ਵਿਗਿਆਨ ਦਾ ਕੰਮ ਹੈ। ਇਹ ਡਾਕਟਰ ਸਾਹਿਬ ਹੁਣ ਆਪਾਂ ਇਹ ਸਾਰਾ ਕੁਛ, ਵੈਸੇ ਤਾਂ ਮੇਰੇ ਦਿਮਾਗ 'ਚ ਇੱਕ ਹੋਰ ਸਵਾਲ ਵੀ ਆ ਰਿਹਾ ਸੀ ਪਰ ਮੈਂ ਉਹ ਥੋੜ੍ਹਾ ਜਿਹਾ ਆਊਟ ਆਫ ਸਿਲੇਬਸ ਹੋ ਜਾਏਗਾ, ਕਿਉਂਕਿ ਆਇਰਨ ਜਿਹੜਾ ਹੁੰਦਾ ਕਿਤੇ ਉਹ ਤਾਂ ਨਹੀਂ ਅੰਦਰ ਕਿਤੇ ਕੋਈ ਗੜਬੜ ਕਰਦਾ, ਆਇਰਨ ਦਾ ਕੀ ਰੋਲ ਹੁੰਦਾ ਉਹ ਹਾਂ ਮੈਂ ਉਹੀ ਕਹਿ ਰਿਹਾ, ਮੈਂ ਉਹ ਥੋੜ੍ਹਾ ਆਊਟ ਆਫ ਸਿਲੇਬਸ ਹੋ ਜਾਏਗਾ ਆਪਣੇ ਇਸ ਤੋਂ। ਅਤੇ ਹੁਣ ਆਪਾਂ ਆਈਏ ਕਿ ਇਹ ਚੀਜ਼ ਜਿਹੜੀ ਹੈ ਬੋਡੀ ਦੇ ਅੰਦਰ, ਮੰਨ ਲਓ ਬਲੱਡ ਵੈਸਲ ਡਿਜ਼ੀਜ਼ ਬੰਦੇ ਨੂੰ ਹੋ ਗਈ, ਬਲੱਡ ਪ੍ਰੈਸ਼ਰ ਵੱਧ ਗਿਆ, ਘਟ ਗਿਆ ਜਾਂ ਕੁਛ ਹੋ ਗਿਆ, ਇਸ ਨੂੰ ਆਪਾਂ ਜੇ ਸੌਖੇ ਤਰੀਕੇ ਨਾਲ, ਜਿਸ ਤਰ੍ਹਾਂ ਤੁਸੀਂ ਮੈਨੂੰ ਪਿਛਲੇ ਐਪੀਸੋਡ ਦੇ ਵਿੱਚ ਸਾਨੂੰ ਸਮਝਾਇਆ ਸੀਗਾ ਕਿ ਅੰਦਰ ਜਿਹੜਾ ਉਹ ਨਾਈਟ੍ਰਿਕ ਆਕਸਾਈਡ ਨਾਮਕ ਜਿਹੜਾ ਕੈਮੀਕਲ ਜਿਹੜਾ ਉਹ ਹੁੰਦਾ ਪ੍ਰੋਡਿਊਸ ਕਰਦੀ ਹੈ ਅੰਦਰ ਬੋਡੀ, ਅਤੇ ਉਹ ਅੰਦਰੋਂ ਨਾੜਾਂ ਨੂੰ ਅੰਦਰ ਸਫਾਈ ਆਪਣੇ ਆਪ ਹੀ ਕਰਨ ਲੱਗ ਜਾਂਦੀ ਹੈ। ਹੁਣ ਤੁਸੀਂ ਨਾਲ ਇਹ ਵੀ ਦੱਸਿਆ ਸੀਗਾ ਕਿ ਉਹਦੇ ਅੰਦਰ ਦੀ ਜਿਹੜੀ ਝਿੱਲੀ ਹੁੰਦੀ ਹੈ ਉਹ ਜੇ ਡੈਮੇਜ ਹੋ ਜੇ ਜਾਂ ਉੱਥੇ ਉਹਨੂੰ ਨੁਕਸਾਨ ਹੋ ਜੇ ਤਾਂ ਫਿਰ ਉਹ ਨਾਈਟ੍ਰਿਕ ਆਕਸਾਈਡ ਜਿਹੜਾ ਉਹ ਬਣਨਾ ਬੰਦ ਹੋ ਜਾਂਦਾ, ਅਤੇ ਉਹਦੇ ਕਰਕੇ ਜਿਹੜੀ ਹੈ ਅੰਦਰ ਦੀ ਸਫਾਈ ਹੋ ਨਹੀਂ ਪਾਉਂਦੀ, ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਅੰਦਰ ਬਲੋਕੇਜ ਵਧਣੀ ਸ਼ੁਰੂ ਹੋ ਜਾਂਦੀ ਹੈ। ਕੀ ਕੋਈ ਅਜਿਹਾ ਪਦਾਰਥ ਆਪਾਂ ਲੈ ਸਕਦੇ ਹਾਂ ਬਾਹਰੋਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜਾ ਕਿ ਅੰਦਰ ਜਾ ਕੇ ਨਾਈਟ੍ਰਿਕ ਆਕਸਾਈਡ ਬਣਾਵੇ ਤੇ ਉਹ ਨਾੜਾਂ ਦੀ सफाई कर दो? मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से
आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਬਿਲਕੁਲ ਆਪਾਂ ਜਿਹੜੀ ਗੱਲ ਕੀਤੀ ਸੀ ਨਾ ਕਿ ਜਦੋਂ ਜਿਹੜੇ ਜੀਵਨ ਹੈ ਚੱਲਦਾ ਹੈ, ਸੈੱਲ ਕੰਮ ਕਰਦੇ ਆ, ਸਾਡੇ ਆਰਗਨਸ ਕੰਮ ਕਰਦੇ ਆ, ਟਿਸ਼ੂਜ਼ ਕੰਮ ਕਰਦੇ ਆ, ਤਾਂ ਉਹਦੇ ਅੰਦਰ ਕੁਝ ਸਬਸਟੈਂਸਸ ਬਣਦੇ ਆ ਜਿਹਨਾਂ ਨੂੰ ਆਕਸੀਡੈਂਟਸ ਕਹਿੰਦੇ ਆ। ਅਗਰ ਤੁਸੀਂ ਸੁਣੋ ਆਕਸੀਡੈਂਟਸ ਤੇ ਐਂਟੀਆਕਸੀਡੈਂਟਸ, ਆਕਸੀਡੈਂਟਸ ਕੀ ਹੁੰਦੇ ਆ? ਆਕਸੀਡੈਂਟਸ ਉਹ ਮੋਲੀਕਿਊਲਸ ਨੇ ਜਿਹੜੇ ਕਿ ਚਾਰਜਡ ਨੇ, ਇਲੈਕਟ੍ਰੀਕਲੀ ਚਾਰਜਡ ਹੁੰਦੇ, ਚਾਰਜ ਹੋਣ ਕਰਕੇ ਉਹ ਸਾਡੇ ਸੈੱਲ ਨੂੰ ਡੈਮੇਜ ਕਰਦੇ ਆ। ਉਹ ਆਕਸੀਡੈਂਟਸ ਬਣਨੇ ਕੁਦਰਤੀ ਹੈ, ਉਹ ਜੀਵਨ ਪ੍ਰਕਿਰਿਆ 'ਚ ਬਣਦੇ ਆ, ਲੇਕਿਨ ਕੁਦਰਤ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਐਂਟੀਆਕਸੀਡੈਂਟਸ ਬਣਾਉਂਦਾ। ਉਹ ਐਂਟੀਆਕਸੀਡੈਂਟ ਬਣਾ ਕੇ ਉਹਨੂੰ ਨਿਊਟਰਲਾਈਜ਼ ਕਰ ਲੈਂਦਾ, ਅਤੇ ਨਿਊਟਰਲਾਈਜ਼ ਕਰਕੇ ਕੱਢ ਦਿੰਦਾ ਬਾਹਰ। ਜਿਹੜਾ ਕੋਈ ਬਾਹਰ ਕੱਢਣ ਵਾਲਾ ਬਾਹਰ ਕੱਢ ਦਿੰਦਾ, ਜਿਹੜਾ ਸਾਂਭ ਕੇ ਰੱਖਣ ਵਾਲਾ ਸਾਂਭ ਲੈਂਦਾ। ਬਹੁਤ ਸਾਰੀਆਂ ਚੀਜ਼ਾਂ ਨੇ ਕੁਦਰਤ ਸਾਂਭ ਲੈਂਦੀ ਹੈ, ਮਤਲਬ ਸੈੱਲਾਂ ਦੀ ਟੁੱਟ ਭੱਜ ਹੁੰਦੀ ਹੈ। ਸਾਡੇ ਸਰੀਰ ਦੇ ਅੰਦਰ ਕਰੋੜਾਂ ਸੈੱਲ ਜਿਹੜੇ ਨੇ ਉਹ ਰੋਜ਼ ਮਰਦੇ ਆ, ਅਤੇ ਕਰੋੜਾਂ ਰੋਜ਼ ਨਵੇਂ ਬਣਦੇ ਆ। ਹਰ ਅੰਗ ਜਿਹੜਾ ਹੈ ਉਹ ਆਪਣੇ ਸੈੱਲਾਂ ਨੂੰ ਬਦਲਦਾ ਰਹਿੰਦਾ, ਤਾਂ ਹੀ ਉਹ ਸਰਵਾਈਵਲ ਹੈ ਉਹਦੀ। ਕਿਉਂਕਿ ਪੁਰਾਣੇ ਸੈੱਲ ਜਿਹੜੇ ਹੁੰਦੇ ਆ ਉਹ ਖਰਾਬ ਹੋ ਜਾਂਦੇ ਆ, ਪੁਰਾਣੇ ਸੈੱਲ ਜਿਹੜੇ ਨੇ ਉਹ ਡਿਜ਼ੀਜ਼ਡ ਹੋ ਜਾਂਦੇ ਆ, ਅਤੇ ਜੇ ਉਹੀ ਸੈੱਲ ਰਹਿਣਗੇ ਤਾਂ ਫਿਰ ਉਹ ਡਿਜ਼ੀਜ਼ ਵੱਡੇ ਪੱਧਰ 'ਤੇ ਉਸ ਪੂਰੇ ਉਹਦੀ ਸਰਵਾਈਵਲ 'ਤੇ, ਉਹਦੇ ਜਿਉਂਦੇ ਰਹਿਣ 'ਤੇ ਇੱਕ ਸਵਾਲੀਆ ਚਿੰਨ੍ਹ ਬਣ ਜਾਏਗਾ। ਸੋ ਕੁਦਰਤ ਕੀ ਕਰਦੀ ਹੈ? ਪੁਰਾਣੇ ਸੈੱਲਾਂ ਨੂੰ ਆਪ ਹੀ ਖਤਮ ਕਰਕੇ ਆਪੇ ਮਾਰ ਦਿੰਦੀ ਉਹਨਾਂ ਨੂੰ। ਉਹਦੇ ਅੰਦਰ ਕੁਦਰਤ ਦੇ ਅੰਦਰ ਇਨਬਿਲਟ ਸਿਸਟਮ ਹੈ, ਕਿ ਸਾਡੇ ਖਾਣ ਵਾਲੇ ਸੈੱਲ ਜਿਹੜੇ ਕਿਲਰ ਸੈੱਲਸ ਨੇ ਸਾਡੇ ਕੋਲੇ, ਉਹਨੂੰ ਕਿਲਰ ਕਹਿੰਦੇ, ਕਿਲਰ ਸੈੱਲਸ ਨੇ, ਉਹ ਪੁਰਾਣੇ ਸੈੱਲਾਂ ਨੂੰ ਖਾ ਜਾਂਦੇ ਆ, ਉਹਦੀ ਥਾਂ 'ਤੇ ਨਵੇਂ ਬਣ ਜਾਂਦੇ ਆ। ਤਾਂ ਇਹ ਜਿਹੜਾ ਵਰਤਾਰਾ ਚੱਲਦਾ ਰਹਿੰਦਾ, ਉਹ ਚੱਲਦਾ ਰਹਿੰਦਾ, ਅਤੇ ਜਿਹੜੇ ਸੈੱਲ ਆਕਸੀਡੈਂਟਸ ਦੀ ਮਾਰ 'ਚ ਆ ਕੇ ਡੈਮੇਜ ਹੋ ਜਾਂਦੇ ਆ, ਉਹ ਸਾਡੇ ਆਪਣੇ ਕਿਲਰ ਸੈੱਲ ਜਿਹੜੇ ਨੇ ਉਹਨੂੰ ਖਾ ਜਾਂਦੇ ਆ, ਅਤੇ ਨਵੇਂ ਸੈੱਲ ਬਣ ਜਾਂਦੇ ਆ। ਤਾਂ ਉਹ ਜਿਹੜੇ ਐਂਟੀ ਆਕਸੀਡੈਂਟਸ ਕਿੱਥੋਂ ਬਣਦੇ ਆ, ਕੌਣ ਬਣਾਉਂਦਾ, ਕਿੱਦਾਂ ਸਾਨੂੰ ਬਾਹਰ ਭੋਜਨ 'ਚ ਖਾਣੇ ਚਾਹੀਦੇ ਆ, ਕਿਹੜੇ ਸਾਡਾ ਲਾਈਫ ਸਟਾਈਲ ਦੇ ਅੰਦਰ ਕਿਹੜੀਆਂ ਚੀਜ਼ਾਂ ਜਿਹੜੀਆਂ ਐਂਟੀ ਆਕਸੀਡੈਂਟਸ ਬਣਾਉਂਦੀਆਂ ਨੇ, ਉਹ ਸਾਨੂੰ ਪਤਾ ਹੋਣਾ ਚਾਹੀਦੀਆਂ ਨੇ, ਕਿਉਂਕਿ ਉਹਦੇ ਸਿਰ 'ਤੇ ਅਸੀਂ ਆਪਣੀ ਸਿਹਤ ਵੀ ਵਧੀਆ ਰੱਖ ਸਕਦੇ ਹਾਂ, ਬਿਮਾਰੀਆਂ ਨੂੰ ਰਿਵਰਸ ਵੀ ਕਰ ਸਕਦੇ ਹਾਂ, ਅਤੇ ਆਪਣੀ ਸਰਵਾਈਵਲ ਜਿਹੜੀ ਆ, ਤਿੰਨ ਸਾਡੇ ਮਕਸਦ ਨੇ ਨਾ ਸਾਡੇ ਜੀਵਨ ਦੇ ਵਿੱਚ। 3 ਮਕਸਦ ਨੇ: ਬਿਮਾਰੀਆਂ ਨਾ ਲੱਗਣ, ਪਰਹੇਜ਼, ਪ੍ਰੀਵੈਂਸ਼ਨ ਆਫ ਡਿਜ਼ੀਜ਼ਸ। ਨੰਬਰ 2 ਬਿਮਾਰੀ ਹੋ ਗਈ ਤਾਂ ਰਿਵਰਸ ਹੋ ਜਾਵੇ, ਉਹ ਇਹਨੇ ਸਾਡੇ ਸਰੀਰ 'ਚ ਘਰ ਨਾ ਕਰਕੇ ਬਹਿ ਜਾਵੇ। ਜਾਂ ਤਾਂ ਕੁਦਰਤ ਦੇ ਅੰਦਰ ਇਹੋ ਜਿਹਾ ਇਨਬਿਲਟ ਮੈਕੈਨਿਜ਼ਮ ਹੈ ਜਿਹਨੂੰ ਅਸੀਂ ਜਿਹਨੀ ਤੀਬਰ ਰੋਗ, ਮਤਲਬ ਆਪਾਂ ਤੀਬਰ ਰੋਗ ਦੀ ਗੱਲ ਕਰ ਰਹੇ ਸੀਗੇ, ਤਾਂ ਤੀਬਰ ਰੋਗ ਜਿਹੜੇ ਨੇ ਇਹਨਾਂ ਦੇ ਅੰਦਰ ਇਨਬਿਲਟੀ ਮੈਕੈਨਿਜ਼ਮ ਇੱਦਾਂ ਦਾ ਕੁਦਰਤ ਨੇ ਬਣਾਇਆ ਹੋਇਆ ਕਿ ਤੀਬਰ ਰੋਗ ਆਉਂਦਾ, ਸਰੀਰ ਉਹਦੇ ਨਾਲ ਲੜਦਾ, ਅਤੇ ਉਸ ਪ੍ਰੋਸੈਸ ਸਰੀਰ ਸਟਰੋਂਗ ਹੋ ਜਾਂਦਾ, ਅਤੇ ਤੀਬਰ ਰੋਗ ਖਤਮ ਹੋ ਜਾਂਦਾ। ਉਹਦਾ ਇਨਬਿਲਟੀ ਹੈਗਾ। ਲੇਕਿਨ ਬਹੁਤ ਸਾਰੇ ਉਹ ਰੋਗ ਨੇ ਜਿਹੜੇ ਕਿ ਸਾਡੇ ਅੰਦਰ ਸਰੀਰ ਦੇ ਅੰਦਰ ਘਰ ਕਰਕੇ ਬੈਠ ਜਾਂਦੇ ਆ। ਤਾਂ ਸਾਡਾ ਦੂਸਰਾ ਮਕਸਦ ਹੈ ਕਿ ਸਾਡੇ ਬਿਮਾਰੀ ਮੰਨ ਲਓ ਆ ਗਈ ਹੈ, ਲੱਗ ਗਈ ਹੈ, ਘਰ ਕਰਕੇ ਬੈਠ ਗਈ ਹੈ, ਤਾਂ ਹੁਣ ਉਹਨੂੰ ਰਿਵਰਸ ਕਿਵੇਂ ਕਰਨਾ? ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿ ਸ਼ੂਗਰ ਰਿਵਰਸ ਕਿਵੇਂ ਕਰਨੀ ਹੈ, BP ਰਿਵਰਸ ਕਿਵੇਂ ਕਰਨਾ ਹੈ, ਆਟੋਇਮਿਊਨ ਡਿਸਆਰਡਰ ਰਿਵਰਸ ਕਿਵੇਂ ਕਰਨੇ ਹੈ, ਆਪਾਂ ਰਿਵਰਸਲ ਦੀ ਗੱਲ ਕਰ ਰਹੇ ਹਾਂ, ਤਾਂ ਰਿਵਰਸ ਹੋਣਾ ਚਾਹੀਦਾ। ਅਤੇ ਤੀਜੀ ਸਾਡੀ ਸਰਵਾਈਵਲ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ। ਜਿੰਨੀ ਸਾਡਾ ਸਰੀਰ ਬਣਿਆ, ਜਿੰਨੇ ਸਾਲ ਲਈ, ਉਨੇ ਸਾਲ ਸਾਨੂੰ ਉਹ ਪਹੁੰਚਣਾ ਚਾਹੀਦਾ। ਸੋ 3 ਸਾਡੀ ਜ਼ਿੰਦਗੀ ਦੇ ਪਰਪਸ ਨੇ: ਬਿਮਾਰੀਆਂ ਦਾ ਪਰਹੇਜ਼, ਬਿਮਾਰੀਆਂ ਦੀ ਰਿਵਰਸਲ, ਅਤੇ ਸਾਡੀ ਲੌਂਗੇਵਿਟੀ ਆਫ ਲਾਈਫ। ਲੌਂਜੀਵਿਟੀ ਆਫ ਲਾਈਫ ਮਨੁੱਖੀ ਸਰੀਰ ਦੀ ਕਿੰਨੀ ਹੈ? ਔਸਤਨ ਸਾਇੰਟਿਸਟਾਂ ਦਾ ਮੰਨਣਾ ਹੈ ਕਿ 125 ਸਾਲ। ਸਾਡੇ ਸਰੀਰ ਦੀ ਰਚਨਾ ਜਿਹੜੀ ਹੈ ਉਹ 125 ਸਾਲ ਲਈ ਹੁੰਦੀ ਹੈ, ਕੀਤੀ ਹੋਈ ਕੁਦਰਤ ਨੇ। ਸੋ 125 ਸਾਲ ਦੇ ਨੇੜੇ ਪਹੁੰਚਣਾ ਚਾਹੀਦਾ ਸਾਨੂੰ, ਜੇ ਅਸੀਂ ਠੀਕ ਠਾਕ ਚੱਲਦੇ ਰਹੀਏ। ਜੇ ਆਪਾਂ 3 ਗੱਲਾਂ ਦਾ ਖਿਆਲ ਰੱਖੀਏ, ਪਰਹੇਜ਼ ਦਾ, ਬਿਮਾਰੀਆਂ ਨੂੰ ਰੋਕਣ ਦਾ, ਬਿਮਾਰੀਆਂ ਨੂੰ ਰਿਵਰਸ ਕਰਨ ਦਾ, ਅਤੇ ਫਿਰ ਬਿਮਾਰੀ ਰਿਵਰਸ ਵੀ ਮੰਨ ਲਓ ਹੋ ਗਈ ਤਾਂ ਅਸੀਂ ਹੈਲਦੀ ਵੀ ਹੈਗੇ ਹਾਂ, ਫਿਰ ਵੀ ਸਾਨੂੰ ਹੈਲਦੀ ਇੰਨੇ ਕਰਾਉਣਾ ਚਾਹੀਦਾ ਕਿ ਅਸੀਂ 125 ਸਾਲ ਦੇ ਨੇੜੇ ਪਹੁੰਚੀਏ। ਅੱਜ ਆਪਾਂ ਕਿੱਥੇ ਪਹੁੰਚੇ ਹਾਂ? 70 ਸਾਲ। ਉਸ 70 ਤੋਂ ਬਾਅਦ ਜਿਹੜੀ ਹੈ ਲੋਕ ਜਿਹੜੇ ਨੇ ਡਿਗੂ ਕਰਨਾ ਸ਼ੁਰੂ ਕਰ ਦਿੰਦੇ ਆ, ਅਤੇ ਬਹੁਤੇ ਲੁੜਕ ਜਾਂਦੇ ਆ। 50% ਤੋਂ ਉੱਪਰ ਲੋਕ ਜਿਹੜੇ ਨੇ 70 ਸਾਲ ਪਹੁੰਚਦੇ ਨਹੀਂ ਹੈ, ਪਹਿਲਾਂ ਲੁੜਕ ਜਾਂਦੇ ਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਸਾਡੇ ਆਲੇ ਦੁਆਲੇ ਜੋ ਕੁਛ ਅਸੀਂ ਕਰ ਰਹੇ ਹਾਂ, ਉਹ ਚਾਹੇ ਹਵਾ ਪਾਣੀ ਮਿੱਟੀ ਦੀ ਗੱਲ ਹੈ, ਚਾਹੇ ਉਹ ਭੋਜਨ ਲੜੀ ਦੀ ਗੱਲ ਹੈ, ਚਾਹੇ ਉਹ ਸਾਡੇ ਜਿਹੜੇ ਸਿਹਤ ਪ੍ਰਤੀ ਅਸੀਂ ਅਵੇਸਲੇ ਹਾਂ ਉਹਦੀ ਗੱਲ ਹੈ, ਜਾਂ ਇੰਡਸਟਰੀ ਫੂਡ ਖਰਾਬ ਕਰ ਰਹੀ ਉਹਦੀ ਗੱਲ ਹੈ। ਸੋ ਬਹੁਤ ਸਾਰੇ ਫੈਕਟਰ ਨੇ ਜਿਹੜੇ ਇਹਨਾਂ 3 ਚੀਜ਼ਾਂ ਤੋਂ ਸਾਨੂੰ ਰੋਕਦੇ ਆ, ਬਿਮਾਰੀਆਂ ਦੀ ਜੜ ਬਣਦੇ ਆ, ਅਤੇ ਫਿਰ ਸਾਡੀ ਲੌਂਗੇਵਿਟੀ ਆਫ ਲਾਈਫ ਨੂੰ ਖਰਾਬ ਕਰਦੇ ਆ। ਤਾਂ ਉਹ ਜਿਹੜਾ ਮਸਲਾ ਹੈ ਕਿਤੇ ਨਾ ਕਿਤੇ ਸਾਨੂੰ ਉਹਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ, ਅਤੇ ਉਹ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ। ਉਹਨਾਂ ਤੁਸੀਂ ਸਵਾਲ ਪੁੱਛਿਆ ਸੀ ਕਿ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਨਾਈਟ੍ਰਿਕ ਆਕਸਾਈਡ ਦੀ ਗੱਲ ਕੀਤੀ ਹੈ। ਨਾਈਟ੍ਰਿਕ ਆਕਸਾਈਡ ਜਿਹੜਾ NO ਹੈ, NO ਇੱਕ ਫੈਕਟਰ ਹੈ, ਉਹ ਐਕਸਕਲੂਸਿਵ ਫੈਕਟਰ ਨਹੀਂ ਹੈ। ਕੁਦਰਤ ਇੱਕੋ ਚੀਜ਼ 'ਤੇ ਡਿਪੈਂਡ ਨਹੀਂ ਕਰਦੀ
ਕੁਦਰਤ ਨੇ ਇੱਕ ਨਾਈਟ੍ਰਿਕ ਆਕਸਾਈਡ ਬਣਾਇਆ, ਉਹਨੂੰ ਸੈਲਫ ਕਲੀਨਜ਼ਿੰਗ ਹੈ। ਉਹ ਨਾਈਟ੍ਰਿਕ ਆਕਸਾਈਡ ਐਂਡੋਥੀਲੀਅਮ ਆਪ ਹੀ ਬਣਾ ਲੈਂਦੀ ਹੈ, ਪਲੱਸ ਤੁਹਾਡੇ ਜਿਹੜੇ ਗਟ ਫਲੋਰਾ ਦੇ ਅੰਦਰ ਬਹੁਤ ਪਾਵਰ ਹੈ ਉਹਨੂੰ ਇਨਡਾਇਰੈਕਟਲੀ ਹੈਲਪ ਕਰਨ ਲਈ। ਸਾਡਾ ਜਿਹੜਾ ਸਾਡੀ ਅੰਤੜੀਆਂ ਦੇ ਅੰਦਰ ਇੱਦਾਂ ਮਿੱਟੀ 'ਚ ਹੈ, ਮਿੱਟੀ ਦੇ ਅੰਦਰ ਜਿੱਦਾਂ ਭੋਜਨ ਲੜੀ ਖਾ ਰਹੇ ਨਾ ਅਸੀਂ ਭੋਜਨ ਲੜੀ ਦਾ ਪਾਰਟ ਆ, ਸਾਨੂੰ ਕੋਈ ਨਹੀਂ ਖਾਂਦਾ, ਲੇਕਿਨ ਅਸੀਂ ਬਹੁਤ ਸਾਰਾ ਭੋਜਨ ਖਾਂਦੇ ਹਾਂ। ਐਲਗੀ ਤੋਂ ਲੈ ਕੇ ਐਲਗੀ ਵੀ ਖਾਂਦੇ ਹਾਂ ਅਸੀਂ, ਕਾਈ ਐਲਗੀ ਤੋਂ ਲੈ ਕੇ ਪੱਤਿਆਂ ਤੋਂ ਲੈ ਕੇ ਫਲਾਂ ਤੋਂ ਲੈ ਕੇ ਬੀਜਾਂ ਤੋਂ ਲੈ ਕੇ ਸਾਰਾ ਕਿਸਮ ਦਾ, ਪਹਿਲਾਂ ਤਾਂ ਪਲਾਂਟ ਭੋਜਨ ਖਾਂਦੇ ਹਾਂ, ਪਲਾਂਟ ਬੇਸਡ, ਜਿਹੜਾ ਕਿ ਫਿਰ ਅਸੀਂ ਐਨੀਮਲ ਫੂਡ ਖਾਂਦੇ ਹਾਂ ਇਨਡਾਇਰੈਕਟਲੀ। ਇਹ ਕੋਈ ਐਨੀਮਲ ਉਹ ਫੂਡ ਖਾ ਰਿਹਾ ਪੱਤਿਆਂ ਵਾਲਾ ਗ੍ਰੀਨ ਵਾਲਾ, ਅਤੇ ਅਸੀਂ ਉਹਨੂੰ ਖਾ ਰਹੇ ਹਾਂ। ਅੰਡਾ ਖਾਂਦੇ ਹਾਂ ਅਸੀਂ, ਮੀਟ ਖਾਂਦੇ ਹਾਂ ਅਸੀਂ, ਮਛਲੀ ਖਾਂਦੇ ਹਾਂ ਅਸੀਂ, ਕੋਈ ਸ਼ਹਿਦ ਲੈਂਦੇ ਹਾਂ। ਤਾਂ ਬਹੁਤ ਸਾਰਾ ਉਹ ਫੂਡ ਹੈ ਜਿਹੜਾ ਕਿ ਐਨੀਮਲ ਫੂਡ ਹੈ, ਉਹ ਇਨਡਾਇਰੈਕਟਲੀ ਅਸੀਂ ਲੈਂਦੇ ਹਾਂ। ਤਾਂ ਉਹ ਹੁਣ ਇਹ ਜੋ ਸਾਨੂੰ ਚਾਹੀਦਾ ਹੈ ਆਕਸੀਡੈਂਟ ਐਂਟੀਆਕਸੀਡੈਂਟ ਦਾ ਮਸਲਾ, ਉਹ ਹਰ ਜੀਵ ਨੂੰ ਚਾਹੀਦਾ। ਅਤੇ ਕੁਛ ਭੋਜਨ ਇਹੋ ਜਿਹੇ ਨੇ ਜਿਨ੍ਹਾਂ ਦੇ ਅੰਦਰ ਉਹ ਪਾਵਰ ਜਿਹੜੀ ਐਂਟੀਆਕਸੀਡੈਂਟ ਬਣਾਉਣ ਦੀ ਬਹੁਤ ਜ਼ਿਆਦਾ ਹੈ। ਉਹ ਭੋਜਨ ਸਾਨੂੰ ਪਤਾ ਹੋਣੇ ਚਾਹੀਦੇ ਹੈ ਕਿ ਉਹ ਭੋਜਨ ਕਿਹੜੇ ਨੇ, ਠੀਕ ਹੈ ਨਾ। ਫਿਰ ਦੂਜੀ ਗੱਲ, ਲਾਈਫ ਸਟਾਈਲ ਦੇ ਵਿੱਚ ਕੀ ਹੈ ਜਿਹੜਾ ਐਂਟੀਆਕਸੀਡੈਂਟ ਬਣਾਉਂਦਾ, ਜਿਵੇਂ ਖੁਸ਼ ਰਹਿਣਾ। ਜਿਹੜਾ ਬੰਦਾ ਖੁਸ਼ ਰਹਿੰਦਾ ਹੈ ਉਹਨੂੰ ਐਂਟੀਆਕਸੀਡੈਂਟ ਬਹੁਤ ਬਣਦੇ ਆ। ਤੀਜਾ ਫੈਕਟਰ ਹੈ ਕਿ ਆਪਣੇ ਗਟ ਫਲੋਰਾ ਨੂੰ ਸਟਰੋਂਗ ਰੱਖਣਾ। ਉਹ ਅਸੀਂ ਉਹੋ ਜਿਹੇ ਫੂਡ ਖਾਣੇ ਜਿਹੜੇ ਕਿ ਸਾਡੇ ਪ੍ਰੋਬਾਇਓਟਿਕ ਅਤੇ ਪ੍ਰੀਬਾਇਓਟਿਕ ਹੋਣ। ਪ੍ਰੋਬਾਇਓਟਿਕ ਹੁੰਦਾ, ਪ੍ਰੋਬਾਇਓਟਿਕ ਉਹ ਸੂਖਸ਼ਮ ਜੀਵ ਨੇ ਜਿਹੜੇ ਸਾਡੀ ਗੱਟ 'ਚ ਹੈਗੇ ਆ। ਉਹ ਕਮਜ਼ੋਰ ਪੈਂਦੇ ਰਹਿੰਦੇ ਆ ਕਿਉਂਕਿ ਸਾਨੂੰ ਕਦੀ ਐਂਟੀਬਾਇਓਟਿਕ ਖਾਣਾ ਪੈ ਗਿਆ, ਕਦੀ ਕੋਈ ਜ਼ਹਿਰੀਲੀ ਦਵਾਈ ਹੋਰ ਖਾਣੀ ਪੈ ਗਈ, ਜਾਂ ਸਾਡੇ ਫੂਡ 'ਚ ਜ਼ਹਿਰ ਨੇ ਬਹੁਤ ਜ਼ਿਆਦਾ, ਉਹ ਸਾਡੇ ਗਟ ਫਲੋਰਾ ਨੂੰ ਖਰਾਬ ਕਰ ਰਹੇ ਆ। ਉਹ ਲਗਾਤਾਰ ਸਾਨੂੰ ਆਪਣੇ ਗਟ ਫਲੋਰਾ ਨੂੰ, ਜਿਹੜੇ ਸਾਡੇ ਦੋਸਤ ਸੂਖਸ਼ਮ ਜੀਵ ਨੇ, ਉਹਨਾਂ ਨੂੰ ਸਟਰੋਂਗ ਰੱਖਣਾ ਪੈਂਦਾ। ਸੋ ਇਹ ਸਾਰੇ ਪਲੇਟਫਾਰਮ ਦੇ ਉੱਪਰ ਕੰਮ ਕਰਨ ਦੀ ਲੋੜ ਹੈ। ਉਹਦੇ ਅੰਦਰ ਆਪਾਂ ਹਵਾ ਤੋਂ ਸ਼ੁਰੂ ਕਰ ਲਈਏ। ਹਵਾ ਦੇ ਅੰਦਰ ਬਹੁਤ ਸਾਰੇ ਆਕਸੀਡੈਂਟਸ ਨੇ, ਬਹੁਤ ਸਾਰੇ ਜ਼ਹਿਰ ਨੇ। ਹਵਾ ਸ਼ੁੱਧ ਰੱਖਣਾ ਸਾਡਾ ਬਹੁਤ ਮਤਲਬ ਜਿਹਨੂੰ ਕਹਿੰਦੇ ਸਭ ਤੋਂ ਪਵਿੱਤਰ ਕੰਮ ਹੈ ਕਿ ਸਾਡੀ ਹਵਾ ਸ਼ੁੱਧ ਹੋਣੀ ਚਾਹੀਦੀ ਹੈ, ਜਿੰਨੀ ਸ਼ੁੱਧ ਸੰਭਵ ਹੋ ਸਕੇ। 100% ਸ਼ੁੱਧ ਨਹੀਂ ਰਹਿ ਸਕਦੀ ਹਵਾ, ਕਿਉਂਕਿ ਜੀਵਨ ਦੀ ਪ੍ਰਕਿਰਿਆਵਾਂ ਇਹੋ ਜਿਹੀਆਂ ਨੇ, ਉਹ 'ਚ ਕੁਛ ਨਾ ਕੁਛ ਧੂੰਆਂ ਕ੍ਰੀਏਟ ਕਰਨਾ ਪੈਂਦਾ ਹੈ, ਕੁਛ ਨਾ ਕੁਛ ਗੜਬੜਾਂ ਕਰਨੀਆਂ ਪੈਂਦੀਆਂ ਨੇ ਜਿਉਂਦੇ ਰਹਿਣ ਲਈ। ਲੇਕਿਨ ਜਿੰਨੀ ਵੱਧ ਤੋਂ ਵੱਧ ਸ਼ੁੱਧ ਰਹਿ ਸਕੇ, ਕਿਉਂਕਿ ਸਰੀਰ ਦੇ ਅੰਦਰ ਇੱਕ ਆਪਣੀ ਰਿਪੇਅਰ ਕਰਨ ਦੀ ਸਮਰੱਥਾ ਹੈਗੀ ਆ। ਜੇ ਥੋੜ੍ਹੇ ਬਹੁਤੇ ਜ਼ਹਿਰ ਹੋਣਗੇ ਹਵਾ ਪਾਣੀ ਮਿੱਟੀ ਦੇ, ਤਾਂ ਉਹ ਸਰੀਰ ਉਹਨੂੰ ਸਾਫ਼ ਕਰ ਲਏਗਾ। ਲੇਕਿਨ ਜੇ ਬਹੁਤ ਅੱਤ ਹੈ ਤਾਂ ਫਿਰ ਸਰੀਰ ਦੀ ਸਮਰੱਥਾ ਤੋਂ ਉੱਪਰ ਲੰਘ ਜਾਂਦੇ, ਫਿਰ ਅਸੀਂ ਮਰਦੇ ਹਾਂ, ਫਿਰ ਬਿਮਾਰੀਆਂ ਲੱਗਦੀਆਂ ਨੇ। ਸੋ ਇਸ ਕਰਕੇ ਇਹ ਇਮੈਜਿਨ ਨਹੀਂ ਕਰਨਾ ਚਾਹੀਦਾ ਕਿ ਹਵਾ 100% ਸ਼ੁੱਧ ਹੋ ਜਾਏਗੀ, ਲੇਕਿਨ ਵੱਧ ਤੋਂ ਵੱਧ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਛ ਸਾਇੰਸ ਨੇ ਪੈਰਾਮੀਟਰ ਬਣਾਏ ਵੀ ਹੋਏ ਆ, ਆਪਾਂ ਕਿਸੇ ਵੱਖਰੀ ਵੀਡੀਓ 'ਚ ਗੱਲ ਕਰ ਲਾਂਗੇ ਕਿ ਹਵਾ ਕਿੰਨੀ ਸ਼ੁੱਧ ਹੋਣੀ ਚਾਹੀਦੀ ਹੈ ਅਤੇ ਕਿਹੜੇ ਹਵਾ ਦੇ ਫੈਕਟਰ ਨੇ ਜਿਹੜੇ ਸਾਨੂੰ ਖਿਆਲ ਰੱਖਣੇ ਚਾਹੀਦੇ ਆ। ਤਾਂ ਦੂਸਰਾ ਪਾਣੀ ਦਾ ਆ ਗਿਆ ਕਿ ਪਾਣੀ ਵੀ ਸਾਡਾ ਜਿਹੜਾ ਪਾਣੀ ਕੁਦਰਤੀ ਹੋਣਾ ਚਾਹੀਦਾ। ਕਿ ਕੁਦਰਤ ਦੇ ਅੰਦਰ ਵਾਟਰ ਸਾਈਕਲ ਹੈ। ਕੁਦਰਤ ਤਾਂ ਸ਼ੁੱਧ ਪਾਣੀ ਦਿੰਦੀ ਹੈ ਸਾਨੂੰ, ਸਾਲ 'ਚ ਕਿੰਨੀ ਵਾਰੀ ਦਿੰਦੀ ਹੈ, ਬਾਰਿਸ਼ ਦੀ ਸ਼ਕਲ 'ਚ ਸਮੁੰਦਰ 'ਚੋਂ ਚੱਕਦੀ ਹੈ, ਭਾਫ ਬਣਾ ਕੇ ਸੂਰਜ ਦੇਵਤਾ ਜਿਹੜਾ ਉਹਦੇ 'ਤੇ ਸਮੁੰਦਰ 'ਚੋਂ ਪਾਣੀ ਜਿਹੜਾ ਆਉਂਦਾ, ਫਿਰ ਉਹ ਆਪਣੇ ਕੁਦਰਤ ਦੇ ਨਿਯਮ ਅਨੁਸਾਰ ਬੱਦਲ ਬਣਦੇ ਆ। ਬੱਦਲ ਫਿਰ ਮੀਂਹ ਦੀ ਸ਼ਕਲ 'ਚ ਬਰਸਦੇ ਆ, ਜਾਂ ਸਨੋ ਦੀ ਸ਼ਕਲ 'ਚ ਬਰਸਦੇ ਆ, ਜਾਂ ਗੜਿਆਂ ਦੀ ਸ਼ਕਲ 'ਚ ਬਰਸਦੇ ਆ, ਫਿਰ ਨਦੀਆਂ ਨਾਲੇ ਬਣਦੇ ਆ। ਸੋ ਵਾਟਰ ਸਾਈਕਲ ਹੈ। ਉਹ ਵਾਟਰ ਸਾਈਕਲ ਨੂੰ ਅਸੀਂ ਖਰਾਬ ਨਾ ਕਰੀਏ, ਉਹਨੂੰ ਅਸੀਂ ਜ਼ਹਿਰੀਲਾ ਨਾ ਕਰੀਏ, ਉਹ ਵੀ ਸਾਡਾ ਫਰਜ਼ ਹੈ। ਫਿਰ ਮਿੱਟੀ ਹੈ। ਮਿੱਟੀ ਬਹੁਤ ਪਵਿੱਤਰ ਹੁੰਦੀ ਹੈ। ਮਿੱਟੀ ਜਿਹੜੀ ਆ ਉਹ ਸਾਡੀ ਮਾਂ ਹੈ। ਮਿੱਟੀ ਤੋਂ ਸਭ ਕੁਝ ਪੈਦਾ ਹੋਣਾ। ਭੋਜਨ ਲੜੀ ਦੀ ਸ਼ੁਰੂਆਤ ਮਿੱਟੀ 'ਚ ਹੋਣੀ ਹੈ। ਮਿੱਟੀ ਤੋਂ ਬਿਨਾਂ ਭੋਜਨ ਲੜੀ ਦੀ ਸ਼ੁਰੂਆਤ ਨਹੀਂ ਹੋ ਸਕਦੀ। ਸੋ ਭੋਜਨ ਲੜੀ ਉਹ ਜਿਹੜੀ ਮਿੱਟੀ ਹੈ ਉਹਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਉਹਨੂੰ ਅਸੀਂ ਜ਼ਹਿਰੀਲਾ ਕਰ ਦਾਂਗੇ ਤਾਂ ਉਹਦੇ ਅੰਦਰਲੇ ਸੂਖਸ਼ਮ ਜੀਵ ਮਰ ਜਾਣਗੇ। ਸੂਖਸ਼ਮ ਜੀਵ ਜਿਹੜੇ ਨੇ ਅੱਗੇ ਸਾਰੇ ਜੀਵਨ ਦਾ ਬੇਸ ਨੇ, ਜਿਹੜਾ ਜੀਵਨ ਦਾ ਪਿਰਾਮਿਡ ਹੈ। ਆਪਾਂ ਇਮੈਜਿਨ ਕਰੀਏ ਜੀਵਨ ਦਾ ਪਿਰਾਮਿਡ ਹੈ, ਟੌਪ 'ਤੇ ਅਸੀਂ ਬੈਠੇ ਹਾਂ। ਅਸੀਂ ਪਿਰਾਮਿਡ ਦੇ ਟੌਪ 'ਤੇ ਅਸੀਂ ਬੈਠੇ ਹਾਂ। ਥੱਲੇ ਸਭ ਤੋਂ ਬੇਸ 'ਤੇ ਕੌਣ ਹੈ? ਸੂਖਸ਼ਮ ਜੀਵ, ਫਿਰ ਕੀੜੇ ਮਕੌੜੇ, ਫਿਰ ਅੱਗੇ ਛੋਟੇ ਮੋਟੇ ਮੱਛੀਆਂ, ਡੱਡੂ ਮੱਛੀਆਂ, ਫਿਰ ਪੰਛੀ, ਫਿਰ ਦੁੱਧ ਦੇਣ ਵਾਲੇ, ਦੁੱਧ ਪਿਆਉਣ ਵਾਲੇ ਜਾਨਵਰ, ਜੋ ਸਭ ਤੋਂ ਟੌਪ 'ਤੇ ਮਨੁੱਖ ਹੈ, ਮਨੁੱਖੀ ਸਮਾਜ ਹੈ। ਸੋ ਉਸ ਜਿਹੜਾ ਜੀਵਨ ਦਾ ਪਿਰਾਮਿਡ ਹੈ, ਉਹਦੇ ਬੇਸ ਦੇ ਉੱਪਰ ਉਹਦਾ ਬੇਸ, ਕਿਉਂਕਿ ਕਿਸੇ ਵੀ ਪਿਰਾਮਿਡ ਦਾ ਬੇਸ ਸਟਰੋਂਗ ਹੋਣਾ ਚਾਹੀਦਾ। ਪਿਰਾਮਿਡ ਖੜਾ ਹੀ ਬੇਸ 'ਤੇ ਹੁੰਦਾ। ਤਾਂ ਜਿਹੜਾ ਜੀਵਨ ਦਾ ਪਿਰਾਮਿਡ ਹੈ, ਇਹਦੇ ਥੱਲੇ ਸੂਖਸ਼ਮ ਜੀਵ ਨੇ। ਸੂਖਸ਼ਮ ਜੀਵ ਜਦ ਤੱਕ ਮਜ਼ਬੂਤ ਨਹੀਂ ਹੋਣਗੇ, ਸੋ ਮਿੱਟੀ ਦੇ ਅੰਦਰ ਵੀ ਸੂਖਸ਼ਮ ਜੀਵ ਨੇ। ਸੋ ਉਹ ਸੂਖਸ਼ਮ ਜੀਵਾਂ ਨੂੰ ਸਟਰੋਂਗ ਰੱਖਣਾ ਕਿਉਂ ਜ਼ਰੂਰੀ ਹੈ? ਅਤੇ ਉਹਦੇ ਲਈ ਮਿੱਟੀ ਸ਼ੁੱਧ ਹੋਣੀ ਚਾਹੀਦੀ ਹੈ। ਜੇ ਮਿੱਟੀ ਅੰਦਰ ਜ਼ਹਿਰ ਹੋਣਗੇ ਤਾਂ ਸੂਖਸ਼ਮ ਨਹੀਂ ਰਹੇਗੀ। ਕੁਦਰਤ ਦੇ ਅੰਦਰ ਆਪਣਾ ਇੱਕ ਸਾਈਕਲ ਹੈ। ਕੁਦਰਤ ਆਪਣੇ ਆਪ ਨੂੰ ਆਪ ਨਰਿਸ਼ ਕਰਦੀ ਹੈ। ਜੰਗਲ ਉਹਦੀ ਇੱਕ ਬੜੀ ਕਲਾਸੀਕਲ ਉਦਾਹਰਨ ਹੈ, ਫੋਰੈਸਟ। ਹੁਣ ਫੋਰੈਸਟ ਦੇ ਅੰਦਰ ਕੋਈ ਨਾ ਤਾਂ ਕੋਈ ਸਿੰਚਾਈ ਕਰਦਾ, ਨਾ ਉਹਦੇ ਅੰਦਰ ਕੋਈ ਖਾਦ ਪਾਉਂਦਾ, ਕੁਛ ਨਹੀਂ ਕਰਦਾ ਨਾ। ਲੇਕਿਨ ਜਿੰਨਾ ਪੁਰਾਣਾ ਫੋਰੈਸਟ ਹੋਏਗਾ ਉਨਾ ਉਹ ਅਮੀਰ ਹੋਏਗਾ। ਐਮਾਜ਼ੋਨ ਦੇ ਜਿਹੜੇ ਜੰਗਲ ਨੇ ਮੰਨੇ ਜਾਂਦੇ ਕਿ ਸਭ ਤੋਂ ਦੁਨੀਆ ਦੇ ਅਮੀਰ ਜੰਗਲ ਨੇ।
ਤੇ ਉਹਦੇ ਅੰਦਰ ਜਿਹੜੇ ਦਰਖਤ ਨੇ ਉਹ ਐਡੇ ਕੁ ਉੱਚੇ ਨੇ ਕਿ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਉਹਦੇ ਅੰਦਰ ਹਰ ਕਿਸਮ ਤੋਂ ਉਹ ਜਿਹੜਾ ਜੰਗਲ ਦੀ ਅਮੀਰੀ ਹੁੰਦੀ ਹੈ, ਉਹ ਕੁਦਰਤ ਦੀ ਅਮੀਰੀ ਹੈ, ਪਰਮਾਤਮਾ ਦੀ ਅਮੀਰੀ ਆ, ਜਿਹਨੂੰ ਕਿਸੇ ਨੇ ਡਿਸਟਰਬ ਨਹੀਂ ਕੀਤਾ, ਕਿਸੇ ਨੇ ਛੇੜਿਆ ਨਹੀਂ ਉਹਨੂੰ। ਤਾਂ ਉਸ ਜਿਹੜੀ ਕੁਦਰਤ ਦੀ ਆਪਣੀ ਅਮੀਰੀ ਹੈ, ਉਹਨੂੰ ਅਸੀਂ ਡਿਸਟਰਬ ਕਰਦੇ ਹਾਂ ਆਪਣੀਆਂ ਬੇਵਕੂਫੀਆਂ ਨਾਲ। ਜਿਹੜੀ ਸਾਡਾ ਕਮੰਡ ਹੈ, ਸਾਡੀ ਐਰੋਗੈਂਸ ਹੈ ਕਿ ਅਸੀਂ ਕੁਦਰਤ ਨੂੰ ਕੰਟਰੋਲ ਕਰਨਾ, ਅਤੇ ਕੰਟਰੋਲ ਕਰਕੇ ਚੰਦ ਲੋਕ ਜਿਹੜੇ ਇਹਨਾਂ ਨੂੰ ਆਪਣੇ ਨਿੱਜੀ ਮਫਾਦਾਂ ਲਈ ਜਿਹੜੇ ਵਰਤਣਾ ਚਾਹੁੰਦੇ, ਅਮੀਰ ਤੋਂ ਹੋਰ ਅਮੀਰ ਤੋਂ ਹੋਰ ਅਮੀਰ ਤੋਂ ਹੋਰ ਅਮੀਰ, ਅਮੀਰੀ ਦਾ ਜਿਹੜਾ ਪਾਗਲਪਨ ਹੈ ਉਹ ਕੁਛ ਲੋਕਾਂ ਦੇ ਦਿਮਾਗ 'ਤੇ ਛਾਇਆ ਹੋਇਆ। ਅਤੇ ਉਸ ਅਮੀਰੀ ਨੂੰ ਵਧਾਉਣ ਵਾਸਤੇ ਜਿਹੜੀ ਕੁਦਰਤ ਦੇ ਸਰੋਤ ਨੇ, ਜਿਸ ਮਿੱਟੀ ਬਹੁਤ ਇੰਪੋਰਟੈਂਟ ਸਰੋਤ ਹੈ, ਉਹਨਾਂ ਨੂੰ ਖਰਾਬ ਕਰਦੇ ਹਾਂ। ਉਹਦੇ ਅੰਦਰ ਮਾਈਨਿੰਗ, ਐਕਸੈਸਿਵ ਮਾਈਨਿੰਗ ਕਰਦੇ ਆ, ਲੋੜ ਤੋਂ ਵੱਧ ਮਾਈਨਿੰਗ ਕਰਦੇ ਆ, ਮਾਈਨਿੰਗ ਕਰਕੇ ਖਰਾਬ ਕਰਦੇ ਆ, ਹੋਰ ਅਨੇਕਾਂ ਇਹੋ ਜਿਹੀਆਂ ਐਕਟੀਵਿਟੀਜ਼ ਕਰਦੇ ਆ ਜਿਹੜੀਆਂ ਕਿ ਮਿੱਟੀ ਨੂੰ ਖਰਾਬ ਕਰਦੀਆਂ ਨੇ। ਤਾਂ ਉਹ ਵਰਤਾਰਾ ਬੰਦ ਹੋਣਾ ਚਾਹੀਦਾ। ਫਿਰ ਭੋਜਨ ਲੜੀ ਦਾ ਸ਼ੁਰੂਆਤ ਜਿਹੜੀ ਹੈ ਖੇਤੀ ਹੈ। ਹੁਣ ਖੇਤੀ ਦੇ ਸਿਰ 'ਤੇ ਸਾਰਾ ਕੁਝ ਖੜ੍ਹਾ। ਖੇਤੀ ਦੇ ਸਿਰ 'ਤੇ ਇਕੱਲਾ ਮਨੁੱਖੀ ਸਮਾਜ ਨਹੀਂ ਖੜ੍ਹਾ, ਅੱਜ ਖੇਤੀ ਦੇ ਸਿਰ 'ਤੇ ਜੀਵ ਜੰਤੂ ਵੀ ਖੜ੍ਹੇ ਆ। ਦੇਖੋ ਜੀਵ ਜੰਤੂ ਵੀ ਜਿਹੜਾ ਅਸੀਂ ਕਿਸਾਨ ਪੈਦਾ ਕਰਦਾ, ਉਹਦੇ 'ਚੋਂ ਪੰਛੀ ਵੀ ਤਾਂ ਖਾਂਦੇ ਆ। ਉਹ ਜਦੋਂ ਥੱਲੇ ਜ਼ਮੀਨ 'ਚ ਗਿਰ ਜਾਂਦਾ, ਉੱਥੇ ਹੋਰ ਡੰਗਰ ਚਰਦੇ ਆ, ਭੇਡਾਂ ਬੱਕਰੀਆਂ ਚਰਦੀਆਂ ਨੇ, ਉੱਥੇ ਉਹ ਸੂਖਸ਼ਮ ਜੀਵ ਵੀ ਨੇ, ਉੱਥੇ ਕੀੜੇ ਮਕੌੜੇ ਵੀ ਨੇ। ਸਾਰਾ ਉਸ ਭੋਜਨ ਲੜੀ ਦਾ ਖੇਤੀ ਨੇ ਭੋਜਨ ਲੜੀ ਨੂੰ ਐਨਰਿਚ ਕੀਤਾ। ਭੋਜਨ ਲੜੀ ਤਾਂ ਆਪਣੇ ਆਪ 'ਚ ਜੰਗਲ ਸੀਗੀ। ਇੱਕ ਅੱਗੇ ਖੇਤੀ ਜਦੋਂ ਆਈ ਤਾਂ ਖੇਤੀ ਇੱਕ ਬਹੁਤ ਕਮਾਲ ਦੀ ਜਿਹੜੀ ਇਨਵੈਂਸ਼ਨ ਸੀਗੀ ਮਨੁੱਖਤਾ ਦੀ, ਕਿ ਉਹਨੇ ਖੇਤੀ ਕਰਨੀ ਸਿੱਖੀ। ਤਾਂ ਖੇਤੀ ਇੱਕ ਬਹੁਤ ਪਵਿੱਤਰ ਪੇਸ਼ਾ, ਆਪਾਂ ਅੱਗੇ ਵੀ ਬਹੁਤ ਵਾਰੀ ਕਰ ਸਕੇ ਹਾਂ ਕਿ ਜਿਹੜੀ ਖੇਤੀ ਹੈ ਉਹ ਸਭ ਤੋਂ ਪਵਿੱਤਰ ਪੇਸ਼ਾ ਅਤੇ ਸਭ ਤੋਂ ਆਧਾਰ ਪੂਰਵਕ ਪੇਸ਼ਾ ਹੈ। ਉਹਦੇ ਉੱਪਰ ਅੱਗੇ ਸਾਰੀ ਇੰਡਸਟਰੀ ਬਣਦੀ ਹੈ। ਤਾਂ ਉਹ ਜਿਹੜਾ ਖੇਤੀ ਹੈ ਉਹਨੂੰ ਸ਼ੁੱਧ ਰੱਖਣਾ ਸਾਡਾ ਕੰਮ ਹੈ। ਉਹਦੇ ਅੰਦਰ ਫਿਰ ਜਿਹੜਾ ਭੋਜਨ ਪੈਦਾ ਹੋਣਾ, ਅਤੇ ਉਹਦੇ ਅੰਦਰ ਜਦੋਂ ਸੂਖਸ਼ਮ ਜੀਵ ਅਗਰ ਠੀਕ ਹੋਣਗੇ ਤਾਂ ਉਹਦੇ ਅੰਦਰ ਜਿਹੜੇ ਕੁਛ ਭੋਜਨ ਨੇ, ਜਿਵੇਂ ਸਬਜ਼ੀਆਂ ਨੇ, ਫਲ ਨੇ, ਤਾਜ਼ੇ ਖਾਣੇ, ਅਨਕੁਕਡ ਖਾਣੇ, ਉਹਦੇ ਅੰਦਰ ਅਦਰਕ ਲਸਣ ਵਰਗੇ ਚੀਜ਼ ਨੇ, ਪਿਆਜ਼ ਹੈ, ਫਲ ਜਿਹੜੇ ਅਨਾਰ ਵਰਗੇ ਫਲ ਨੇ, ਇਹ ਜ਼ਿਆਦਾ ਨਾਈਟਰਸ ਆਕਸਾਈਡ ਬਣਾਉਂਦੇ ਆ ਜਾਂ ਜ਼ਿਆਦਾ ਜਿਹੜੇ ਨੇ ਉਹ ਨਰਿਸ਼ਿੰਗ ਹੁੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਇਕੱਲੇ ਇਹੀ ਹੁੰਦੇ ਆ, ਹੁੰਦਾ ਸਾਰੇ ਹੀ ਨੇ। ਭੋਜਨ ਲੜੀ ਦੇ ਅੰਦਰ ਜਿੰਨਾ ਵੀ ਸ਼ੁੱਧ ਭੋਜਨ ਹੋਏਗਾ ਉਹਦੇ ਅੰਦਰ ਅੱਡ ਕਿਸਮ ਦੇ ਗੁਣ ਨੇ, ਉਹ ਰਲ ਕੇ ਜਿਹੜਾ ਤੁਹਾਡੀ ਸਿਹਤ ਨੂੰ ਠੀਕ ਰੱਖਦੇ ਆ। ਅਤੇ ਉਹਦੇ ਅੰਦਰ ਫਿਰ ਤੁਹਾਡੇ ਅੰਦਰ ਫਿਰ ਉਹ ਗੱਟ ਬੈਕਟੀਰੀਆ ਉੱਥੇ ਨੇ, ਜਿਹੜੇ ਸੋਇਲ 'ਚ ਨੇ ਬੈਕਟੀਰੀਆ, ਉਹ ਤੁਹਾਡੇ ਅੰਤੜੀਆਂ 'ਚ ਵੀ ਨੇ। ਜੇ ਉਹ ਤੰਦਰੁਸਤ ਨੇ ਤਾਂ ਉਹ ਗੱਟ ਵਾਲੇ ਵੀ ਤੰਦਰੁਸਤ ਰਹਿਣਗੇ, ਕਿਉਂ ਰੋਜ਼ ਬਦਲਦੇ ਆ ਉਹ। ਤੁਹਾਡੀਆਂ ਅੰਤੜੀਆਂ, ਜਿਹੜੇ ਸਾਡੇ ਅੰਤੜੀਆਂ ਦੇ ਬੈਕਟੀਰੀਆ ਨੇ, ਰੋਜ਼ ਅਸੀਂ ਲੈਟਰਨ ਰਾਹੀਂ ਕੱਢਦੇ ਹਾਂ ਅਤੇ ਮਿੱਟੀ ਚਲੇ ਜਾਂਦੇ ਆ। ਫਿਰ ਮਿੱਟੀ ਦਾ ਅਸੀਂ ਜਦੋਂ ਰॉ ਫੂਡ ਖਾਂਦੇ ਹਾਂ ਤਾਂ ਉਹਦੇ ਨਾਲ ਬੈਕਟੀਰੀਆ ਵੀ ਖਾਂਦੇ ਹਾਂ। ਅਸੀਂ ਮੂਲੀ ਖਾ ਰਹੇ ਹਾਂ, ਇਕੱਲੀ ਮੂਲੀ ਨਹੀਂ ਖਾ ਰਹੇ, ਮੂਲੀ ਦੇ ਨਾਲ ਮੂਲੀ ਦੇ ਬੈਕਟੀਰੀਆ ਵੀ ਖਾ ਰਹੇ ਹਾਂ, ਲਸਣ ਖਾ ਰਹੇ ਹਾਂ, ਪਿਆਜ਼ ਖਾ ਰਹੇ ਹਾਂ। ਕੱਚਾ ਭੋਜਨ ਜਦੋਂ ਵੀ ਤੁਸੀਂ ਖਾਓਗੇ ਤਾਂ ਕੱਚੇ ਭੋਜਨ ਦੇ ਨਾਲ ਉਹਦੇ ਬੈਕਟੀਰੀਆ ਵੀ ਨਾਲ ਜਾ ਰਹੇ ਆ ਤੁਹਾਡੇ। ਤਾਂ ਉਹ ਜਿਹੜਾ ਸਾਈਕਲ ਬਣਦਾ ਬੈਕਟੀਰੀਆ ਦਾ, ਉਹ ਅਗਰ ਸੋਇਲ ਫਲੋਰਾ ਸਟਰੋਂਗ ਹੋਏਗਾ ਤਾਂ ਗੱਟ ਫਲੋਰਾ ਸਟਰੋਂਗ ਹੋਏਗਾ। ਅਤੇ ਗੱਟ ਫਲੋਰਾ ਨੂੰ ਸਟਰੋਂਗ ਰੱਖਣ ਵਾਸਤੇ ਦੂਜਾ ਫੈਕਟਰ ਕੀ ਹੈ ਕਿ ਅਸੀਂ ਸੁਆਹ ਖੇ ਇਹੋ ਜਿਹਾ ਨਾ ਖਾਈਏ ਜਿਹੜਾ ਜ਼ਹਿਰੀਲਾ ਹੋਵੇ। ਅਸੀਂ ਬਹੁਤ ਸਾਰੀਆਂ ਉਹ ਚੀਜ਼ਾਂ ਖਾ ਜਾਂਦੇ ਹਾਂ ਜਿਹੜੀਆਂ ਕਿ ਜ਼ਹਿਰ ਹੁੰਦੀਆਂ ਨੇ, ਬਾਡੀ ਉਹਨਾਂ ਨੂੰ ਜ਼ਹਿਰ ਸਮਝਦੀ। ਜਿੱਦਾਂ ਕੋਈ ਵੀ ਕੈਮੀਕਲ ਹੈ, ਕੋਈ ਵੀ ਮੈਨ ਮੇਡ ਕੈਮੀਕਲ ਹੈ, ਤਾਂ ਕੁਦਰਤ ਉਹਨੂੰ ਜ਼ਹਿਰ ਸਮਝਦੀ ਹੈ, ਜੋ ਸਾਡੀ ਗੱਟ ਫਲੋਰਾ ਨੂੰ ਅਫੈਕਟ ਕਰੇਗਾ। ਸੋ ਇਹ ਜਿਹੜਾ ਨਾਈਟਰਸ ਆਕਸਾਈਡ ਵਾਲੀ ਆਪਾਂ ਗੱਲ ਕਰ ਰਹੇ ਸੀਗੇ, ਜਾਂ ਜਿਹੜੇ ਫੈਕਟਰ ਜਿਹੜੀ ਅੰਦਰਲੀ ਝਿੱਲੀ ਨੂੰ ਸਿਹਤਮੰਦ ਰੱਖਦੇ ਆ, ਉਹਦੇ ਅੰਦਰ ਸੀਗਾ ਉਹ ਸਾਰੇ ਦੇ ਸਾਰੇ 'ਚ ਕਿਤੇ ਨਾ ਕਿਤੇ ਰॉ ਫੂਡ ਦਾ ਬਹੁਤ ਰੋਲ ਹੈ। ਤੁਸੀਂ ਕੱਚਾ ਖਾਣਾ ਸ਼ੁਰੂ ਕਰ ਦਿਓ, ਥੋੜ੍ਹਾ ਬੀਪੀ ਕਿਤੇ ਜਾਏਗਾ। ਜਿਵੇਂ DIP ਡਾਈਟ ਦੀ ਗੱਲ ਹੈ, ਜਿਹੜੀ ਡਾਕਟਰ ਬਸਰੂਰਾ ਚੌਧਰੀ ਨੇ ਜਿਹੜੀ DIP ਡਾਈਟ ਬਹੁਤ ਪੋਪੂਲਰਾਈਜ਼ ਕੀਤੀ ਹੈ, ਅਤੇ ਬਹੁਤ ਲੋਕ, ਮੇਰੇ ਖਿਆਲ 'ਚ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਜਿਹਨੂੰ ਇਹ ਪਤਾ ਨਾ ਲੱਗਿਆ ਹੋਵੇ DIP ਡਾਈਟ ਕੀ ਹੁੰਦੀ ਹੈ। ਸੋ ਉਹਦੀ ਡਾਕਟਰ ਬਸਰੂਰਾ ਚੌਧਰੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਜਿਹੜੀ DIP ਡਾਈਟ ਨੂੰ ਪੋਪੂਲਰਾਈਜ਼ ਕੀਤਾ ਸਿੰਗਲ ਹੈਂਡਡਲੀ। ਤਾਂ ਉਹ ਜਿਹੜਾ DIP ਡਾਈਟ ਹੈ ਉਹ ਆਪਣੇ ਆਪ ਹੀ ਵੰਡਰਫੁਲ ਉਹ ਹੈ। ਫਿਰ ਉਸ ਤੋਂ ਬਾਅਦ ਡਾਕਟਰ ਖਾਦਰਵਲੀ ਦੀ ਕੰਟਰੀਬਿਊਸ਼ਨ ਹੈ ਕਿ ਜੇ ਅਗਰ ਗ੍ਰੇਨਸ ਖਾਣੇ, ਕਿਉਂਕਿ DIP ਡਾਈਟ ਦੀ ਥੋੜ੍ਹੀ ਪ੍ਰੋਬਲਮ ਇਹ ਆਉਂਦੀ ਹੈ ਕਿ ਫਲ ਸਬਜ਼ੀਆਂ, ਇੱਕ ਬੰਦਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ, ਜਿਹਦੇ ਕੋਲ ਟਾਈਮ ਖੁੱਲ੍ਹਾ ਹੈ, ਉਹ ਤਾਂ ਖਾ ਲੇਗਾ। ਲੇਕਿਨ ਜਿਹੜੇ ਬੰਦੇ ਨੇ, ਮਜ਼ਦੂਰ ਨੇ, ਹਾਰਡ ਵਰਕਿੰਗ ਹੈ, ਬਾਹਰ ਜੋਬ 'ਤੇ ਜਾਣਾ ਹੈ, ਉਹ ਸਾਰਾ ਦਿਨ ਕਿਵੇਂ ਖਾਏ? ਫਲ ਸਬਜ਼ੀਆਂ ਬਾਰ ਖਾਣੀਆਂ ਪੈਂਦੀਆਂ ਨੇ। ਉਹ ਫਿਰ ਅਨਾਜ ਖਾਣੇ ਹੁੰਦੇ ਪੈਂਦੇ ਆ। ਤਾਂ ਅਨਾਜ ਕਿਵੇਂ ਖਾਣੇ ਆ, ਉਹਦਾ ਡਾਕਟਰ ਖਾਦਰਵਲੀ ਦੀ ਜਿਹੜੀ ਰਿਸਰਚ ਹੈ ਉਹ ਬੜੀ ਕਮਾਲ ਦੀ ਹੈ, ਜਿਹਨੂੰ ਕਿ ਇਹ ਆਪਾਂ ਦੋਨਾਂ ਨੂੰ ਸਿੰਥੇਸਾਈਜ਼ ਕਰ ਲਿਆ ਕਿ ਕਿਸ ਤਰ੍ਹਾਂ ਫਲ ਅਤੇ ਸਬਜ਼ੀਆਂ ਵੀ ਖਾਣੇ ਆ, ਰॉ ਫੂਡ ਵੀ ਖਾਣਾ, ਅਤੇ ਇਹ ਡਾਕਟਰ ਖਾਦਰਵਲੀ ਦੇ ਜਿਹੜੇ ਮਿਲਟਸ ਨੇ ਉਹਨੂੰ ਵੀ ਆਪਣੀ ਡਾਇਟ ਸ਼ਾਮਿਲ ਕਰ ਲਿਆ। ਤਾਂ ਆਪਾਂ ਨੂੰ ਬਹੁਤ ਵੰਡਰਫੁਲ ਰਿਜ਼ਲਟਸ ਮਿਲ ਰਹੇ ਆ। ਤਾਂ ਉਹ ਜਿਹੜੇ ਇੱਦਾਂ ਦੀ ਖੋਜਾਂ ਨੇ ਜਿਹੜੀਆਂ ਮਨੁੱਖਤਾ ਕਰ ਰਹੀ ਹੈ, ਸਾਇੰਟਿਸਟ ਕਰ ਰਹੇ ਆ, ਵਿਗਿਆਨੀ ਕਰ ਰਹੇ ਆ, ਡਾਕਟਰ ਕਰ ਰਹੇ ਆ, ਉਹ ਮੈਂ ਸਮਝਦਾ ਸਾਰੀਆਂ ਦੇ ਸਾਰੀਆਂ ਕਿਤੇ ਨਾ ਕਿਤੇ ਉਹ ਜਿਹੜੀ ਅੰਦਰਲੀ ਝਿੱਲੀ ਹੈ ਖੂਨ ਦੀਆਂ ਨਾੜਾਂ ਦੀ, ਉਹਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ, ਕਿਉਂਕਿ ਜਿਹੜੇ ਮਿਲਟਸ ਨੇ ਇਹਦੇ ਅੰਦਰ ਫਾਈਬਰ ਹੈ। ਫਾਈਬਰ ਦਾ ਮਤਲਬ ਜਿੱਦਾਂ ਝਾੜੂ ਹੈ, ਝਾੜੂ ਨੂੰ ਆਪਾਂ ਮਾਰਦੇ ਹਾਂ ਨਾ ਰੋਜ਼ ਫਰਸ਼ 'ਤੇ ਝਾੜੂ ਦੀ ਸਫਾਈ ਹੋ ਜਾਂਦੀ ਹੈ।
ਤਾਂ ਫਾਈਬਰ ਉਹੀ ਰੋਲ ਪਲੇ ਕਰਦੀ ਖੂਨ ਦੀਆਂ ਨਾੜਾਂ 'ਚ, ਕਿ ਖੂਨ ਦੀਆਂ ਨਾੜਾਂ ਨੂੰ ਬ੍ਰਸ਼ਿੰਗ ਕਰ ਦਿੰਦੀ ਹੈ ਉਹਨਾਂ ਦੀ, ਉਹਦੇ ਅੰਦਰ ਜਿਹੜੀ ਮਾੜੀ ਮੋਟੀ ਜਮਾਅ ਹੁੰਦੀ ਆ ਉਹਨੂੰ ਘੋਲੀ ਤੁਰੀ ਜਾਂਦੀ ਹੈ, ਅਤੇ ਮਗਰ ਉਹ ਨਵੀਂ ਆ ਜਾਂਦੀ ਥੱਲਿਓਂ ਨਵੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਉਹ ਜਿਹੜਾ ਫਾਈਬਰ ਹੈ ਪ੍ਰੀਬਾਇਓਟਿਕ ਵੀ ਆ ਉਹ, ਔਰ ਉਹ ਖੂਨ ਦੀਆਂ ਨਾੜਾਂ ਨੂੰ ਬ੍ਰਸ਼ ਵੀ ਕਰਦਾ। ਸੋ ਫਾਈਬਰ ਫੂਡ ਜਿਹੜਾ ਹੈ ਇਹ ਜਿਹੜਾ ਜਿਹਨੂੰ ਆਪਾਂ ਰੇਸ਼ੇ ਵਾਲਾ ਖਾਣਾ ਜਿਹੜਾ ਉਹ ਖਾਣਾ ਬੇਹੱਦ ਜ਼ਰੂਰੀ ਹੈ। ਅਤੇ ਰੇਸ਼ੇ ਵਾਲਾ ਖਾਣਾ ਕਿਹੜਾ ਹੁੰਦਾ, ਉਹ ਰॉ ਖਾਣਾ। ਕੋਈ ਵੀ ਤੁਸੀਂ ਰॉ ਖਾਣਾ ਖਾ ਰਹੇ ਹੋ, ਫਲ ਖਾ ਰਹੇ ਹਾਂ ਆਪਾਂ, ਸਲਾਦ ਖਾ ਰਹੇ ਹਾਂ, ਮੂਲੀ ਖਾ ਰਹੇ ਹਾਂ, ਚਟਨੀ ਖਾ ਰਹੇ ਹਾਂ, ਜਾਂ ਜਿਹੜੇ ਉਹ ਅਨਾਜ ਖਾ ਰਹੇ ਹਾਂ ਜਿਹਦੇ ਅੰਦਰ ਫਾਈਬਰ ਜ਼ਿਆਦਾ। ਸ਼ੱਕਰਕੰਦੀ ਵੀ ਬਹੁਤ ਵਧੀਆ ਚੀਜ਼ ਹੈ, ਸ਼ੱਕਰਕੰਦੀ ਵੀ ਅੱਛੀ ਚੀਜ਼ ਹੈ। ਤਾਂ ਉਹ ਜਿਹੜਾ ਇਹ ਫੂਡ ਹੈ ਸਾਡਾ, ਇਹ ਜਿਹੜਾ ਇੱਦਾਂ ਦਾ ਹੋਣਾ ਚਾਹੀਦਾ ਕਿ ਉਹਦੇ ਵਿੱਚ ਰਾਹ ਹੋਵੇ। ਪਹਿਲੀ ਗੱਲ ਤਾਂ ਕਿ ਉਹ ਰਾਹ ਫੂਡ ਦੇ ਗੁਣ ਇਹ ਨੇ ਕਿ ਰਾਹ ਫੂਡ ਦੇ ਅੰਦਰ ਇੱਕ ਤਾਂ ਨਿਊਟਰੀਐਂਟਸ ਉੱਦਾਂ ਹੀ ਹੁੰਦੇ ਆ ਜਿੱਦਾਂ ਕੁਦਰਤ ਚਾਹੀਦੇ ਆ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਉਸੇ ਭੋਜਨ ਲੜੀ ਦਾ ਉਸ ਇੱਕ ਹਿੱਸਾ ਹੈ, ਉਸੇ ਕੁਦਰਤ ਦਾ ਹਿੱਸਾ ਹੈ ਜਿਹੜੀ ਕਿ ਹੋਲਸਮ ਹੈ, ਹੋਲਿਸਟਿਕ ਹੈ। ਯਾਨੀ ਹੋਲਿਸਟਿਕ ਦੇ ਵਿੱਚ ਕੀ ਹੈ ਕਿ ਸਾਡਾ ਸਰੀਰ ਲੱਖਾਂ ਸਾਲਾਂ ਤੋਂ ਉਸ ਖਾਣੇ ਨਾਲ ਤੇ ਇੰਟਰੈਕਸ਼ਨ ਉਹਦਾ ਬਣਿਆ ਹੋਇਆ। ਸਾਡੇ ਸਰੀਰ ਨੂੰ ਪਤਾ ਹੈ ਕਿ ਆਹ ਖਾਣਾ ਮੇਰੇ ਅੰਦਰ ਆਵੇ ਤਾਂ ਉਹ ਸਰੀਰ ਨੂੰ ਪਛਾਣ ਲੈਂਦਾ ਨਾਲ ਦੀ ਨਾਲ ਵੀ ਹਾਂ ਇਹ ਹੈ ਖਾਣਾ, ਕਿਉਂਕਿ ਉਹ ਖਾਣਾ ਖਾਣ ਦਾ ਮੇਰੇ ਸੈੱਲ ਜਿਹੜੇ ਨੇ ਉਹ ਅੱਜ ਦੇ ਥੋੜ੍ਹੇ ਨੇ। ਮੇਰੇ ਜਿਹੜੇ ਸੈੱਲ ਨੇ, ਮੇਰਾ ਸਰੀਰ ਹੈ ਇਹ ਕਰੋੜਾਂ ਸਾਲ ਪੁਰਾਣਾ। ਜਦ ਦਾ ਜੀਵਨ ਬਣਿਆ ਅੱਜ ਵੀ ਸਾਡੇ ਜਿਹੜੇ ਸੈੱਲ ਨੇ ਉਹਦੇ ਅੰਦਰ ਕੁਲਵੰਤ ਜੀ 90% ਤੋਂ ਉੱਪਰ ਜੀਨ ਸਾਡੇ ਅੱਜ ਵੀ ਬੈਕਟੀਰੀਆ ਦੇ ਜੀਨ ਨੇ। ਸੋ ਬੈਕਟੀਰੀਆ ਨੂੰ ਬਣੇ ਨੂੰ ਕਿੰਨਾ ਚਿਰ ਹੋ ਗਿਆ? ਕਰੋੜਾਂ ਸਾਲ। ਤਾਂ ਮੇਰੀ ਉਮਰ 70 ਸਾਲ ਨਹੀਂ ਹੈ, ਮੇਰੀ ਉਮਰ ਕਰੋੜਾਂ ਸਾਲ ਹੈ। ਮੇਰੇ ਅੰਦਰ ਜਿਹੜਾ ਇਨਬਿਲਟ ਢਾਂਚਾ ਹੈ ਉਹ ਕਰੋੜਾਂ ਸਾਲ ਪੁਰਾਣਾ ਹੈ। ਉਹ ਕਰੋੜਾਂ ਸਾਲ ਤੋਂ ਉਹੀ ਫੂਡ ਉਹਦੇ ਨਾਲ ਉਹਦਾ ਤਾਲਮੇਲ ਹੁੰਦਾ ਰਿਹਾ, ਅਤੇ ਮੇਰੇ ਸਰੀਰ ਦੀ ਮਸ਼ੀਨਰੀ ਟ੍ਰੇਨਡ ਹੈ ਕਿ ਇਹ ਫੂਡ ਆਏਗਾ ਤਾਂ ਮੈਨੂੰ ਇੱਦਾਂ ਆਪਣੇ ਮਕਸਦ ਲਈ ਵਰਤਣਾ। ਖੂਨ ਦੀਆਂ ਨਾੜਾਂ ਨੂੰ ਸਾਫ਼ ਕਰਨ ਲਈ ਆਹ ਕੁਛ ਵਰਤਣਾ ਹੈ, ਦਿਲ ਨੂੰ ਸਟਰੋਂਗ ਕਰਨ ਲਈ ਆਹ ਵਰਤਣਾ ਹੈ, ਮਸਲ ਨੂੰ ਸਟਰੋਂਗ ਕਰਨ ਲਈ ਆਹ ਵਰਤਣਾ ਹੈ, ਹੱਡੀਆਂ ਨੂੰ ਸਟਰੋਂਗ ਕਰਨ ਲਈ ਆਹ ਵਰਤਣਾ ਹੈ। ਉਹ ਜਾਡਾ ਆਪਾਂ ਨੇ ਸਾਇੰਸ ਨੇ ਨਾਂ ਦੇ ਦਿੱਤੇ ਉਹਨਾਂ ਨੂੰ। ਕਿਸੇ ਨੂੰ ਕੋਈ 10 ਕਹਿ ਦਿੱਤਾ, ਕਿਸੇ ਨੂੰ ਕੈਲਸ਼ੀਅਮ ਕਹਿ ਦਿੱਤਾ, ਕਿਸੇ ਨੂੰ ਮੈਗਨੀਸ਼ੀਅਮ ਕਹਿ ਦਿੱਤਾ, ਉਹਦੇ ਅੱਡ ਵਾਈਟਾਮਿਨਸ ਨੇ, ਮਿਨਰਲਸ ਨੇ, ਉਹਦਾ ਨਾਂ ਦੇ ਦਿੱਤੇ ਆਪਾਂ ਨੇ। ਉਹ ਨਾਂ ਦੇਣ ਦਾ ਮਤਲਬ ਫਾਇਦਾ ਕੀ ਹੋਇਆ ਕਿ ਆਪਾਂ ਨੂੰ ਸਮਝਣ 'ਚ ਮਦਦ ਮਿਲੀ। ਵਿਗਿਆਨ ਨੇ ਆਪਾਂ ਨੂੰ ਸਮਝਣ 'ਚ ਮਦਦ ਕੀਤੀ ਕਿ ਆਹ ਚੀਜ਼ਾਂ ਜਿਹੜੀਆਂ ਨੇ ਅੱਛੀਆਂ ਹੁੰਦੀਆਂ ਨੇ, ਇਹਨੂੰ ਖਾਈਏ ਤਾਂ ਆਪਾਂ ਵਧੀਆ ਹੁੰਦਾ। ਲੇਕਿਨ ਅੱਜ ਵੀ ਵਿਗਿਆਨ ਨੂੰ ਬਹੁਤ ਸਾਰੀਆਂ ਗੱਲਾਂ ਸਮਝ ਨਹੀਂ ਆਈਆਂ। ਮੈਨੂੰ ਯਾਦ ਹੈ MBBS ਜੋ ਅਸੀਂ ਪੜ੍ਹਦੇ ਸੀਗੇ, ਅਤੇ ਅੱਜ ਹੁਣ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਅੱਜ ਉਹਨਾਂ ਨਿਊਟਰੀਐਂਟਸ ਦੀ ਗਿਣਤੀ ਬਹੁਤ ਵੱਧ ਗਈ। ਪਹਿਲਾਂ ਜਿਹੜੇ ਬ੍ਰੇਨ ਦੇ ਨਿਊਰੋ ਟਰਾਂਸਮਿਟਰਸ ਨੇ, ਫਾਰ ਐਗਜ਼ਾਮਪਲ ਨਿਊਰੋ ਟਰਾਂਸਮਿਟਰ ਸਾਡਾ ਬੈਕਟੀਰੀਆ ਬਣਾਉਂਦਾ। ਸਾਡੇ ਬ੍ਰੇਨ ਦੀ ਫੰਕਸ਼ਨਿੰਗ ਸਾਡੀ ਗੱਟ 'ਚ ਹੁੰਦੀ ਹੈ। ਜੇ ਸਾਡਾ ਗੱਟ ਫਲੋਰਾ ਸਟਰੋਂਗ ਹੋਵੇ ਤਾਂ ਬ੍ਰੇਨ ਵੀ ਸਟਰੋਂਗ ਹੋਏਗਾ। ਤਾਂ ਉਹ ਗੱਟ ਫਲੋਰਾ ਪਹਿਲਾਂ ਸਾਡੇ ਜਿਹੜੇ ਬ੍ਰੇਨ ਦੇ ਨਿਊਰੋ ਟਰਾਂਸਮਿਟਰ ਸੀਗੇ, ਮੇਰੇ ਖਿਆਲ 'ਚ ਜਦੋਂ ਮੈਂ MBBS ਪੜ੍ਹਦਾ ਸੀ 4-5 ਸਾਨੂੰ ਪੜ੍ਹਾਉਂਦੇ ਹੁੰਦੇ ਸੀ ਸਾਰੇ। ਇਹ ਸੈਰੋਟੋਨਿਨ ਹੈ ਜੀ, ਇਹ ਆਕਸੀਟੋਸਿਨ ਹੈ ਜੀ, ਇਹ 4-5 ਹੁੰਦੇ ਸੀਗੇ। ਅੱਜ 300 ਹੋ ਚੁੱਕੇ ਆ। ਅੱਜ 300 ਨਿਊਰੋ ਟਰਾਂਸਮਿਟਰ ਨੇ ਜਿਹੜੇ ਕਿ ਮੇਰੇ ਬ੍ਰੇਨ ਨੂੰ ਚਲਾ ਰਹੇ ਆ। ਉਹ ਬਣਾ ਕੌਣ ਰਿਹਾ? ਗੱਟ ਫਲੋਰਾ ਬਣਾ ਰਿਹਾ। ਜਿੰਨਾ ਗੱਟ ਫਲੋਰਾ ਸਟਰੋਂਗ ਹੋਏਗਾ ਉਹਨੇ ਮੇਰਾ ਬ੍ਰੇਨ ਠੀਕ ਕੰਮ ਕਰੇਗਾ। ਸੇਮ ਇਜ਼ ਟਰੂ ਅਬਾਊਟ ਆਲ ਅਦਰ ਪਾਰਟਸ ਆਲਸੋ। ਬਾਕੀ ਜਿਹੜੇ ਸਾਡੇ ਅੰਗ ਨੇ ਉਹਦੇ ਬਾਰੇ ਵੀ ਉਹੀ ਗੱਲ ਟਰੂ ਹੈ ਕਿ ਸਾਇੰਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਸਾਇੰਸ ਨੇ ਸਾਨੂੰ ਹੈਲਪ ਕੀਤੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਮਝੀਏ ਅਤੇ ਉਹ ਚੇਤਨ ਤੌਰ 'ਤੇ ਉੱਦਾਂ ਦੀ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰੀਏ। ਪਹਿਲਾ ਮਨੁੱਖ ਸੀਗਾ ਉਹ ਟ੍ਰੈਡੀਸ਼ਨ ਬੇਸ ਸੀਗਾ ਕਿ ਜੋ ਮੇਰੇ ਬਜ਼ੁਰਗਾਂ ਨੇ ਆਪਣੀ ਵਿਜ਼ਡਮ ਨਾਲ ਸਿੱਖਿਆ। ਅੱਗੇ ਦੇ ਅੱਗੇ ਉਹ ਵਿਜ਼ਡਮ ਓਰਲ ਚੱਲਦੀ ਰਹੀ, ਅਤੇ ਇੱਕ ਬਹੁਤ ਵਧੀਆ ਇੱਕ ਨੌਲੇਜ ਪੂਲ ਸੀਗਾ ਸਾਡੇ ਕੋਲ। ਲੇਕਿਨ ਅੱਜ ਉਹ ਪੂਲ ਜਿਹੜਾ ਅਸੀਂ ਬਹੁਤ ਤੇਜ਼ੀ ਨਾਲ ਐਨਰਿਚ ਕਰ ਲਿਆ ਆਪਣੇ ਪੜ੍ਹਾਈ ਨਾਲ, ਆਪਣੇ ਵਿਗਿਆਨ ਨਾਲ, ਆਪਣੇ ਕਮਿਊਨੀਕੇਸ਼ਨ ਨਾਲ। ਅੱਜ ਹੁਣ ਜੋ ਆਪਾਂ ਗੱਲ ਕਰ ਰਹੇ ਹਾਂ ਇਹ ਹੁਣ ਦੁਨੀਆ ਪੂਰੀ 'ਚ ਜਿਹੜੀ ਹੈ ਲੋਕਾਂ ਨੇ ਦੇਖਣੀ ਹੈ ਅਤੇ ਫਿਰ ਸੁਣੀ ਜਾਣੀ ਹੈ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਇਹ ਬਹੁਤ ਵਧੀਆ ਹੈ। ਅਤੇ ਇਹ ਜਿਹੜਾ ਸਾਨੂੰ ਆਪਣੀ ਹਵਾ ਨੂੰ ਸਮਝਣਾ, ਪਾਣੀ ਨੂੰ ਸਮਝਣਾ, ਗੱਟ ਬੈਕਟੀਰੀਆ ਨੂੰ, ਸੋਇਲ ਬੈਕਟੀਰੀਆ ਨੂੰ ਸਮਝਣਾ, ਆਪਣੇ ਵਾਈਟਾਮਿਨਸ ਮਿਨਰਲਸ ਦੇ ਰੋਲ ਨੂੰ ਸਮਝਣਾ, ਐਂਟੀਆਕਸੀਡੈਂਟ ਦੇ ਰੋਲ ਨੂੰ ਸਮਝਣਾ, ਨਾਈਟਰਸ ਆਕਸਾਈਡ ਦੇ ਰੋਲ ਨੂੰ ਸਮਝਣਾ, ਖੂਨ, ਇਹ ਸਾਰਾ ਕੁਛ ਜਿਹੜਾ ਇਹ ਕਿਤੇ ਨਾ ਕਿਤੇ ਆਪਾਂ ਨੂੰ ਸਮਝਣ ਦੀ ਲੋੜ ਹੈ। ਤਾਂ ਹੀ ਆਪਾਂ ਆਪਣੀ ਸਿਹਤ ਉੱਪਰ ਕੰਟਰੋਲ ਰੱਖ ਸਕਦੇ ਹਾਂ। ਨਹੀਂ ਤਾਂ ਅੱਜ ਕੀ ਹੋ ਰਿਹਾ ਕਿ ਜਿਹੜੇ ਉਹ ਕੁਛ ਜਿਹੜੇ ਖੁਦਗਰਜ਼ ਕਿਸਮ ਦੇ ਲੋਕ ਨੇ ਜਿਨ੍ਹਾਂ ਦਾ ਕੰਮ ਸਿਰਫ ਪ੍ਰੋਫਿਟ ਓਰੀਐਂਟਡ ਹੈ, ਉਹਨਾਂ ਦੇ ਕੇਂਦਰ 'ਚ ਕੋਈ ਗੱਲ ਹੈ ਕਿ ਇਹ ਬੰਦੇ ਤੋਂ ਦੀ ਜੇਬ ਕਿਵੇਂ ਖਾਲੀ ਕਰਾਉਣੀ ਹੈ। ਅਤੇ ਉਹਦੇ ਅੰਦਰ ਉਹ ਅਜੀਬ ਕਿਸਮ ਦਾ ਜਿਹੜਾ ਮਿਸ ਇਨਫੋਰਮੇਸ਼ਨ ਹੈ ਉਹਨੂੰ ਉਹ ਨੌਲੇਜ ਕਹਿ ਕੇ, ਉਹਨੂੰ ਉਹ ਤੁਹਾਡੀ ਭਲਾਈ ਲਈ ਕਹਿ ਕੇ ਉਹ ਤੁਹਾਨੂੰ ਦਿੰਦੇ ਆ। ਅਸਲ 'ਚ ਉਹਨਾਂ ਦਾ ਮਕਸਦ ਜਿਹੜਾ ਪ੍ਰੋਫਿਟ ਪਾਉਣਾ ਹੁੰਦਾ। ਅੱਜ ਦਾ ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ, ਸਾਡੀ ਜਿਹੜੀ ਬਦਕਿਸਮਤੀ ਹੈ ਕਿ ਉਹਦੇ ਅੰਦਰ ਇਹੋ ਜਿਹੇ ਲੋਕ ਭਾਰੂ ਹੋ ਗਏ ਹੈ ਜਿਹੜੇ ਕਿ ਪ੍ਰੋਫਿਟ ਦੀ ਖਾਤਰ ਮਿਸ ਇਨਫੋਰਮੇਸ਼ਨ ਫੈਲਾਉਂਦੇ ਆ
ਤੇ ਤੁਹਾਨੂੰ ਆਪਣਾ ਪ੍ਰੋਡਕਟਸ ਵੇਚਣਾ ਚਾਹੁੰਦੇ ਆ, ਉਹਦੇ ਤੋਂ ਬਚਣ ਲਈ ਆਪਾਂ ਜਿਹੜਾ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਆਪਣੇ ਸਾਰੇ ਲੋਕਾਂ ਨੂੰ ਇਹੋ ਜਿਹੇ ਨੌਲੇਜ ਨਾਲ ਇਕੁਇਪ ਕਰੀਏ ਕਿ ਤੁਹਾਨੂੰ ਇਹੋ ਜਿਹੇ ਜਿਹੜੇ ਖੁਦਗਰਜ਼ ਲੋਕ ਨੇ ਜਿਨ੍ਹਾਂ ਨੇ ਆਪਣੇ ਪ੍ਰੋਫਿਟ ਦੀ ਖਾਤਰ ਤੁਹਾਨੂੰ ਗਲਤ ਦਵਾਈਆਂ ਵੇਚਣੀਆਂ ਨੇ, ਗਲਤ ਰਸਤੇ ਪਾਉਣਾ ਹੈ, ਤਾਂ ਕੋਈ ਫੂਡ ਇੰਡਸਟਰੀ ਹੈ, ਕੋਈ ਕੈਮੀਕਲ ਐਗਰੋ ਇੰਡਸਟਰੀ ਹੈ, ਕੋਈ ਫਾਰਮਾਸਿਊਟੀਕਲ ਇੰਡਸਟਰੀ ਹੈ, ਜਿਨ੍ਹਾਂ ਨੇ ਮਤਲਬ ਮਿਸ ਇਨਫੋਰਮੇਸ਼ਨ ਫੈਲਾ ਕੇ ਤੁਹਾਡੀ ਜੇਬ ਖਾਲੀ ਕਰਨੀ, ਉਹਦਾ ਮਕਸਦ ਤੁਹਾਡੀ ਜੇਬ 'ਚੋਂ ਪੈਸੇ ਕਢਾ ਕੇ ਆਪਣੇ ਕੋਲ ਲਿਜਾਣਾ ਹੈ। ਤਾਂ ਉਹਨਾਂ ਤੋਂ ਬਚਾਉਣ ਲਈ ਆਪਾਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਹਦੇ ਅਧੀਨ ਆਪਾਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਕੁਛ ਅਸੀਂ ਆਪ ਕਰ ਸਕਦੇ ਹਾਂ। ਸਾਨੂੰ ਇਹਦੇ ਵਾਸਤੇ ਕਿਸੇ ਡਾਕਟਰ ਦੀ ਮਦਦ ਦੀ ਲੋੜ ਨਹੀਂ ਹੈ। ਆਪ ਪੜ੍ਹੋ, ਵੱਧ ਤੋਂ ਵੱਧ ਤੁਸੀਂ ਹੁਣ ਪੱਤਰਕਾਰ ਹੋ, ਤੁਸੀਂ ਵੀ ਤਾਂ ਪੜ੍ਹਦੇ ਹੋ, ਜੋ ਜੇ ਬੰਦਾ ਤੁਸੀਂ ਸਵਾਲ ਪੁੱਛਦੇ ਹੋ ਤਾਂ ਬੜਾ ਸਪਸ਼ਟ ਹੈ ਕਿ ਤੁਸੀਂ ਉੱਤੇ ਪਹਿਲਾਂ ਮਿਹਨਤ ਕਰਦੇ ਹੋ, ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਅਤੇ ਮੈਂ ਸਮਝਦਾ ਕਿ ਹਰ ਵਿਅਕਤੀ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਸਿਹਤ ਨੂੰ ਆਪ ਸਮਝੇ, ਆਪ ਸਮਝ ਕੇ ਫਿਰ ਆਪਣੇ ਦਿਨਚਰਿਆ ਨੂੰ ਡਿਫਾਈਨ ਕਰੇ ਕਿ ਮੈਂ ਇਹਦੇ 'ਚ ਇੱਦਾਂ ਦੀ ਖੇਤੀ ਨੂੰ ਹੈਲਪ ਕਰਨੀ ਹੈ, ਮੈਂ ਆਰਗੈਨਿਕ ਖਰੀਦਣ ਦੀ ਕੋਸ਼ਿਸ਼ ਕਰਨੀ ਹੈ, ਮੈਂ ਆਪਣੀ ਹਵਾ ਦੇ ਆਲੇ ਦੁਆਲੇ ਕੋਈ ਹਵਾ ਖਰਾਬ ਕਰ ਰਿਹਾ ਉਹਨੂੰ ਰੋਕਣਾ ਹੈ, ਮੇਰੇ ਆਲੇ ਦੁਆਲੇ ਕੋਈ ਪਾਣੀ ਖਰਾਬ ਕਰ ਰਿਹਾ ਉਹਨੂੰ ਰੋਕਣਾ ਹੈ, ਮੈਂ ਭੋਜਨ ਉਹ ਖਰੀਦਣਾ ਜਿਹੜਾ ਮੇਰੀ ਸਿਹਤ ਲਈ ਅੱਛਾ ਹੈ, ਮੈਂ ਇੰਡਸਟਰੀਅਲ ਭੋਜਨ ਨਹੀਂ ਖਾਣਾ, ਮੈਂ ਆਹ ਭੋਜਨ ਕੱਚਾ ਖਾਣਾ ਆ। ਤਾਂ ਉਹ ਸਾਰਾ ਆਪਾਂ ਇਹ ਸਾਰਾ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡੇ ਲੋਕ ਜਿਹੜੇ ਨੇ ਜਿਹੜੇ ਸਮਾਜ ਦੀ ਜਿਹੜੀ ਹੈਲਥ ਹੁੰਦੀ ਹੈ, ਸਮਾਜ ਦਾ ਸਰਵਾਈਵਲ ਜਿਹੜਾ ਹੈ ਉਹ ਕਲੈਕਟਿਵ ਹੈ। ਅਗਰ ਸਮਾਜ ਵੀਕ ਹੁੰਦਾ, ਮਨੁੱਖਤਾ ਕਮਜ਼ੋਰ ਹੁੰਦੀ ਹੈ, ਤਾਂ ਮੈਂ ਵੀ ਕਮਜ਼ੋਰ ਹੁੰਦਾ। ਮੇਰਾ ਹਿੱਤ ਜੁੜਿਆ ਹੋਇਆ ਕਿ ਮਨੁੱਖਤਾ ਮਜ਼ਬੂਤ ਹੋਵੇ ਅਤੇ ਮਨੁੱਖਤਾ ਕੋਲ ਗਿਆਨ ਹੋਵੇ ਕਿ ਉਹ ਜਿਹੜੇ ਖੁਦਗਰਜ਼ ਹਿੱਤ ਨੇ, ਜਿਹੜੇ ਕਿ ਮਨੁੱਖਤਾ ਨੂੰ ਮਤਲਬ ਮਨੁੱਖਤਾ ਦੀ ਸਿਹਤ ਦਾ, ਮਨੁੱਖਤਾ ਦੀ ਜਿਹੜੀ ਲੌਂਗ ਟਰਮ ਸਰਵਾਈਵਲ ਹੈ ਉਹਦਾ, ਜਾਂ ਇਸ ਸਾਡੇ ਇਸ ਸੁੰਦਰ ਜ਼ਮੀਨ ਹੈ ਜਿਹੜੀ ਧਰਤੀ ਦਾ ਜਿਹੜਾ ਹਿੱਤ ਹੈ ਕਿ ਇਹਦੇ ਉੱਪਰ ਜਿਹੜੀ ਬਸਦੀ ਕੁਦਰਤ ਹੈ ਉਹ ਵੀ ਬੜੀ ਮਜ਼ਬੂਤ ਹੋਵੇ, ਔਰ ਉਹਦੀ ਜਿਹੜੀ ਧਰਤੀ ਦੀ ਸਰਵਾਈਵਲ ਹੈ, ਧਰਤੀ ਦੇ ਉੱਪਰ ਬਸੀ ਕੁਦਰਤ ਦੀ ਸਰਵਾਈਵਲ ਹੈ, ਮਨੁੱਖ ਦੀ ਸਰਵਾਈਵਲ ਹੈ, ਉਹ ਮਜ਼ਬੂਤ ਵੀ ਹੋਵੇ, ਸਮਾਜ ਖੁਸ਼ੀਆਂ ਖੇੜਿਆਂ ਭਰਿਆ ਹੋਵੇ, ਉਹ ਸਿਹਤਮੰਦ ਹੋਵੇ ਅਤੇ ਉਹਦੇ ਕੋਲ ਟਾਈਮ ਵੀ ਹੋਵੇ, ਕੁਛ ਪੜ੍ਹੇ ਲਿਖੇ, ਕੁਛ ਸੰਵਾਦ ਕਰੇ, ਕੁਛ ਰਿਸਕ ਡਿਸੀਸ਼ਨ ਕਰੇ। ਇਹ ਸਾਰਾ ਕੁਛ ਆਪਾਂ ਨੂੰ ਜਿਹੜਾ ਇਨਕਰੇਜ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਜਿਹੜੇ ਨੇ ਖੁਦਗਰਜ਼ ਕਿਸਮ ਦੇ ਲੋਕ ਨੇ ਜਿਹੜੇ ਕਿ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਸਮਾਜ ਨੂੰ, ਉਹਨਾਂ ਤੋਂ ਬਚ ਸਕੀਏ ਆਪਾਂ। ਡਾਕਟਰ ਸਾਹਿਬ, ਜਾਂਦੇ ਜੇ ਆਪਾਂ ਐਮਰਜੈਂਸੀ ਹਾਲਾਤਾਂ ਦੇ ਬਾਰੇ ਜ਼ਿਕਰ ਨਾ ਕੀਤਾ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਪਬਲਿਕ ਜਿਹੜੀ ਆ ਉਹ ਨਾਰਾਜ਼ ਹੋ ਜਾਏਗੀ ਵੀ ਇਹ ਤਾਂ ਆਪਾਂ ਉਹਨੂੰ ਦੱਸਤਾ ਵੀ ਜਿਹੜਾ ਰੂਟੀਨ 'ਚ ਆਪਾਂ ਨੇ ਕਰਨਾ ਹੈਗਾ। ਬਲੱਡ ਪ੍ਰੈਸ਼ਰ ਬੰਦੇ ਦਾ ਵੱਧ ਗਿਆ ਜਾਂ ਬਲੱਡ ਪ੍ਰੈਸ਼ਰ ਘਟ ਗਿਆ, ਅਜਿਹੇ ਹਾਲਾਤਾਂ ਦੇ ਵਿੱਚ ਕੋਈ ਘਰੇਲੂ ਨੁਸਖੇ ਕੋਈ ਅਜਿਹੇ ਹੈਗੇ ਨੇ ਜਿਹੜੇ ਕਿ ਆਪਾਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਜਿਹੜਾ ਉਹ ਫੌਰਨ ਰਾਹਤ ਦਿਵਾਉਣ? ਕਲਵੰਤ ਜੀ, ਉਹ 'ਚ ਇਹਦਾ BP ਦੀ ਜਿਹੜੀ ਲੀਡਿੰਗ ਹੈ ਉਹਦੇ 'ਚ ਪਹਿਲਾਂ 160-100 ਕਹਿੰਦੇ ਸੀਗੇ, ਹੁਣ ਅਸੀਂ ਕਹਿੰਦੇ 140-90 ਤੋਂ ਥੱਲੇ ਵਾਲਾ BP ਖਤਰਨਾਕ ਨਹੀਂ ਹੈ। ਉਹ ਅਸੀਂ ਨਹੀਂ ਕਹਿੰਦੇ, ਮਤਲਬ ਖੋਜਾਂ ਨੇ ਕਹਿ ਦਿੱਤਾ, ਅਤੇ ਇਹ ਹੁਣ ਲਗਾਤਾਰ ਕਹਿੰਦੇ 120-80 ਤੋਂ ਉੱਪਰ ਜਿਹੜਾ ਤੁਸੀਂ ਦਵਾਈਆਂ ਖਾਣੀ ਸ਼ੁਰੂ ਕਰ ਦਿਓ। ਐਮਰਜੈਂਸੀ ਵਾਸਤੇ ਤੁਹਾਨੂੰ ਥੋੜ੍ਹੀ ਬਹੁਤੀ ਦਵਾਈ ਖਾਣੀ ਪੈਣੀ ਹੈ ਕਿਉਂਕਿ ਐਮਰਜੈਂਸੀ ਜਿਹੜਾ ਬਹੁਤ ਜ਼ਿਆਦਾ ਹਾਈ BP ਹੈ, ਨੁਕਸਾਨ ਕਰ ਸਕਦਾ। ਸੋ ਜਿਹੜੀ ਸਾਡੀ ਜਦੋਂ ਮੈਂ MBBS ਕੀਤੀ ਸੀ ਉਦੋਂ ਸਾਡੀ ਟੀਚਿੰਗ ਇਹ ਹੁੰਦੀ ਸੀ ਕਿ 160-100 ਜਿਹੜਾ BP ਹੈ, ਯਾਨੀ ਕਿ ਉਮਰ ਪਲੱਸ 100 ਉੱਪਰਲਾ BP ਅਤੇ ਥੱਲੜਾ ਜੇਕਰ 100 ਟੱਚ ਕਰਨ ਲੱਗ ਜੇ, 90 ਕ੍ਰਾਸ ਕਰਨ ਲੱਗ ਜੇ, ਤਾਂ ਆਪਾਂ ਕਹਿੰਦੇ ਸੀ ਕਿ ਇਹ BP ਜਿਹੜਾ ਖਤਰਨਾਕ ਹੋ ਸਕਦਾ, ਇਹਨੂੰ ਉਹਦੇ ਲਈ ਦਵਾਈ ਦਿਓ। ਤਾਂ ਮੈਂ ਸਮਝਦਾ ਕਿ ਉਹ ਬੜਾ ਗੋਲਡਨ ਪ੍ਰਿੰਸੀਪਲ ਸੀਗਾ। ਹੁਣ ਦੀਆਂ ਜਿਹੜੀਆਂ ਬਾਅਦ ਦੀਆਂ ਖੋਜਾਂ ਹੋਈਆਂ ਉਹਨਾਂ ਨੇ ਵੀ ਇਹੀ ਸਿੱਧ ਕਰਤਾ ਕਿ ਤੁਹਾਡਾ BP ਅਗਰ 140-90 ਤੱਕ ਸੇਫ ਹੈ, ਤੁਹਾਨੂੰ 140-90 ਤੱਕ ਦਵਾਈ ਐਲੋਪੈਥਿਕ ਦਵਾਈ ਨਹੀਂ ਖਾਣ ਦੀ ਲੋੜ ਹੁੰਦੀ ਕੁਛ ਵੀ, ਕਿਉਂਕਿ ਐਲੋਪੈਥਿਕ ਦਵਾਈਆਂ ਕੈਮੀਕਲ ਨੇ, ਕੈਮੀਕਲ ਦਵਾਈਆਂ ਧੱਕੇ ਨਾਲ ਰੀਡਿੰਗ ਥੱਲੇ ਕਰਦੀਆਂ ਨੇ, ਦਾ ਕੋਈ ਫਾਇਦਾ ਨਹੀਂ ਹੈ, ਉਹ ਤੁਹਾਡੀ ਬੋਡੀ ਨੂੰ ਡਿਸਟਰਬ ਕਰਦਾ। 160-100 ਬਿਲਕੁਲ ਨਹੀਂ ਹੋਣਾ ਚਾਹੀਦਾ। 160-100 ਜਿਹੜਾ ਹੈ ਉਹ ਖਤਰੇ ਦੀ ਘੰਟੀ ਹੈ। ਸੋ 140-90 ਮੈਂ ਕਹਿੰਦਾ ਸੇਫ ਲਿਮਿਟ ਹੈ। 140-90 ਜਿਹੜਾ ਉਸ ਤੋਂ ਅਗਰ ਥੱਲੇ ਹੈ ਤਾਂ ਐਲੋਪੈਥਿਕ ਦਵਾਈ ਨਾ ਖਾਓ, ਕੋਈ ਨਾ ਕੋਈ ਹਰਬਲ ਦਵਾਈ ਖਾਓ, ਜਾਂ ਘਰੇਲੂ ਉਪਚਾਰ, ਜਾਂ ਡਾਈਟ, ਜਾਂ ਐਕਸਰਸਾਈਜ਼, ਜਾਂ ਖੁਸ਼ ਰਹਿਣਾ। ਉਹਦੇ 'ਚ ਬਸ ਆਹੀ ਨੇ। ਇੱਕ ਤਾਂ ਹੋ ਗਏ ਤੁਹਾਡੇ ਕੁਛ ਤਾਂ ਘਰੇਲੂ ਉਪਚਾਰ ਨੇ, ਜਿੱਦਾਂ ਕੋਈ ਘਰੇਲੂ ਉਪਚਾਰਾਂ 'ਚ ਤੁਸੀਂ ਲਾ ਲਓ ਕਿ ਐਕਸਰਸਾਈਜ਼ ਕਰਨਾ ਆਪਣੇ ਆਪ 'ਚ ਹੀ ਬਹੁਤ ਵਧੀਆ ਗੱਲ ਹੈ। ਐਕਸਰਸਾਈਜ਼ ਕਰੋ, ਅੱਛੀ ਤੌਰ 'ਤੇ ਐਕਸਰਸਾਈਜ਼ ਕਰੋ, ਪ੍ਰਾਣਾਯਾਮ ਕਰੋ, ਯੋਗਾ ਕਰੋ। ਫਿਰ ਤੁਹਾਡੇ ਕੁਛ ਜਿਹੜੇ ਖਾਣੇ ਨੇ, ਰॉ ਫੂਡ ਖਾਣਾ ਸ਼ੁਰੂ ਕਰ ਦਿਓ, ਜੂਸਿਸ ਪੀਓ, ਗ੍ਰੀਨ ਜੂਸ ਪੀਓ, ਫਾਈਬਰ ਫੂਡ ਖਾਓ। ਸਾਰਾ ਜਿਹੜਾ ਇਹ ਹੈ, ਪਲੱਸ ਕੁਛ ਕਾੜੇ ਨੇ, ਅਸੀਂ ਕਾੜੇ ਕੁਛ ਐਡਵਾਈਜ਼ ਕਰਦੇ ਹਾਂ। ਉਹਦੇ 'ਚ ਅਰਜਨ ਛਾਲ ਹੈ, ਜਿੱਦਾਂ ਫਾਰ ਐਗਜ਼ਾਮਪਲ ਅਰਜਨ ਛਾਲ ਬਹੁਤ ਕਮਾਲ ਦੀ ਜਿਹੜੀ ਉਹ ਹੈ। ਛਾਲ ਦਾ ਪਾਊਡਰ ਦਾ ਵੀ ਕਾੜਾ ਬਣ ਜਾਂਦਾ? ਬਿਲਕੁਲ, ਅਰਜਨ ਛਾਲ ਜਿਵੇਂ ਮਰਜ਼ੀ ਲੈ ਲਓ ਤੁਸੀਂ। ਕਿਵੇਂ ਲੈਣ ਬਣਾਉਣਾ ਹੁੰਦਾ ਉਹਦਾ? ਕਾੜੇ ਬਣਾਉਣ ਦਾ ਸਟੈਂਡਰਡ ਤਰੀਕਾ ਇੱਕੋ ਹੀ ਆ, ਉਹ ਤਾਂ 5 ਮਿੰਟ। ਹਾਂ, ਉਹ ਆਪਾਂ ਕਾੜੇ ਬਣਾਉਣ ਦਾ ਸਟੈਂਡਰਡ ਪ੍ਰੋਸੀਜਰ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ, ਆਪਾਂ ਫਿਰ ਵੀ ਕਿਤੇ ਕਰ ਲਾਂਗੇ ਕਿ ਕਾੜਾ ਬਣਾਉਣ ਦਾ, ਸਾਰੇ ਕਾੜੇ ਬਣਾਉਣ ਦਾ ਇੱਕੋ ਹੀ ਪ੍ਰੋਸੀਜਰ ਹੈ।
ਇਸ ਤਰ੍ਹਾਂ ਗ੍ਰੀਨ ਜੂਸ ਬਹੁਤ ਕਮਾਲ ਦਾ ਪ੍ਰੋਟੈਕਸ਼ਨ ਹੈ ਗ੍ਰੀਨ ਜੂਸ ਦੀ। ਗ੍ਰੀਨ ਜੂਸ ਤੁਸੀਂ ਪੀਓ, ਗ੍ਰੀਨ ਜੂਸ ਦਾ ਮਤਲਬ ਸਬਜ਼ੀਆਂ ਦੇ ਜੂਸ ਨੇ, ਸਬਜ਼ੀਆਂ ਦੇ ਜੂਸ ਜਾਂ ਪੱਤਿਆਂ ਦੇ ਜੂਸ, ਉਹਨੂੰ ਆਪਾਂ ਗ੍ਰੀਨ ਜੂਸ ਦਾ ਨਾਮ ਦੇ ਦਿੱਤਾ। ਸਬਜ਼ੀਆਂ ਦੇ ਜੂਸ ਜਿਹੜੀ ਮਿੱਠੀਆਂ ਨਹੀਂ ਹੈ, ਇਨਕੇ ਜਿਹੜੇ ਮਿੱਠੇ ਨੇ ਉਹ ਫਲ ਨੇ, ਫਲਾਂ ਦਾ ਜੂਸ ਹੋ ਗਿਆ। ਫਰੂਟ ਜੂਸ ਜਿਹੜੇ ਹੋ ਗਏ ਉਹ ਇੱਕ ਵੱਖਰੀ ਚੀਜ਼ ਹੈ, ਲੇਕਿਨ ਗ੍ਰੀਨ ਜੂਸ ਜਿਹੜਾ ਆਪਣੇ ਆਪ 'ਚ ਹੀ ਬਹੁਤ ਵਧੀਆ ਹੁੰਦਾ। ਗ੍ਰੀਨ ਜੂਸ ਦੇ ਅੰਦਰ ਵੀਟ ਗ੍ਰਾਸ ਜੂਸ ਤਾਂ ਆਫ ਕੋਰਸ ਸਭ ਤੋਂ ਵਧੀਆ ਹੈ ਹੀ ਹੈ, ਵੀਟ ਗ੍ਰਾਸ ਜੂਸ ਜਿਹੜਾ। ਉਸ ਤੋਂ ਬਾਅਦ ਜਿਹੜਾ ਖੀਰੇ ਦਾ ਜੂਸ ਹੈ, ਪੇਠੇ ਦਾ ਜੂਸ ਹੈ ਜਾਂ ਘੀਏ ਦਾ ਜੂਸ ਹੈ, ਇਹ ਬਹੁਤ ਕਮਾਲ ਦੇ ਨੇ। ਪਰ ਜੂਸਿਸ ਬਾਰੇ ਇੱਕ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਜੂਸਿਸ ਤਾਜ਼ੇ ਹੋਣ। ਉਹ ਜਿਹੜੇ ਬੋਤਲ ਗ੍ਰੀਨ ਜੂਸ ਪਾਊਡਰ ਨਹੀਂ ਚੱਲੇਗਾ? ਨਹੀਂ, ਪਾਊਡਰ ਚੱਲਦਾ ਹੈ ਪਰ ਲੇਕਿਨ ਉਹ ਬੈਸਟ ਨਹੀਂ ਹੈ। ਬੈਸਟ ਨੇ ਤਾਜ਼ੇ, ਫਰੈਸ਼। ਤੇ ਉਸ ਤੋਂ ਬਾਅਦ ਅਗਰ ਦਵਾਈ ਖਾਣੀ ਤਾਂ ਹਰਬਲ ਦਵਾਈਆਂ ਬਹੁਤ ਹੈਗੀਆਂ ਨੇ। ਹਰਬਲ ਦਵਾਈਆਂ ਬਹੁਤ ਸਾਰੀਆਂ ਹੈਗੀਆਂ ਨੇ, ਜਿਹੜੀਆਂ ਹਰਬਲ ਦਵਾਈਆਂ ਖਾ ਸਕਦੇ ਹੋ ਤੁਸੀਂ। ਹਰਬਲ ਦਵਾਈਆਂ ਦੇ ਮਲਟੀਪਲ ਗੁਣ ਨੇ। ਹਰਬਲ ਦਵਾਈ ਤੇ ਕੈਮੀਕਲ ਦਵਾਈ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਕੈਮੀਕਲ ਦਵਾਈ ਤੁਸੀਂ ਬੀਪੀ ਘਟਾਉਣ ਲਈ ਲਾਓਗੇ ਤਾਂ ਉਹਦੇ 10 ਸਾਈਡ ਇਫੈਕਟ, ਬੈਡ ਸਾਈਡ ਇਫੈਕਟ ਆਉਣਗੇ। ਤੁਸੀਂ ਹਰਬਲ ਦਵਾਈ ਬੀਪੀ ਘਟਾਉਣ ਦੀ ਲਾਓਗੇ ਤਾਂ ਉਹਦੇ 10 ਗੁੱਡ ਸਾਈਡ ਇਫੈਕਟ ਆਉਣਗੇ। ਸੋ ਹਰਬਲ ਦਵਾਈ ਤੇ ਜਿਹੜੀ ਪੌਦਿਆਂ ਤੇ ਬੇਸਡ ਦਵਾਈ ਹੈ, ਹੋਲ ਪੌਦਿਆਂ ਤੇ ਬੇਸਡ, ਹਰਬਲ 'ਚੋਂ ਵੀ ਹੋਲ ਪੌਦਿਆਂ ਤੇ ਬੇਸਡ ਜਿਹੜੀ ਦਵਾਈ ਹੈ ਤਾਂ ਉਹ ਜ਼ਿਆਦਾ ਬੈਟਰ ਹੁੰਦੀਆਂ ਨੇ। ਸਰਪਗੰਧਾ ਹੈ ਫॉर एग्जांपल, ਸਰਪਗੰਧਾ ਕਮਾਲ ਦਾ ਬੀਪੀ ਘਟਾਉਣ ਦਾ ਜਿਹੜੀ ਬੂਟੀ ਹੈ ਸਰਪਗੰਧਾ। ਫਿਰ ਥੋੜੀ ਤੁਲਸੀ ਹੈ, ਥੋੜਾ ਧਨੀਆ ਹੈ, ਥੋੜਾ ਮੇਥੀ ਹੈ, ਇਹ ਜਿੰਨੇ ਅਦਰਕ ਹੈ, ਲਸਣ ਦਾ ਇਸਤੇਮਾਲ। ਲਸਣ ਬਹੁਤ ਕਮਾਲ ਦਾ ਟੂਲ ਹੈ ਤੁਹਾਡੇ ਕੋਲੇ। ਲਸਣ ਕੱਚਾ ਖਾਣਾ ਜਿਹੜਾ ਉਹ ਕੱਚਾ ਲਸਣ ਕਿੱਦਾਂ ਖਾਣਾ ਚਾਹੀਦਾ ਉਹਦੀ ਆਪਾਂ ਗੱਲ ਕਰ ਲਾਂਗੇ ਕਿਸੇ ਵੱਖਰੀ ਵੀਡੀਓ 'ਚ। ਪਿਆਜ਼ ਹੈ, ਸਾਰੀਆਂ ਜਿਹੜੀਆਂ ਨੇ ਇਹ ਬਲੱਡ ਥਿਨਰ ਦਾ ਕੰਮ ਵੀ ਕਰਦੀਆਂ ਨੇ ਔਰ ਖੂਨ ਦਾ ਬੀਪੀ ਵੀ ਘਟਾਉਂਦੀਆਂ ਨੇ। ਲੇਕਿਨ ਇਹ ਕੋਈ ਵੀ ਇੱਦਾਂ ਦਾ ਜਿਹੜਾ ਕਰਨਾ ਹੈ ਉਹਨੂੰ ਅਲਰਟ ਰਹਿ ਕੇ ਕਰਨਾ ਕਿ ਮੇਰਾ ਕਿਤੇ ਬੀਪੀ ਕਿਤੇ ਡੇਂਜਰਸ ਲੈਵਲ 'ਤੇ ਤਾਂ ਨਹੀਂ ਪਹੁੰਚਿਆ ਪਿਆ। ਜੇ ਡੇਂਜਰਸ ਲੈਵਲ 'ਤੇ ਪਹੁੰਚਿਆ ਤਾਂ ਫਿਰ ਉਹਨੂੰ ਟ੍ਰੀਟ ਵੀ ਕਰਨਾ ਔਰ ਉਹਦੇ ਬਾਕੀ ਜਿਹੜੇ ਅੰਗਾਂ ਦੇ ਉੱਪਰ ਕੀ ਅਸਰ ਹੋਇਆ ਉਹਦੇ ਲਈ ਡਾਇਗਨੋਸਿਸ ਵਾਸਤੇ ਕਦੀ ਵੀ ਕੋਈ ਕਾਲ ਨਹੀਂ ਕਰਨੀ। ਕਿਉਂਕਿ ਦਵਾਈਆਂ ਖਾਣ ਲੱਗਿਆਂ ਕੋਈ ਵੀ ਕੈਮੀਕਲ ਦਵਾਈ ਖਾਣੀ ਉਸ ਤੋਂ ਪਹਿਲਾਂ 100 ਵਾਰੀ ਸੋਚਣਾ, ਲੇਕਿਨ ਆਪਣਾ ਬਿਮਾਰੀ ਦੀ ਜੜ ਤੱਕ ਜਾਣ ਵਾਸਤੇ ਟੈਸਟ ਕਰਵਾਉਣ ਵੇਲੇ ਨਹੀਂ ਸੋਚਣ ਦੀ ਲੋੜ ਹੁੰਦੀ। ਕਿਉਂਕਿ ਉਹ ਜਿਹੜੇ ਟੈਸਟ ਖਾਸ ਕਰਕੇ ਜਿਹੜੇ ਨਾਨ ਇਨਵੇਸਿਵ ਟੈਸਟ ਨੇ, ਹੁਣ ਐਂਜੀਓਗ੍ਰਾਫੀ ਤੋਂ ਛੱਡ ਕੇ ਬਾਕੀ ਟੈਸਟ ਜਿਹੜੇ ਨੇ ਮੇਰੇ ਖਿਆਲ 'ਚ ਕਰਾ ਕੇ ਦੇਖਣੇ ਕਿ ਮੇਰੇ ਹਾਰਟ 'ਤੇ ਕਿੰਨਾ ਅਸਰ ਹੈ, ਮੇਰੇ ਗੁਰਦਿਆਂ 'ਤੇ ਕਿੰਨਾ ਅਸਰ ਹੈ, ਇਹ ਸਾਰਾ ਦੇਖਦੇ ਰਹਿਣਾ ਚਾਹੀਦਾ ਤਾਂ ਕਿ ਕੋਈ ਵਿਸਲੇ ਰਹਿ ਕੇ ਕੋਈ ਨੁਕਸਾਨ ਨਾ ਹੋ ਜੇ। ਹਮੇਸ਼ਾ ਹੀ ਜਦੋਂ ਵੀ ਕੋਈ ਆਪਾਂ ਘਰੇਲੂ ਗੱਲਾਂ ਕਰਨੀਆਂ ਨੇ, ਕੋਈ ਘਰੇਲੂ ਉਪਚਾਰ ਕਰਨਾ ਜਾਂ ਆਪਣੇ ਆਪ ਕੁਝ ਕਰਨਾ ਹੈ ਤਾਂ ਇੱਕ ਗੱਲ ਤੋਂ ਅਲਰਟ ਰਹਿਣਾ ਕਿ ਮੇਰੀ ਕਿਤੇ ਬਿਮਾਰੀ ਇੰਨੀ ਤਾਂ ਨਹੀਂ ਵੱਧ ਚੁੱਕੀ ਕਿ ਮੈਨੂੰ ਕੋਈ ਨੁਕਸਾਨ ਹੋ ਜਾਏਗਾ ਇੱਕਦਮ, ਕੋਈ ਫੌਰੀ ਮੇਰੇ ਲਈ ਕੋਈ ਐਮਰਜੈਂਸੀ ਖੜੀ ਹੋ ਜਾਏ, ਤਾਂ ਉਹਦੇ ਤੋਂ ਜ਼ਰੂਰ ਅਲਰਟ ਰਹਿਣਾ। ਸੋ ਇਹ ਲਸਣ, ਪਿਆਜ਼ ਤੇ ਜਿਹੜਾ ਅਦਰਕ, ਜਿਹੜੇ ਵੀ ਤੁਸੀਂ 3-4 ਚੀਜ਼ਾਂ ਦੱਸੀਆਂ ਗਈਆਂ ਨੇ, ਇਹਦੀ ਚਟਣੀ ਬਣਾ ਕੇ ਵੀ ਰੱਖ ਸਕਦਾ, ਡੇਲੀ ਬੰਦਾ ਖਾ ਸਕਦਾ ਵੀ ਇਹਦੇ ਨਾਲ। ਬਿਲਕੁਲ, ਜੇ ਅਸੀਂ 5 ਬਲੱਡ ਥਿਨਰ ਕਹਿ ਰਹੇ ਹਾਂ ਨਾ, 5 ਉਹਦੇ 'ਚ ਅਦਰਕ ਹੈ, ਲਸਣ ਹੈ, ਹਲਦੀ ਹੈ, ਲੌਂਗ ਹੈ ਔਰ ਟਮਾਟਰ ਹੈ। ਹਾਂ, ਰੱਖਣੀ ਨਹੀਂ ਹੈ, ਤਾਜ਼ੀ ਬਣਾ ਕੇ ਖਾਣੀ ਹੈ। ਬਿਲਕੁਲ ਤਾਜ਼ੀ, ਉਦੋਂ ਹੀ ਬਣਾ ਕੇ ਉਦੋਂ ਹੀ ਖਾਣੀ ਹੈ। ਇਹਨੂੰ ਤੁਸੀਂ ਚਟਨੀ ਸ਼ਕਲ 'ਚ ਲੈ ਲਓ, ਚਟਨੀ ਦੀ ਸਾਰੇ ਇਕੱਠੇ ਖਾ ਜਾਣਗੇ, ਮਤਲਬ ਹਰ ਵੇਲੇ ਤੁਹਾਨੂੰ ਪੰਜ ਖਾਓਗੇ ਤਾਂ ਵੈਸੇ ਤਾਂ ਅਸੀਂ ਉਹਨੂੰ ਇਹਦਾ ਜੋੜ ਲਿਆ, ਬਣਾ ਲਿਆ ਕੰਬੀਨੇਸ਼ਨ ਬੜਾ ਵਧੀਆ। ਲਸਣ ਸਵੇਰੇ ਤੜਕੇ ਮੂੰਹ 'ਚ ਕਲੀ ਰੱਖ ਲਓ। ਉਸ ਤੋਂ ਬਾਅਦ ਤੁਹਾਡਾ ਐਲੋਵੇਰਾ ਵੀ ਬਹੁਤ ਅੱਛਾ ਹੈ। ਐਲੋਵੇਰਾ ਕੱਚਾ ਖਾਇਆ ਜਾ ਸਕਦਾ, ਐਲੋਵੇਰਾ ਖਾ ਲਓ। ਹਲਦੀ ਦਾ ਚਮਚਾ ਲੈ ਲਓ, ਲੌਂਗ ਰਾਤ ਨੂੰ ਮੂੰਹ 'ਚ ਰੱਖ ਲਓ। ਔਲਾ ਜਦ ਜਿਸ ਮੌਸਮ 'ਚ ਔਲਾ ਤਾਜ਼ਾ ਆ ਰਿਹਾ, ਆਉਣਾ ਆ ਰਿਹਾ, ਆਮਲਾ ਬੜਾ ਕਮਾਲ ਦਾ। ਤਾਂ ਇਹ ਕੁਦਰਤ ਦੇ ਗਿਫਟ ਨੇ ਬਹੁਤ ਸਾਰੇ ਜਿਹੜੇ ਸਾਡੇ ਆਲੇ ਦੁਆਲੇ ਕੁਦਰਤ ਨੇ ਸਭ ਕੁਝ ਦੇ ਰੱਖਿਆ। ਆਪਣੇ ਆਲੇ ਦੁਆਲੇ ਦੇਖੋ, ਕਿਸੇ ਡਾਕਟਰ ਨੂੰ, ਕਿਸੇ ਹਸਪਤਾਲ ਨੂੰ ਬਾਅਦ 'ਚ ਦੇਖੋ, ਜਦੋਂ ਕੋਈ ਐਮਰਜੈਂਸੀ ਖੜੀ ਹੋ ਜਾਂਦੀ ਉਦੋਂ ਦੇਖੋ ਜ਼ਰੂਰ। ਉਹਦੇ ਤੋਂ ਕੋਈ ਐਲਰਜੀ ਮੰਨਣ ਦੀ ਲੋੜ ਨਹੀਂ ਹੈ, ਕੋਈ ਉਹਦੇ ਤੋਂ ਭੱਜਣ ਦੀ ਲੋੜ ਨਹੀਂ ਹੈ। ਜੇ ਅਗਰ ਮਜਬੂਰੀ ਹੈ ਆਪਣੀ ਕੋਈ ਕਿ ਆਪਾਂ ਨੂੰ ਕੋਈ ਐਮਰਜੈਂਸੀ ਆ ਰਹੀ ਹੈ ਤਾਂ ਉਹਦੇ ਤੋਂ ਅਲਰਟ ਰਹਿਣਾ, ਕਦੇ ਵੀ ਅਵੇਸਲੇ ਨਹੀਂ ਹੋਣਾ, ਆਪਣੀ ਸਿਹਤ ਪ੍ਰਤੀ ਕਦੇ ਵੀ ਅਵੇਸਲੇ ਨਹੀਂ ਹੋਣਾ। ਕਿਉਂਕਿ ਅੱਜ ਕੱਲ੍ਹ ਬਿਮਾਰੀਆਂ ਬਹੁਤ ਭਿਅੰਕਰ ਕਿਸਮ ਦੀਆਂ ਹੋ ਗਈਆਂ ਨੇ, ਅਵੇਸਲੇ ਕਦੇ ਵੀ ਹੋਣਾ। ਲੇਕਿਨ ਕੈਮੀਕਲ ਇਲਾਜ ਕਰਨੇ, ਕੋਈ ਰੇਡੀਓਥੈਰੇਪੀ ਲੈਣੀ ਹੈ, ਕੀਮੋਥੈਰੇਪੀ ਲੈਣੀ ਹੈ ਜਾਂ ਕੋਈ ਕੈਮੀਕਲ ਦਵਾਈ ਖਾਣੀ ਹੈ ਜਾਂ ਸਰਜਰੀ ਕਰਾਉਣੀ ਹੈ, ਉਹ ਕਰਾਉਣ ਤੋਂ ਪਹਿਲਾਂ ਮਲਟੀਪਲ ਥਾਵਾਂ ਤੋਂ ਸਲਾਹ ਲਓ। ਜੇ ਮਜਬੂਰੀ ਹੋਵੇ, ਜ਼ਰੂਰੀ ਹੋਵੇ ਤਾਂ ਹੀ ਖਾਓ, ਨਹੀਂ ਤਾਂ ਫਿਰ ਜਿਹੜੇ ਹਲਕੇ ਫੁਲਕੇ ਇਲਾਜ ਨੇ, ਕੋਈ ਹੋਮੋਪੈਥੀ ਦਾ ਹੈ, ਕੋਈ ਆਯੁਰਵੈਦਿਕ ਦਾ ਹੈ, ਕੋਈ ਨੈਚੁਰੋਪੈਥੀ ਦਾ ਹੈ, ਕੋਈ ਯੋਗਾ ਹੈ, ਕੋਈ ਖੁਸ਼ ਰਹਿਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਖੁਸ਼ ਰਹਿਣ ਨਾਲ ਠੀਕ ਹੋ ਜਾਣੀਆਂ। ਕਿਵੇਂ ਅਸੀਂ ਹੈਪੀਨੈਸ ਪ੍ਰੋਟੋਕੋਲ ਦੇ ਨਾਂ 'ਤੇ ਬਹੁਤ ਸਾਰਾ ਜਿਹੜਾ ਇਲਾਜ ਕਰ ਰਹੇ ਹਾਂ ਕਿ ਖੁਸ਼ ਕਿੱਦਾਂ ਰਹਿਣਾ ਹੈ, ਮੈਡੀਟੇਸ਼ਨ ਕਿੱਦਾਂ ਕਰਨੀ ਹੈ, ਪਰਮਾਤਮਾ ਨਾਲ ਜੁੜ ਕੇ ਕਿੱਦਾਂ ਰਹਿਣਾ। ਇੱਕ ਪਰਮਾਤਮਾ ਨਾਲ ਜੁੜਨ ਦਾ ਜਿਹੜੇ ਸਾਡੇ ਪੁਰਾਣੇ ਪੁਰਾਤਨ ਜਿਹੜਾ ਸਮੇਂ 'ਚ ਅਧਿਆਤਮਕ ਗੁਰੂਆਂ ਨੇ ਸਿਖਾਏ ਸਾਨੂੰ, ਗੁਰਬਾਣੀ ਨਾਲ ਜੁੜ ਕੇ ਕਿੱਦਾਂ ਰਹਿਣਾ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਬਹੁਤ ਕਮਾਲ ਦੀਆਂ ਜਿਹੜੀਆਂ ਨੇ ਉਹ ਜਿਹੜੀ ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਕੰਮ ਕੀਤਾ ਇਸ ਗੱਲ 'ਤੇ ਕਿ ਕਿਵੇਂ ਗੁਰਬਾਣੀ ਨਾਲ ਜੁੜ ਕੇ ਜਿਹੜਾ ਹੈ ਤੁਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ। ਇਹ ਬਿਲਕੁਲ ਸਹੀ ਹੈ, ਇਹ 'ਚ ਕੋਈ ਵੀ ਗੈਰ ਵਿਗਿਆਨਕ ਗੱਲ ਨਹੀਂ ਹੈ, ਕੋਈ ਵੀ ਮਿੱਥ ਨਹੀਂ ਹੈ, ਕੋਈ ਵੀ ਇਹਦੇ 'ਚ ਜਿਹਨੂੰ ਕਹਿੰਦੇ ਆ ਉਹ ਨਹੀਂ ਹੈ ਕਿ ਜਿੱਦਾਂ ਕੋਈ ਵਹਿਮ ਪ੍ਰਸਤੀ ਜਾਂ ਉਹ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਿਉਂਕਿ ਜਿਹੜੀ ਰਚਨਾ ਹੈ ਸਰੀਰ ਦੀ ਇੱਦਾਂ ਦੀ ਹੈ ਕਿ ਧੁਰ ਨਾਲ ਜੁੜੀ ਹੋਈ ਹੈ,
ਕੁਦਰਤ ਨਾਲ ਪਰਮਾਤਮਾ ਨਾਲ ਜੁੜੀ ਹੋਈ ਹੈ। ਤਾਂ ਉਹ ਜਿਹੜੀ ਅਧਿਆਤਮਕ ਜਿਹੜਾ ਪ੍ਰੈਕਟਿਸ ਜਿਹੜੀਆਂ ਤੁਹਾਡੀਆਂ ਸਪਿਰਿਚੁਅਲ ਪ੍ਰੈਕਟਿਸ ਨੇ ਅੱਜ ਦੇ ਮਨੁੱਖ ਲਈ ਸਪਿਰਿਚੁਅਲ ਹੋਣਾ ਬਹੁਤ ਜ਼ਰੂਰੀ ਹੈ। ਜੋ ਸਪਿਰਿਚੁਅਲ ਨਹੀਂ ਹੈ ਤਾਂ ਉਹ ਕਿਤੇ ਨਾ ਕਿਤੇ ਡੋਲ ਜਾਏਗਾ, ਕਿਉਂਕਿ ਇੰਨਾ ਰਾਮ ਰੌਲਾ ਆਲੇ ਦੁਆਲੇ ਤੁਹਾਡੇ, ਤੁਸੀਂ ਆਪਾਂ ਦੇਖ ਰਹੇ ਹਾਂ, ਆਪਾਂ ਸਾਡੇ ਆਲੇ ਦੁਆਲੇ ਕਿੰਨਾ ਰਾਮ ਰੌਲਾ। ਤਾਂ ਜੇ ਤੁਸੀਂ ਸਪਿਰਿਚੁਅਲ ਨਹੀਂ ਹੋ ਤਾਂ ਤੁਸੀਂ ਉਹੀ ਗਵਾਚ ਜਾਓਗੇ। ਤਾਂ ਅੱਜ ਦੇ ਮਨੁੱਖ ਲਈ ਸਪਿਰਿਚੁਅਲ ਹੋਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ, ਕਿਉਂਕਿ ਪੁਰਾਤਨ ਜਿਹੜਾ ਮਨੁੱਖ ਸੀਗਾ ਉਹ ਸਮਾਜ ਦੇ ਵਿੱਚ ਇੰਨਾ ਜ਼ਿਆਦਾ ਜੁੜਿਆ ਹੋਇਆ ਸੀਗਾ ਆਪਣੀਆਂ ਰਵਾਇਤਾਂ ਨਾਲ, ਆਪਣੇ ਕਦਰਾਂ ਕੀਮਤਾਂ ਨਾਲ, ਕਿ ਉਹਨੂੰ ਸ਼ਾਇਦ ਰੱਬ ਦੀ ਬਹੁਤੀ ਲੋੜ ਨਹੀਂ ਸੀ ਪੈਂਦੀ, ਕਿਉਂਕਿ ਰੱਬ ਬਾਕੀ ਜੀਵਾਂ ਦੇ ਥਰੂ ਉਹਦੇ ਨਾਲ ਜੁੜ ਜਾਂਦਾ ਸੀ। ਲੇਕਿਨ ਅੱਜ ਦਾ ਮਨੁੱਖ ਬਾਕੀਆਂ ਨਾਲ ਟੁੱਟ ਗਿਆ, ਤੇ ਉਹਦੇ ਲਈ ਸਪਿਰਿਚੁਅਲ ਹੋਣਾ ਪਿਆ, ਮੈਂ ਸਮਝਦਾ ਕਿ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਸੋ ਇਸ ਕਰਕੇ ਜਿਹੜੇ ਮਾਡਰਨ ਵੇਜ਼ ਨੇ ਮੈਡੀਟੇਸ਼ਨ ਦੇ, ਅਤੇ ਮਾਡਰਨ ਵੇਜ਼ ਨੇ ਜੇ ਤੁਹਾਨੂੰ ਟ੍ਰੈਡੀਸ਼ਨਲ ਵੇਜ਼ ਨਹੀਂ ਪਸੰਦ, ਤੁਹਾਨੂੰ ਗੁਰਬਾਣੀ ਰਾਹੀਂ ਤੁਸੀਂ ਨਹੀਂ ਜੁੜਨ ਦੇ ਕੈਪੇਬਲ, ਜਾਂ ਆਪਣੇ ਕਿਸੇ ਧਰਮ, ਆਪਣੇ ਜਿਹੜੇ ਰਵਾਇਤੀ ਧਰਮ ਦੀਆਂ ਰਸਮਾਂ ਸੀਗੀਆਂ ਉਹਦੇ ਨਾਲ ਨਹੀਂ ਜੁੜਨਾ ਚਾਹੁੰਦੇ, ਤਾਂ ਤੁਸੀਂ ਮੈਡੀਟੇਸ਼ਨ ਕਰਨੀ ਸ਼ੁਰੂ ਕਰ ਦਿਓ, ਗੱਲ ਉੱਥੇ ਹੀ ਆ ਜਾਏਗੀ। ਪਹੁੰਚਣਾ ਉੱਥੇ ਹੀ ਹੈ, ਜੁੜਨਾ ਉੱਥੇ ਹੀ ਹੈ, ਕਿਉਂਕਿ ਉਹ ਇੱਕੋ ਹੀ ਹੈ। ਸੋ ਜਿਹੜੀ ਸਪਿਰਿਚੁਅਲ ਪ੍ਰੈਕਟਿਸ ਨੇ, ਮੈਂ ਕਹਿੰਦਾ ਫਾਈਨਲ ਆਨਸਰ ਜਿਹੜਾ ਉਹ ਵੀ ਜ਼ਰੂਰ ਨਾਲ ਰੱਖਣਾ ਚਾਹੀਦਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ, ਇਸ ਤੋਂ ਜ਼ਿਆਦਾ ਵਿਸਥਾਰ ਤਾਂ ਹੋ ਹੀ ਨਹੀਂ ਸਕਦਾ, ਬਹੁਤ ਵਿਸਥਾਰ ਦੇ ਨਾਲ ਤੁਸੀਂ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਬਲੱਡ ਵੈਸਲ ਡਿਜ਼ੀਜ਼, BP ਕੀ ਹੁੰਦਾ, ਇਹਦੀ ABCD Z ਤੋਂ ਅੱਗੇ ਵੀ ਜੇ ਕੋਈ ਅੱਖਰ ਹੋਏਗਾ ਤਾਂ ਮੈਨੂੰ ਲੱਗਦਾ ਉਹ ਵੀ ਆਪਾਂ ਨੇ ਇਹਦੇ ਵਿੱਚ 2 ਐਪੀਸੋਡ ਦੇ ਵਿੱਚ ਕੱਢ ਕੇ ਰੱਖ ਦਿੱਤਾ ਹੈਗਾ। ਕਿਉਂ ਹੁੰਦਾ, ਕਿਵੇਂ ਹੁੰਦਾ, ਉਪਚਾਰ ਕਿਵੇਂ ਹੁੰਦੇ ਨੇ, ਕਿਵੇਂ ਲੱਛਣ ਆਉਂਦੇ ਨੇ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਘਰੇ ਪਈਆਂ ਨੇ ਜਿਹਦੇ ਨਾਲ ਅਸੀਂ ਉਹ ਇਲਾਜ ਕਰ ਸਕਦੇ ਹਾਂ, ਅਤੇ ਅੰਤ ਦੇ ਵਿੱਚ ਕਿਸੇ ਵੀ ਅਜਿਹੀ ਪੈਥੀ ਤੋਂ ਪਰਹੇਜ਼ ਨਹੀਂ ਕਰਨਾ ਜਿਹੜੀ ਤੁਹਾਨੂੰ ਇਲਾਜ ਕਰਕੇ ਠੀਕ ਕਰ ਸਕਦੀ ਹੋਵੇ, ਭਾਵੇਂ ਉਹ ਐਲੋਪੈਥੀ ਹੈ, ਭਾਵੇਂ ਜਿਹੜੀ ਮਰਜ਼ੀ ਪੈਥੀ ਹੈ। ਆਪਣੇ ਸਰੀਰ ਦੇ ਮੋਨੀਟਰ ਜ਼ਰੂਰ ਕਰਨਾ ਵੀ ਬਲੱਡ ਪ੍ਰੈਸ਼ਰ ਵੱਧ ਤਾਂ ਨਹੀਂ ਰਿਹਾ, ਜੇ ਵੱਧ ਰਿਹਾ ਤਾਂ ਇੱਕ ਪੈਰਾਮੀਟਰ ਦੱਸਿਆ ਵੀ ਉਸ ਪੈਰਾਮੀਟਰ ਦੇ ਉੱਪਰ ਜਾਣ ਦੇ ਉੱਤੇ ਖਤਰਨਾਕ ਹੋ ਸਕਦਾ, ਇਸ ਕਰਕੇ ਕੋਈ ਪਰਹੇਜ਼ ਨਹੀਂ ਕਰਨਾ। ਪਰ ਨਾਲ ਇਹ ਵੀ ਨਾਲ ਦੱਸਿਆ ਗਿਆ ਕਿ ਅਜਿਹੇ ਕੋਈ ਇਲਾਜ ਜਿਹੜੇ ਲੈਣ ਤੋਂ 10 ਵਾਰੀ ਪਹਿਲਾਂ ਸੋਚਣਾ ਵੀ ਹੈ, ਅਤੇ ਪਹਿਲਾਂ ਉਹਦੀ ਓਪੀਨੀਅਨ ਜਿਹੜੀ ਹੈ 2nd 3rd 4th ਓਪੀਨੀਅਨ ਵੀ ਲੈ ਲੈਣੀ ਹੈ ਕਿ ਇਹ ਇਲਾਜ ਕਰਨ ਨਾਲ ਮੇਰੀ ਬੋਡੀ ਨੂੰ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਨੁਕਸਾਨ ਤਾਂ ਨਹੀਂ ਹੋਣ ਵਾਲਾ। ਇਹ ਸਾਰਾ ਦਾ ਸਾਰਾ ਵਰਤਾਰਾ ਜਿਹੜਾ ਸਾਡੇ ਸਰੀਰ ਨੂੰ ਠੀਕ ਰੱਖਣ ਦਾ, ਅਤੇ ਸਾਡਾ ਜਿਹੜਾ ਮਕਸਦ ਹੈ ਉਹ ਤੁਹਾਡਾ ਡਾਕਟਰ ਆਪਣਾ ਡਾਕਟਰ ਆਪ ਬਣਾਉਣ ਦਾ। ਉਮੀਦ ਕਰਦੇ ਹਾਂ ਕਿ ਇਹ ਐਪੀਸੋਡ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਜੇ ਪਸੰਦ ਆਇਆ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ BP ਦੀ ਬਿਮਾਰੀ ਅੱਜ ਘਰ ਹੈ। ਹਰ ਇੱਕ ਬੱਚਾ, ਬੁੱਢਾ, ਜਵਾਨ ਜਿਹੜਾ BP ਦੀ ਬਿਮਾਰੀ ਤੋਂ ਪੀੜਿਤ ਹੈ। ਅਤੇ ਜੇਕਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਸਿੱਖ ਕੇ ਆਪਣਾ ਡਾਕਟਰ ਆਪ ਬਣ ਕੇ ਕੁਝ ਚੰਦ ਲੋਕ ਵੀ ਠੀਕ ਹੁੰਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।